गया पिछे, की कुछ रह गया पिछे। ओ ओ ओ ओ ओ हाले तां फसलां बीजनियां बाकी ने, हाले तक कोठे लिपने बाकी ने। अब मेरा पासपोर्ट आ गया है। जिंदगी चढ़ने दी काल बड़ी सी, की कुछ रह गया पिछे, की कुछ रह गया पिछे। ओ ओ ओ ओ ओ ओ हाले तो इम्तिहान देने बाकी ने, हाले तक करा नूं परतना बाकी है। बापू जी वो मेरा पासपोर्ट आ गया। हाले तां ट्रैक्टर दियां किश्तां बाकी ने, हाले तक कर्जे दी पंड सिर ते बाकी है। हाले तां दोस्तां नूं मिलना बाकी है, हाले तक एक खबर सुनानी बाकी है। चढ़ने दी काल बड़ी सी, की कुछ रह गया पिछे, की कुछ रह गया पिछे। पिछे तां असीं छड्ड आए हां उमरां दे सिरनावे, कुछ धुंधले परछावें। पिछे तां असीं छड्ड आए हां उमरां दे सिरनावे, कुछ धुंधले परछावें। ਜਲੰਧਰ ਨੇੜਲੇ ਪਿੰਡ ਦਾ ਰਘਬੀਰ ਸਿੰਘ ਦੇ ਮਾਪਿਆਂ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਹੁਣੀ ਨੇ ਉਹਨਾਂ ਦੇ ਪੁੱਤ ਨਾਲ ਕੀ ਕੀਤਾ ਹੈ। ਜਨਵਰੀ 2004 ਤੋਂ ਲੈ ਕੇ ਅੱਜ ਤੱਕ ਮੈਂ ਆਪਣੇ ਦਿਲ ਅੰਦਰ ਇੱਕ ਦਰਦ, ਇੱਕ ਕਸਕ ਸਾਂਭੀ ਬੈਠਾ। ਮੈਂ ਤੇ ਮੇਰਾ ਇੱਕ ਸਾਥੀ ਇੱਕ ਏਜੰਟ ਵੱਲੋਂ ਲਾਈ ਸਕੀਮ ਅਨੁਸਾਰ ਗ੍ਰੀਸ ਜਾਣ ਲਈ ਇੱਥੋਂ ਜਾਰਡਨ ਪਹੁੰਚੇ ਤੇ ਉਸ ਤੋਂ ਅੱਗੇ ਤੁਰਕੀ ਚਲੇ ਗਏ। ਸਕੀਮ ਇਹ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ, मतलब गैर कानूनी तरीके नाल ग्रीस विच दाखिल होया जाए ते मैं गैर कानूनी तरीके नाल तुर्की विच दाखिल होने के दोष हेठ तुर्की पुलिस के हत्थे चढ़ गया, जिथों मैनूं तुर्की के ही अड्रीन शहर विच बेसमेंट च बनी एक जेल विच लिजाया गया। इस जेल विच मैं लगभग 15 दिन रहा। इसे जेल विच ही मेरे तो 2 दिन पहला जलंधर नेड़ले पिंड दा रघबीर सिंह फड़ के लैंदा गया सी। इस जेल में सिर्फ वही लोग सन ਜਿਹੜੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਤੁਰਕੀ ਵਿੱਚ ਦਾਖਲ ਹੋਏ ਸਨ। ਤੁਰਕੀ ਦੇ ਬਾਵਰਦੀ ਸਿਪਾਹੀ ਦਿਨ ਰਾਤ ਸਾਡੇ ਉੱਤੇ ਨਜ਼ਰ ਰੱਖਦੇ ਤੇ ਰੋਜ਼ਮर्रा ਦੇ ਕੰਮਾਂ ਲਈ ਸਵੇਰੇ ਸ਼ਾਮ ਸਾਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ। ਹਰ ਕੈਦੀ ਨੂੰ 24 ਘੰਟੇ ਵਿੱਚ ਪੀਣ ਲਈ ਇੱਕ ਬੋਤਲ ਪਾਣੀ ਤੇ ਖਾਣ ਲਈ ਡਬਲ ਰੋਟੀ ਦਾ ਅੱਧਾ ਟੁਕੜਾ ਦਿੱਤਾ ਜਾਂਦਾ ਸੀ। ਇਹ ਜੋ ਡਬਲ ਰੋਟੀ ਦਾ ਅੱਧਾ ਟੁਕੜਾ ਸਾਨੂੰ ਖਾਣ ਲਈ ਦਿੱਤਾ ਜਾਂਦਾ ਸੀ, ਇਸ ਨੂੰ ਉੱਥੇ ਸੋਮੀ ਕਹਿੰਦੇ ਸਨ। ਮੱਕੀ ਦੀਆਂ ਰੋਟੀਆਂ ਤੇ ਰਿੰਨਿਆ ਸਰੋਂ ਦਾ ਸਾਗ ਛੱਡ ਕੇ ਵਿਦੇਸ਼ੀ ਜੇਲ੍ਹਾਂ 'ਚ ਪੁੱਜੇ ਅਸੀਂ ਨੌਜਵਾਨ ਮਹਿਜ਼ ਡਬਲ ਰੋਟੀ ਦੇ ਉੱਤੇ ਟੁਕੜੇ ਲਈ ਵੀ ਤਰਸੇ ਸੀ। ਜਦੋਂ ਇਸ ਛੋਟੀ ਜਿਹੀ ਜੇਲ੍ਹ ਵਿੱਚ ਠੰਡ ਦੇ ਦਿਨਾਂ ਵਿੱਚ ਅਸੀਂ ਸਾਰੇ ਨੌਜਵਾਨ ਰਾਤਾਂ ਖੜ ਕੇ ਜਾਂ ਜਾਗ ਕੇ ਕੱਟਣ ਲਈ ਮਜਬੂਰ ਹੁੰਦੇ, ਕਿਉਂਕਿ ਬੇਸਮੈਂਟ ਦੇ ਵਿੱਚ ਹੇਠਾਂ ਫਰਸ਼ ਪਏ ਹੋਏ ਸਨ ਜਿਨ੍ਹਾਂ ਤੋਂ ਠੰਡ ਚੜ੍ਹਦੀ ਸੀ। ਮੰਜਾ, ਬਿਸਤਰਾ, ਕੰਬਲ, ਰਜਾਈ ਕੁਝ ਵੀ ਨਹੀਂ ਸੀ ਸਾਡੇ ਕੋਲ। ਤੇ ਛੋਟੀ ਜਿਹੀ ਜੇਲ੍ਹ ਵਿੱਚ ਫੜੇ ਗਏ ਲੋਕਾਂ ਦੀ ਗਿਣਤੀ ਲਗਭਗ 100 ਦੇ ਕਰੀਬ ਹੋ ਗਈ। ਤਾਂ ਦੋ ਨੌਜਵਾਨਾਂ ਨੂੰ ਇੱਕ ਸਾਂਝੀ ਹੱਥਕੜੀ ਲਗਾ ਕੇ ਜੇਲ੍ਹ ਤੋਂ ਬਾਹਰ ਇੱਕ ਲੰਬੀ ਬੱਸ ਵਿੱਚ ਬਿਠਾਇਆ ਗਿਆ ਤੇ ਰਸਤੇ 'ਚ ਖਾਣ ਲਈ ਇੱਕ ਸੋਮੀ ਹੋਰ ਦਿੱਤੀ ਗਈ। ਸ਼ਾਮ 6 ਵਜੇ ਅਡਰੀਨ ਸ਼ਹਿਰ ਤੋਂ ਚੱਲੀ ਬੱਸ ਤੀਸਰੇ ਦਿਨ ਸ਼ਾਮ ਨੂੰ ਤੁਰਕੀ ਈਰਾਨ ਦੀ ਸਰਹੱਦ ਨੇੜੇ ਪੁੱਜੀ, ਜਿੱਥੇ ਬਰਫ਼ ਪੈ ਰਹੀ ਸੀ। ਉਸ ਤੋਂ ਅੱਗੇ ਸਾਨੂੰ ਫੌਜੀ ਟਰੱਕਾਂ ਵਿੱਚ ਬਿਠਾ ਕੇ ਪਹਾੜੀ ਦੇ ਉੱਪਰ ਤੁਰਕੀ ਈਰਾਨ ਦੀ ਸਰਹੱਦ ਤੇ ਲਿਜਾਇਆ ਗਿਆ। ਸਰਹੱਦ ਨੇੜੇ ਜਾ ਕੇ ਸਾਨੂੰ ਦੱਸ ਦਿੱਤਾ ਗਿਆ ਸੀ ਕਿ ਸਾਨੂੰ ਈਰਾਨ ਵੱਲ ਧੱਕਿਆ ਜਾ ਰਿਹਾ ਤੇ ਨਾਲ ਦੀ ਨਾਲੇ ਵੀ ਦੱਸ ਦਿੱਤਾ ਕਿ ਅਸੀਂ ਕਿਹੜੇ ਪਾਸੇ ਜਾਣਾ ਤੇ ਕਿਹੜੇ ਪਾਸੇ ਨਹੀਂ, ਤਾਂ ਜੋ ਅਸੀਂ ਸਰਹੱਦ ਤੇ ਈਰਾਨ ਪੁਲਿਸ ਦੇ ਹੱਥੇ ਨਾ ਲੱਗ ਜਾਈਏ, ਜਿਹੜੀ ਕਿ ਵਾਪਸ ਸਾਨੂੰ ਤੁਰਕੀ ਵੱਲ ਤੱਕ ਸਕਦੀ ਸੀ। ਤੇ ਸਾਨੂੰ ਬਰਫਾਂ ਨਾਲ ਢੱਕੇ ਪਹਾੜਾਂ ਉੱਤੇ ਖੜੇ ਕਰਕੇ ਪਿੱਛੋਂ ਧੱਕੇ ਠੁੱਡੇ ਕਸੁੰਨ ਮਾਰ ਕੇ ਈਰਾਨ ਵੱਲ ਛੱਡ ਦਿੱਤਾ ਗਿਆ, ਜਿੱਥੋਂ ਸ਼ੁਰੂ ਹੋਇਆ ਸਾਡਾ
ਹੈਰਾਨ ਦਾ ਸਫ਼ਰ। ਅਸੀਂ ਦਿਨ ਰਾਤ ਬਰਫਾਂ ਉੱਤੇ ਤੁਰਦੇ ਰਹੇ ਸਾਂ। ਚਾਰ ਦਿਨ ਪਿੱਛੋਂ ਹੀ ਸਾਨੂੰ ਕੋਈ ਆਦਮੀ ਜਾਂ ਪਿੰਡ ਨਜ਼ਰ ਆਇਆ ਸੀ। ਪਰ ਇਸ ਦਰਮਿਆਨ ਸਾਡੇ ਨਾਲ ਤੁਰਦੇ ਹੋਏ 15-20 ਬੰਗਲਾਦੇਸ਼ੀ ਤੇ ਪਾਕਿਸਤਾਨੀ ਨੌਜਵਾਨ ਬਰਫ਼ ਹੇਠਾਂ ਦੱਬ ਕੇ ਮਾਰੇ ਗਏ ਸਨ। बर्फ से तुरते रघबीर के हाथ पैर भी सुटने शुरू हो गए सन। हालांकि ਅਸੀਂ ਉਸਨੂੰ ਆਪਣੇ ਕੱਪੜੇ ਦੇ ਕੇ ਉਸਦੀਆਂ ਤਾਲੀਆਂ ਚੱਸ ਕੇ ਉਸਨੂੰ ਮੋਢਾ ਦੇ ਕੇ ਆਪਣੇ ਨਾਲ ਤੋਰਦੇ ਰਹੇ ਸਨ। ਪਰ ਤੀਸਰੇ ਦਿਨ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਉਹਦੇ ਹੱਥ ਪੈਰ ਸੁੱਜ ਕੇ ਬਹੁਤ ਵੱਡੇ ਹੋ ਗਏ ਸੀ। ਉਹਦੀ ਜ਼ਬਾਨ ਥਰਥਲਾਉਣ ਲੱਗ ਪਈ ਸੀ ਤੇ ਰਘਬੀਰ ਨੇ ਸਾਨੂੰ ਕਿਹਾ, ਗੱਲ ਸੁਣੋ, ਮੇਰੇ ਕੋਲ ਇਸ ਤੋਂ ਕੀ ਤੁਰਿਆ ਜਾਣਾ। ਤੁਸੀਂ ਮੈਨੂੰ ਇੱਥੇ ਛੱਡ ਕੇ ਆਪਣੇ ਘਰਾਂ ਨੂੰ ਪਰਤ ਜਾਓ ਤੇ ਹੋ ਸਕੇ ਤਾਂ ਮੇਰੇ ਘਰ ਸੁਨੇਹਾ ਦੇ ਦਿਓ, ਕਿਉਂਕਿ ਰਘਬੀਰ ਦਾ ਸ਼ਰੀਰ ਸਾਥ ਛੱਡ ਗਿਆ ਸੀ। ਨਹੀਂ ਤਾਂ ਰਘਬੀਰ ਘਰੇ ਜ਼ਰੂਰ ਪਰਤਦਾ। ਅਸੀਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਈਰਾਨ ਦੀ ਰਾਜਧਾਨੀ ਦੇ ਇੱਕ ਗੁਰਦੁਆਰੇ ਤੱਕ ਪਹੁੰਚ ਗਏ। ਪਰ ਰਘਬੀਰ ਬੇਗਾਨੇ ਮੁਲਕ ਦੀਆਂ ਬਰਫਾਂ ਵਿੱਚ ਬਰਫ਼ ਹੋ ਗਿਆ। ਸ਼ਰੀਕਾਂ ਦੀ ਸ਼ਹਿ ਤੇ ਭਰਾਵਾਂ ਤੋਂ ਚੋਰੀ, ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ। ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ, ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ। ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ, ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ। ਪਿਆਰੇ ਡੈਡ, ਲੱਗਦਾ ਤਾਂ ਨਹੀਂ ਕਿ ਖਤ ਤੁਹਾਡੇ ਤੱਕ ਪੋਸਟ ਕਰ ਸਕਾਂਗਾ, ਪਰ ਲਿਖੇ ਬਗੈਰ ਰਹਿ ਵੀ ਨਹੀਂ ਸਕਦਾ। ਸ਼ਾਇਦ ਲਿਖ ਲੈਣ ਨਾਲ ਹੀ ਮਨ ਦੀਆਂ ਪੀੜਾਂ ਨੂੰ ਕੋਈ ਸਬਰ ਪੈ ਜਾਵੇ ਜਾਂ ਫਿਰ ਮਨ ਹਲਕਾ ਹੋ ਜਾਏ। ਡੈਡ, ਮੈਨੂੰ ਉਹ ਵੇਲਾ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਵਿਦੇਸ਼ ਜਾਣ ਲਈ ਘਰੋਂ ਚੱਲਿਆ ਸੀ। ਮਾਂ ਨੇ ਤੇਲ ਚੋ ਕੇ ਤੇ ਛੋਟੀ ਭੈਣ ਨੇ ਕੁੰਭ ਕਰਕੇ ਮੈਨੂੰ ਬਰੂਹਾਂ ਤੋਂ ਬਾਹਰ ਕੀਤਾ ਸੀ। ਤੇ ਡੈਡ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਵਿਛੜਨ ਵੇਲੇ ਆਪਾਂ ਰੋਏ ਵੀ ਸੀ। ਕਦੀ ਹੁਣ ਵੀ ਰੋ ਲੈਣਾ, ਪਰ ਇਕੱਲਾ ਹੀ। ਤੁਹਾਡੇ ਵੀ ਕੀ ਬਸ, ਮੈਂ ਤਾਂ ਤੁਹਾਡੇ ਨਾਲ ਵੀ ਕਾਹਲਾ ਸੀਗਾ ਵਿਦੇਸ਼ ਪਹੁੰਚਣ ਲਈ। ਦਰਅਸਲ ਆਪਣੇ ਲੋਕਾਂ 'ਚ ਵਾਹ ਐਸੀ ਚੱਲੀ ਹੋਈ ਸੀ ਤੇ ਹੁਣ ਵੀ ਹੈ ਕਿ ਸਾਨੂੰ ਆਪਣੇ ਸਾਰੇ ਰੋਗਾਂ ਦਾ ਇਲਾਜ ਇਹ ਯੂਰਪੀਅਨ ਕੰਟਰੀ ਜਾਂ ਅਮਰੀਕਾ ਕੈਨੇਡਾ ਵਗੈਰਾ ਹੀ ਦਿਸਦੇ ਨੇ। ਤੇ ਇਹੀ ਕਾਰਨ ਸੀ ਕਿ ਤੁਸੀਂ ਔਖੇ ਹੋ ਕੇ 5 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਤੇ ਮੈਂ BA ਦੀ ਪੜ੍ਹਾਈ ਵਿੱਚ ਛੱਡ ਕੇ ਏਜੰਟ ਤੇ ਕਹਿਣ ਤੇ ਘਰੋਂ ਤੁਰ ਪਿਆ ਅਣਜਾਣੇ ਰਾਹੀਂ। ਗੱਡੀ ਚੜਨ ਦੀ ਕਾਲ ਬੜੀ ਸੀ, ਕੀ ਕੁਝ ਰਹਿ ਗਿਆ ਪਿੱਛੇ, ਕੀ ਕੁਝ ਰਹਿ ਗਿਆ ਪਿੱਛੇ। ਸਭ ਤੋਂ ਪਹਿਲਾ ਝਟਕਾ ਮੈਨੂੰ ਉਦੋਂ ਲੱਗਾ ਜਦੋਂ ਦਿੱਲੀ ਜਾ ਕੇ ਏਜੰਟ ਤੇ ਕਹਿੰਦੇ ਮੈਨੂੰ ਆਪਣਾ ਮੁਸਲਿਮ ਬਣਾਉਣਾ ਪੈ ਗਿਆ। ਸੱਚ ਮੰਨਣਾ ਡੈਡ, ਮੈਂ ਉਸ ਦਿਨ ਨਾ ਹੀ ਚੱਜ ਨਾਲ ਸੌਂ ਸਕਿਆ ਤੇ ਨਾ ਹੀ ਚੱਜ ਨਾਲ ਕੁਝ ਖਾ ਸਕਿਆ। ਰਾਤੀ ਜਦੋਂ ਸੋ ਤੋਂ ਨੀਂਦ 'ਚ ਮੇਰਾ ਹੱਥ ਮੇਰੇ ਸਿਰ ਤੇ ਜਾਂਦਾ ਤਾਂ ਮੈਂ ਤਰਪਕ ਜਾਂਦਾ।
ਤੇ ਦਿਲ ਅੰਦਰੋਂ ਹੰਗਾਰਦਾ, ਪੁੱਤਰਾ ਅਜੇ ਤਾਂ ਪਰੇਸ਼ਾਨੀਆਂ ਦਾ ਆਗਾਜ਼ ਹੈ, ਐਵੇਂ ਦਿਲ ਥੋੜਾ ਕਰਕੇ ਭਾਵਕ ਨਾ ਹੋ। ਫਿਰ ਦਿੱਲੀ, ਬੰਬੇ, ਪ੍ਰਾਗ, ਮਾਸਕੋ, ਪਤਾ ਨਹੀਂ ਕਿੱਥੇ ਕਿੱਥੇ ਕਿਵੇਂ ਪਹੁੰਚੇ, ਕੀ ਕੁਝ ਖਾਧਾ, ਕੁਝ ਵੀ ਯਾਦ ਨਹੀਂ। ਕਈ ਥਾਂ ਟਿਕਾਣਿਆਂ ਦੇ ਤੇ ਨਾਂ ਵੀ ਯਾਦ ਨਹੀਂ, ਤੇ ਕਈਆਂ ਦੇ ਤੇ ਨਾ ਪਤਾ ਨਹੀਂ ਲੱਗੇ। ਤੇ ਫਿਰ ਸਭ ਤੋਂ ਵੱਧ ਪਰੇਸ਼ਾਨੀ ਉਦੋਂ ਹੁੰਦੀ ਸੀ ਜਦੋਂ ਏਜੰਟ ਆਪਣੇ ਦੱਸੇ ਸਮੇਂ ਅਨੁਸਾਰ ਨਾ ਮੁੜਦਾ। ਅਸੀਂ ਸੱਚ ਜਾਣੇ ਸੀ, ਔਰ ਕਈ ਵਾਰੀ ਤਾਂ ਏਜੰਟ 10-10 ਦਿਨ ਤੱਕ ਨਾ ਮੁੜਦਾ, ਤੇ ਸਾਨੂੰ 2-2, 3-3, 4-4 ਦਿਨ ਤੱਕ ਕੁਝ ਵੀ ਖਾਣ ਲਈ ਨਸੀਬ ਨਹੀਂ ਸੀ ਹੁੰਦਾ। ਤੇ ਫਿਰ ਇੱਕ ਏਜੰਟ ਸਾਨੂੰ ਦੂਸਰੇ ਏਜੰਟ ਦੇ ਸਪੁਰਦ ਕਰ ਦਿੰਦਾ, ਦੂਸਰਾ ਕਿਸੇ ਤੀਸਰੇ ਦੇ, ਤੀਸਰਾ ਕਿਸੇ ਹੋਰ ਦੇ। ਠੀਕ ਉਸੇ ਤਰ੍ਹਾਂ ਡੈਡ, ਜਿਵੇਂ ਪੁਰਾਣੇ ਸਮਿਆਂ 'ਚ ਇੱਕ ਠੱਗ ਠੱਗੀ ਕਰਨ ਤੋਂ ਬਾਅਦ ਗੱਡੀ 'ਚ ਬੈਠੇ ਮੁਸਾਫਰ ਨੂੰ ਕਿਸੇ ਦੂਸਰੇ ਠੱਗ ਕੋ ਵੇਚ ਜਾਇਆ ਕਰਦਾ ਸੀ, ਠੀਕ ਉਸੇ ਤਰ੍ਹਾਂ। ਖੈਰ ਉਹ ਦਿਨ ਵੀ ਆ ਗਿਆ ਜਦੋਂ ਅਸੀਂ ਆਪਣੀ ਮੰਜ਼ਿਲ ਵੱਲ ਪੈਦਲ ਚੱਲਣਾ ਸੀ। ਇਹਨੂੰ ਇੱਥੇ ਡੌਂਕੀ ਲਾਉਣਾ ਕਹਿੰਦੇ ਨੇ। ਡੌਂਕੀ ਲਾਉਣਾ ਤੋਂ ਭਾਵ ਕਿ ਇੱਕ ਮੁਲਕ 'ਚੋਂ ਦੂਸਰੇ ਮੁਲਕ 'ਚ ਐਂਟਰ ਹੋਣ ਲਈ ਉਹਨਾਂ ਰਸਤਿਆਂ 'ਤੇ ਚੱਲਣਾ ਜੋ ਨਾ ਤਾਂ ਰੇਲੀ ਹੋਵੇ, ਨਾ ਹੀ ਸੜਕੀ, ਤੇ ਨਾ ਹੀ ਹਵਾਈ, ਸਗੋਂ ਝਾੜ, ਜੰਗਲੀ, ਬਿਆਬਾਨ। ਸਾਨੂੰ ਕਿਹਾ ਗਿਆ ਕਿ ਸਾਨੂੰ ਸਿਰਫ 2 ਘੰਟੇ ਚੱਲਣਾ ਪਏਗਾ, ਤੇ ਰਾਤ ਦੇ ਹਨੇਰੇ 'ਚ ਅਸੀਂ ਤੁਰਨਾ ਸ਼ੁਰੂ ਕੀਤਾ। ਦਿਨ ਭਾਵੇਂ ਗਰਮੀਆਂ ਦੇ ਸਨ, ਪਰ ਠੰਡ ਕਾਫੀ ਸੀ, ਕਿਉਂਕਿ ਉੱਥੋਂ ਦੀਆਂ ਗਰਮੀਆਂ ਵੀ ਸਾਡੇ ਸਿਆਲਾਂ ਵਰਗੀਆਂ ਹੁੰਦੀਆਂ ਨੇ। ਫਿਰ 5.5 ਫੁੱਟ ਦੀ ਜਵਾਨ ਗੋਰੀ ਕੁੜੀ ਨੂੰ ਸਾਡੀ ਅਗਵਾਈ ਸੌਂਪੀ ਗਈ। ਅਸੀਂ ਸਮਝ ਗਏ ਕਿ ਸਾਡੀ ਗਾਈਡ ਹੈ, ਜਿੰਨਾ ਚੋਰ ਰਸਤਿਆਂ ਤੋਂ ਪੇਤੀ ਹੈ। ਤੇ ਫਿਰ ਕੀ ਸੀ, ਖਿੱਚ ਤੁਰੀ ਸਾਨੂੰ ਇਹਨਾਂ ਟੋਇਆਂ ਟਿੱਬਿਆਂ ਤੇ ਉਜਾੜ ਨੀਂਹ ਪੜੇ ਇਲਾਕਿਆਂ ਵਿੱਚੋਂ। ਉਹ ਬੋਤੇ ਵਾਂਗੂ ਉਛਲ ਕੇ ਚੱਲਦੀ ਪਈ ਸੀ। ਉਹਦੀ ਤੋਰੇ ਨਹੀਂ ਤਿੱਖੀ ਸੀ ਕਿ ਸਾਡਾ ਭੁੱਖ ਦੇ ਮਾਰਿਆਂ ਦਮ ਨਿਕਲ ਰਿਹਾ ਸੀ। ਸਾਡੇ ਵਿੱਚੋਂ ਕਿਸੇ ਦੀ ਵੀ ਤੋਰ ਹੌਲੀ ਤੇ ਕਹਿੰਦੀ, ਐ ਹਰੀ ਅਪ ਮੈਨ, ਜਲਦੀ ਕਰੋ, ਜਲਦੀ ਕਰੋ, ਕਿਉਂਕਿ ਸਾਨੂੰ ਤੁਰੰਤ ਤੋਂ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਜਿਹੜਾ ਆਦਮੀ ਵੀ ਥੱਕ ਹਾਰ ਕੇ ਰਸਤੇ 'ਚ ਬੈਠ ਗਿਆ, ਹੁਣ ਉਹਦੀ ਕਿਸਮਤ ਦੇ ਸਾਰੇ ਉੱਥੇ ਛੱਡ ਦਿੱਤਾ ਜਾਏਗਾ। ਝਾੜੀਆਂ ਚੁੰਡ ਕੋਲ ਜਾ ਕੇ ਕੁੜੀ ਰੁਕ ਗਈ ਤੇ ਬੋਲੀ, ए मैन, अब तुम लोग यहीं रुकेगा, मैं कल आवांगी सुबह 10 बजे। ਤੇ ਫਿਰ 2-4 ਹਦਾਇਤਾਂ ਕੀਤੀਆਂ ਤੇ ਉਹ ਕੁੜੀ ਤੁਰਦੀ ਬਣੀ। ਠੰਡ ਤੇ ਸਫ਼ਰ ਦੇ ਪੰਨੇ ਹੋਏ ਅਸੀਂ ਇੱਕ ਦੂਸਰੇ 'ਚ ਕੁਸੜ ਕੇ ਇੱਕ ਝਾੜੀਆਂ ਦੀ ਤਿਆੜ ਲਈ ਟੇਢੇ ਹੋ ਗਏ। ਨੀਂਦ ਤੇ ਥਕੇਵੇਂ ਨਾਲ ਸਾਡੀਆਂ ਅੱਖਾਂ ਦੇ ਸਿਰ ਬੋਝਲ ਹੋਏ ਪਏ ਸੀ। ਕਿਸੇ 'ਚ ਵੀ ਬੋਲਣ ਦੀ ਹਿੰਮਤ ਤੱਕ ਨਹੀਂ ਸੀ। सवेर हुई, कुदरती आसमान साफ से, छेती ही सूरज भी निकल आया। निकी निकी धुप ने हड्डां 'ਚ कुछ राह जी पछाउणी शुरू की। ठीक उस तरह डैड, जिवें अपने नहर वाले खेतों के चढ़ते पासे सियाल की निकी निकी धुप्पे न्योले अपने खुड्डां 'ਚ बाहर आके बैठ जाया करते सी। ठीक उस तरह असीं भी झाड़ियां नाल टेढ़े होए पए सी। फर्क सिर्फ इन्ना सी कि साडी हालत न्योलिਆਂ ਤੋਂ माड़ी सी। न्योले ज़ात ते बेखौफ हुंदे सी, पर ਅਸੀਂ डरे होए, सहमे होए, भुखण पाने, ਕਿਹੜਾ देश ਕਿਹੜੀ ਧਰती, कुछ भी तो याद नहीं सी। सानू सब हासे शुगल भुल चुके सी। ते फिर एक कहर होर वरतिया। मैनू दिन दे 10 बजे 5 पठ ताप चढ़ गया। कोई दवाई साडे कोल ना ही किसी को डॉक्टर को जाने की हिम्मत, ना ही कोई रस्ता। सिर्फ 2 बोतलां पानी दियां वजदियां सी। उन्हां विचों मेरे साथी मैनू 2-2 बूंदा करके पानी पिआउंदे रहे ते मेरे मत्थे ते गिल्लियां पट्टियां करते रहे। पर मेरा बुखार होर तेज हो रहा सी। मेरी हालत बिगड़ती जा रही सी। मेरी बिगड़ती हालत देख के मेरे दोस्त ने कहा, ओए क्यों ना चुक के हाईवे तक लै चलीए, की होएगा, पुलिस फड़ लेगी तो वो घट्टो घट्ट जान तो बाजू बेचारे दी, डॉक्टरी सहायता तो मिलू इनू, वो की होगा तो पुलिस फड़ के इंडिया भेज दू, वो घट्टो घट्ट इस आप सेड़ी नरकी कैद तो छुटकारा तो मिल जू। मैनू लगा कि मेरे साथी वाकई इस नरकी कैद तो उकता गए। एक पल तो मैं भी चाहा कि उन्होंने फैसला ठीक है, क्योंकि मेरी बिगड़ती हालत देख के वो ज़्यादा ही उधर गए सन। वो बस मैनू चुक के तुरने लगे सन डैड कि मैनू तेरा चेहरा साफ साफ नजर आया।
ਤੇਰੇ ਸਿਰ ਤੇ ਵੱਡੀ ਸਾਰੀ ਪੰਡ, ਤੂੰ ਉਸ ਪੰਡ ਦੇ ਪਾਰ ਥੱਲੇ ਕੁੱਬਾ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਤੂੰ ਤੁਰਦਾ ਜਾ ਰਿਹਾ, ਕਦਮ ਕਦਮ ਤੇ ਤੇਰਾ ਕੋ ਵੱਧਦਾ ਹੀ ਜਾ ਰਿਹਾ। ਫਿਰ ਮੈਨੂੰ ਮੇਰੇ ਨਾਲ ਦੇ ਸਾਥੀਆਂ ਦੇ ਬਾਪੂ ਦੇ ਚਿਹਰੇ ਮੇਰੀਆਂ ਅੱਖਾਂ ਅੱਗੇ ਉਗਲੇ ਦੁਗਲੇ ਨਜ਼ਰ ਆਉਣ ਲੱਗੇ। ਉਹਨਾਂ ਦੇ ਸਿਰ ਤੇ ਮੈਨੂੰ ਵੱਡੀਆਂ ਕਰਜ਼ੇ ਦੀਆਂ ਪੰਡਾਂ ਨਜ਼ਰ ਆਉਣ ਲੱਗੀਆਂ। ਮੇਰੇ ਮਨ ਅੰਦਰ ਇੱਕ ਤੁਰਤਰੀ ਜਾਗੀ। ਮੈਂ ਯਾਰ ਚੇਤਨਾ ਝੁੱਟ ਖੜਿਆ ਤੇ ਬੋਲਿਆ, ਭੋਲਿਓ ਉਹ ਤਾਂ ਆਪ ਹੀ ਹੈ ਨਾ, ਉਹ ਮੈਂ ਇਤਨਾ ਮਰਨ ਨਹੀਂ ਲੱਗਾ। ਉਹ ਜੱਟ ਦਾ ਪੋਤਾ ਜਿਗਰਾ ਰੱਖੋ। ਯਾਦ ਕਰੋ ਆਪਣੇ ਮਾਪਿਓ ਨੇ ਕਿੰਨੀਆਂ ਮੁਸੀਬਤਾਂ ਸਹਿ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ। ਜਿੱਥੇ ਪਿਛਲੇ 6-7 ਮਹੀਨਿਆਂ ਤੋਂ ਇਹ ਸਭ ਕੁਝ ਸਹਿੰਦੇ ਆ ਰਹੇ ਆ, ਉੱਥੇ ਕੋਈ ਦਿਨ ਹੋਰ ਸਬਰ ਕਰ ਲਓ। ਉਹ ਘੱਟੋ ਘੱਟ ਉਸ ਗੋਰੀ ਕੁੜੀ ਦੇ ਆਉਣ ਦਾ ਇੰਤਜ਼ਾਰ ਤਾਂ ਕਰੋ। ਉਹ ਜੇ ਕੁਝ ਕਰ ਸਕਦੇ ਹੋ ਨਾ ਤਾਂ ਇਦਾਂ ਕਰੋ, ਜਿਹੜੀ ਪਿੱਛੇ ਨਹਿਰ ਹੈ ਨਾ, ਉੱਥੋਂ ਜਾ ਕੇ ਪਾਣੀ ਥੋੜਾ ਹੋਰ ਲੈ ਆਓ ਤੇ ਮੇਰੇ ਮੱਥੇ ਤੇ ਗਿੱਲੀਆਂ ਪੱਟੀਆਂ ਕਰਦੇ ਰਹੋ ਬਸ। ਓਏ ਹਿੰਮਤ ਰੱਖੋ। ਹਿੰਮਤ ਤੇ ਹੌਸਲਾ ਮਰਦ ਦੇ ਅਸਲੀ ਗਹਿਣੇ ਹੁੰਦੇ ਆ। ਮੇਰੇ ਸਾਥੀ ਰੁਕ ਗਏ। ਉਹਨਾਂ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਰੌਣਕ ਪਰਤ ਆਈ, ਪਰ ਮੈਂ ਅੰਦਰੋਂ ਅੰਦਰੀ ਕਿਰਦਾ ਜਾ ਰਿਹਾ ਸੀ। ਫਿਰ ਉਹਨਾਂ ਵਿੱਚੋਂ ਇੱਕ ਸਾਥੀ ਲੁਕਦਾ ਲਗਾਉਂਦਾ ਜਾ ਕੇ ਉਸ ਨਹਿਰ ਤੋਂ ਪਾਣੀ ਲੈ ਆਇਆ ਤੇ ਮੇਰੇ ਮੱਥੇ ਤੇ ਗਿੱਲੀਆਂ ਪੱਟੀਆਂ ਕਰਨ ਲੱਗੇ। ਸ਼ਾਮ ਤੱਕ ਮੇਰਾ ਬੁਖਾਰ ਕਾਫੀ ਲੈ ਚੁੱਕਾ ਸੀ, ਪਰ ਨਵੀਂ ਬਿਪਤਾ ਦੋ ਪਈ ਜਦੋਂ ਗਾਈਡ ਕੁੜੀ ਸਮੇਂ ਸਿਰ ਨਾ ਪਹੁੰਚੀ। ਦਿਨ ਦੇ 10 ਵਜੇ ਤੋਂ ਬਾਅਦ ਦਾ ਪਲ ਪਲ ਸਾਨੂੰ ਹੋਰ ਔਖਾ ਲੱਗਦਾ ਜਾ ਰਿਹਾ ਸੀ। ਸਾਂਸਾਂ ਕਰਦੀ ਕਾਲੀ ਬੋਲੀ ਹਨੇਰੀ ਰਾਤ, ਅਣਜਾਣੀ ਧਰਤੀ, ਉਪਰਾ ਦੇਸ਼ ਤੇ ਉੱਤੋਂ ਹੁਣ ਕੀ ਉਹਦਾ ਖਤਰਾ ਸਾਨੂੰ ਚਿੰਤਾ ਦੀ ਕਬਰੀ ਪਾ ਰਿਹਾ ਸੀ ਕਿ ਮੈਨੂੰ ਤੁਹਾਡੀ ਯਾਦ ਆਈ ਡੈਡ, ਕਿ ਤੁਸੀਂ ਕੀ ਕਰਦੇ ਹੋਵੋਗੇ। ਖੇਤਾਂ 'ਚ ਕੀ ਫਸਲਾਂ ਹੋਣਗੀਆਂ। ਤੁਸੀਂ ਸਾਡੀ ਖਾਤਰ ਕਿੱਥੇ ਮੱਥੇ ਰਗੜੇ ਹੋਣਗੇ, ਕੀ ਦੁਆਵਾਂ ਮੰਗੀਆਂ ਹੋਣਗੀਆਂ। ਤੇ ਸਭ ਕੁਝ ਸੋਚਦੇ ਮੇਰਾ ਰੋਣ ਨਿਕਲ ਗਿਆ ਡੈਡ। ਗੱਡੀ ਚੜਨ ਦੀ ਕਾਲ ਬਣੀ ਸੀ, ਕੀ ਕੁਝ ਰਹਿ ਗਿਆ ਉੱਥੇ। ਪਲਾਂ ਛਿਣਾ ਵਿੱਚ ਛੱਡ ਆਏ ਸਾਂ ਯੁਗਾਂ ਦੀਆਂ ਥਾਵਾਂ। ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ ਇਸ ਵੇਲੇ, ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁੱਤਰਾਂ ਲਾਗੇ ਮਾਵਾਂ। ਮੇਰੇ ਸਾਥੀਆਂ ਦਾ ਹਾਲ ਵੀ ਮੇਰੇ ਵਰਗਾ ਸੀ। ਖੈਰ 12 ਵਜੇ ਜਾ ਕੇ ਜਦੋਂ ਕੁੜੀ ਵਾਪਸ ਆਈ ਤਾਂ ਸਾਨੂੰ ਕੋਈ ਟਾਰਸ ਮਹਿਸੂਸ ਹੋਈ। ਸਾਨੂੰ ਕੋਈ ਜ਼ਿਆਦਾ ਨਹੀਂ ਸੀ ਤੋਰਿਆ ਗਿਆ, ਇਹ ਕੋਈ 3-4 ਘੰਟੇ ਤੋਰਿਆ ਗਿਆ ਸੀ। ਸਾਹਮਣੇ ਉਹਦੀ ਸੜਕ ਤੋਂ ਪਹਿਲਾਂ ਉਹਨੇ ਸਾਨੂੰ ਰੋਕ ਦਿੱਤਾ ਤੇ ਆਪ ਅੱਗੇ ਵਧੀ। ਅੱਗੋਂ ਉਹਨੂੰ ਇੱਕ ਹਰੀ ਲਾਈਟ ਦਾ ਸਿਗਨਲ ਮਿਲਿਆ। ਸਾਹਮਣੇ ਇੱਕ ਟਰੱਕ ਵਾਲਾ ਖੜਾ ਸੀ। ਟਰੱਕ ਵਾਲੇ ਨੇ ਸਾਨੂੰ ਟਰੱਕ 'ਚ ਬੈਠਣ ਦਾ ਇਸ਼ਾਰਾ ਕੀਤਾ ਤੇ ਉਸ ਕੁੜੀ ਨਾਲ ਕੁਝ ਲੈਣ ਦੇਣ ਕੀਤਾ ਤੇ ਕੁੜੀ ਕਾਰ 'ਚ ਬਹਿ ਕੇ ਚੱਲਦੀ ਬਣੀ। ਸਵਾ ਘੰਟੇ ਬਾਅਦ ਉਹ ਟਰੱਕ ਵਾਲਾ ਸਾਨੂੰ ਇੱਕ ਬਹੁਤ ਵੱਡੇ ਮਕਾਨ 'ਚ ਲੈ ਆਇਆ। ਇਹ ਕੋਈ ਮਕਾਨ ਨਹੀਂ ਸੀ, ਇਹ ਇੱਕ ਫਾਰਮ ਹਾਊਸ ਸੀ। ਇੱਥੇ ਸਾਡੇ ਉੱਚੀ ਬੋਲਣ ਤੇ ਇੱਕ ਦੂਸਰੇ ਨਾਲ ਗੱਲਬਾਤ ਕਰਨ ਤੇ ਬਿਲਕੁਲ ਮਨਾ ਹੀ ਸੀ। ਸਿਰ ਤੇ ਛੱਤ ਵੇਖ ਕੇ ਕੁਝ ਟਾਰਸ ਤਾਂ ਮਹਿਸੂਸ ਕੀਤੀ, ਪਰ ਅਸੀਂ ਪੈ ਮੁਕਤ ਨਹੀਂ ਸੀ ਹੋਏ। ਸਧਾਰਨ ਜਿਹਾ ਕੁਝ ਖਾਣ ਲਈ ਦਿੱਤਾ ਗਿਆ, ਪਰ ਸਾਡੀ ਤਾਂ ਭੁੱਖ ਮਰ ਚੁੱਕੀ ਸੀ। ਫਿਰ ਅਗਲੀ ਸਵੇਰੇ ਇੱਕ ਬੁੱਢੀ ਔਰਤ ਗੱਡੀ ਲੈ ਕੇ ਆਈ। ਉਹਦੇ ਨਾਲ ਇੱਕ ਪੰਜਾਬੀ ਬੰਦਾ ਸੀ। ਉਸ ਬੰਦੇ ਨੇ ਉਹਨੇ ਕੁਝ ਪੇਪਰ 'ਚ ਫੋਲੇ ਤੇ ਕੁਝ ਨਾ ਪੜ੍ਹੇ। ਸਭ ਤੋਂ ਪਹਿਲਾਂ ਉਹਨੇ ਮੇਰਾ ਨਾਂ ਪੜ੍ਹਿਆ। ਕਹਿਣ ਲੱਗਾ, ਆ ਦਿਲਾਵਰ ਬਈ, ਸਭ ਤੋਂ ਪਹਿਲਾਂ ਤੇਰੀ ਵਾਰੀ ਹੈ ਤੇ 2-2 ਘੰਟੇ ਬਾਅਦ ਮੋਹਨ ਤੇ ਰਕੇਸ਼ ਤਿਆਰ ਰਹਿਣਗੇ। ਅੱਜ ਸ਼ਾਮ ਤੱਕ ਤੁਹਾਨੂੰ ਸਾਰਿਆਂ ਨੂੰ ਜਰਮਨੀ ਪਹੁੰਚਾ ਦਿਆਂਗੇ। ਤੇ ਅਸੀਂ ਇੱਕ ਅਣਜਾਣੇ 'ਚ ਡਰ ਕੇ ਡੈਡ, ਕਿਉਂਕਿ ਪਿਛਲੇ 6-7 ਮਹੀਨਿਆਂ ਤੋਂ ਅਸੀਂ ਸਾਰਿਆਂ ਨੇ ਹਰ ਦੁੱਖ ਸੁੱਖ ਇਕੱਠਿਆਂ ਹੰਢਾਇਆ ਸੀ। ਮੁਸੀਬਤਾਂ ਨੇ ਸਾਡੇ ਅੰਦਰ ਇੱਕ ਮੋਹ ਦੀ ਤੰਦ ਪੈਦਾ ਕਰ ਦਿੱਤੀ ਸੀ, ਪਰ ਅੱਜ ਇਕੱਲੇ ਹੋਣ ਦਾ ਡਾਢਾ ਦੁੱਖ ਸੀ। ਖੈਰ ਮਜਬੂਰੀ। ਮੈਨੂੰ ਛੇਤੀ ਕਰਨ ਵਾਸਤੇ ਕਿਹਾ ਗਿਆ, ਪਰ ਮੈਂ ਜਿਵੇਂ ਹੀ ਉਸ ਗੱਡੀ 'ਚ ਬੈਠਣ ਲੱਗੇ ਵਧਿਆ ਤਾਂ ਮੈਂ ਦੇਖਿਆ ਕਿ ਗੱਡੀ ਦੀ ਪਿਛਲੀ ਸੀਟ ਤਾਂ ਫਟੀ ਹੋਈ ਸੀ। ਇਹ ਕੋਈ ਸੀਟ ਨਹੀਂ ਸੀ, ਇਹ ਤਾਂ ਇੱਕ ਬਕਸਾ ਤੇ ਬਣਿਆ ਹੋਇਆ ਸੀ। ਮੈਨੂੰ ਇਸ ਬਕਸੇ 'ਚ ਵੜਨ ਲਈ ਕਿਹਾ ਗਿਆ, ਪਰ ਮੈਂ ਠੱਡਾ ਭਰ ਗਿਆ ਕਿਉਂਕਿ ਉਹ ਬਕਸਾ ਤਾਂ ਮੇਰੇ ਕਦ ਨਾਲੋਂ ਕਿਤੇ ਛੋਟਾ ਸੀ। ਮੈਨੂੰ ਜੱਕੋ ਤੱਕ ਹੀ ਦੇਖ ਕੇ ਪੰਜਾਬੀ ਬੰਦਾ ਕਹਿਣ ਲੱਗਾ, ਓਏ ਛੇਤੀ ਕਰ, ਤੇਰੇ ਤੋਂ ਪਾਰੇ ਬੰਦੇ ਵੀ ਇਸ ਬਕਸੇ 'ਚ ਪਾ ਕੇ ਛੱਡੀ ਦੇ ਨੇ। ਕਿੱਦਾਂ ਕਰ, ਵੱਖੀ ਪਾ ਟੇਢਾ ਹੋ ਜਾ ਤੇ ਗੋਡੇ ਲਾ ਛਾਤੀ ਨਾ, ਤੇ ਉਹ ਸੁਰਾਖ ਦੀ ਦੇ ਨਾ, ਉਹਦੇ ਨਾਲ ਆਪਣਾ ਨੱਕ ਲਾ ਲਈ। ਤੇ ਯਾਦ ਰੱਖੀ, ਰਸਤੇ 'ਚ ਕਿਤੇ ਚੂ ਤੱਕ ਨਹੀਂ ਕਰਨੀ, ਖੰਘਣਾ ਤੱਕ ਨਹੀਂ, ਖਾਸ ਕਰਕੇ ਜਦੋਂ ਕਿਤੇ ਗੱਡੀ ਖੜੀ ਹੋਵੇ।
ਮੇਰੇ ਮਨ ਨੇ ਘੇਰ ਜੀ ਖਾਧੀ। ਮੈਂ ਅਣਮੰਨੇ ਮਨ ਨਾਲ ਉਸ ਬਕਸੇ ਵੱਲ ਵਧਿਆ। ਵਾਹਿਗੁਰੂ, ਵਾਹਿਗੁਰੂ, बहुत गुल खिले ने निगाहां तो चोरी, किधर जान महका हवावां तो चोरी, किसे होर धरती ते वरदा रिया मैं, तेरे दुख दे ख्वाबां ते चावां तो चोरी। गड्डी चली ने सिर्फ 15 मिनट ही हुए होंगे कि मेरा साह औखा होने लग पिया। मेरा दिल करे कि मैं जोर लाके बक्सा पार सुटा। एक बार तो शरीर ने त्रीजी वटी पर मैं असफल रहा। मेरा साह औखा होने लगा। मैं हथा ने जोर लाके, पिट दा जोर लाके, लत्तां दा जोर लाके जोर जोर दी बक्सा तकदा पिया सी। पर डैड, बक्सा तक सूत्र भी ना खुलिया। गड्डी रोको भाई, गड्डी रोको भाई, गड्डी रोको भाई। और मेरा साह कुटता, मैंने बाहर कटो। और गड्डी रोको भाई, मैंने बाहर कटो। और गड्डी रोको भाई, और मैं मर जाएगा। मेरा साह कुटता, मैंने बाहर कटो। और गड्डी रोको भाई, मैंने बाहर कटो। और मैं मर जाएगा। और रब दा वास्ता मैंने बाहर कटो। पर किसी ने मेरी आवाज तक ना सुनी। मैंने लगा कि मैं 5-7 मिनट तक पराना है, क्योंकि मेरा साह होर ही औखा होने लगा। फिर मेरा नक उस बक्से च बड़े सुराग ना जा लगा ते हौली हौली साह लैन दी प्रक्रिया शुरू होने लगी। ਤੇ फिर पता नहीं कितों मैनू अपने पिंड वाले नामे चिटकई की याद आई। वो कदी कदी साडी हवेली के मूहरे लंघिया करता सी। उन्हें साइकिल पिछे एक टोकरी बनी हुंदी सी तो उस टोकरी च उन्हें एक बकरी नुड़ी हुंदी सी। पर बकरी तो 2-3 मिनट बाद हुक्कली ची मार के वह दी आवाज़ कर लेंदी सी। पर इत्थे तो बोलन की भी मनाही सी। मैनू लगा कि जिवें मैं भी कोई बकरी होवां ते बक्सा नामे चिटकई ते साइकिल पिछे बन्निया है टोकरा। मैनू लगा कि जिवें मेरे पिंडे ते सारे काले काले वाल उगाए हो तो मेरे अंदर एक धुन जी निकलन लगे। फिर मैं देखा कि कोई हथ मेरे वाल वध रहे सन। मेरी अखां नूं देख रही सन पर मेरे च ना बोलने की हिम्मत सी ते ना ही अपने शरीर नूं हिलाउण दी। उस बुढ़ी औरत ने मैनू हाथ दा सहारा दे के उस बक्से चों बाहर कढ़िया। मेरी लत्तां सीधियां कीतियां ते मेरियां बाहां भी सीधियां कीतियां। तो फिर कुछ मिठा जब पीन नहीं दिता। वो पीन तो बाद मैनू एहसास होया कि मैं जिंदा हाँ। मैनू अपना आप जिंदा जा लगा। फिर उतों मैंने एक दूसरी गड्डी च बिठाया गया तो क्या कि रस्ते च अगर पुलिस पूछे तो तू कहना लिफ्ट लई सी ते सिर्फ गुरुद्वारे तक जाना। पर इसकी लोड़ ही नहीं पई। गुरुद्वारे पहुंच के उन्होंने मैंने गड्डी च उतारिया
ਤੇ ਗੱਡੀ ਸਟਾਰਟ ਕੀਤੀ ਤੇ ਚੱਲਦੇ ਬਣੇ। ਸਵੇਰ ਦਾ ਸਮਾਂ ਸੀ ਜਿਸ ਤੋਂ ਮੈਂ ਅੰਦਾਜ਼ਾ ਲਾਇਆ ਕਿ ਮੈਂ ਜ਼ਿਆਦਾ ਨਹੀਂ ਤੇ ਘੱਟੋ ਘੱਟ 5 ਘੰਟੇ ਇਸ ਬਕਸੇ 'ਚ ਰਿਹਾ ਹੋਵਾਂਗਾ। ਤੌਬਾ ਤੌਬਾ, 5 ਘੰਟੇ। ਗੁਰਦੁਆਰੇ ਪਹੁੰਚ ਕੇ ਮੈਨੂੰ ਉਹ ਪੰਜਾਬੀ ਬੰਦਾ ਮਿਲਿਆ। ਉਹਨੇ ਮੇਰੇ ਤਾਏ ਨੂੰ ਫੋਨ ਕੀਤਾ ਤੇ 1 ਘੰਟੇ ਬਾਅਦ ਤਾਇਆ ਮੈਨੂੰ ਲੈਣ ਆ ਗਿਆ। ਤਾਇਆ ਨੇ ਕੰਮ ਤੇ ਜਾਣਾ ਸੀ, ਤਾਇਆ ਮੈਨੂੰ ਘਰੇ ਛੱਡ ਕੇ ਕੰਮ ਤੇ ਚਲਾ ਗਿਆ। ਸ਼ਾਮੀ ਤਾਇਆ ਵਾਪਸ ਆਇਆ ਤਾਂ ਮੈਨੂੰ ਕਹਿਣ ਲੱਗਾ, ਵੀ ਦਿਲਾਵਰ ਤੈਨੂੰ ਬੜਾ ਤੇਜ਼ ਬੁਖਾਰ ਸੀ, ਇਸ ਕਰਕੇ ਮੈਂ ਨਾ ਅੱਧੇ ਦਿਨ ਦੀ ਛੁੱਟੀ ਲੈ ਕੇ ਤੇਰੇ ਘਰੇ ਖਬਰ ਕਰ ਦਿੱਤੀ ਹੈ ਕਿ ਦਿਲਾਵਰ ਮੇਰੇ ਕੋਲ ਠੀਕ ਠਾਕ ਪਹੁੰਚ ਗਿਆ ਹੈ। ਮੈਂ ਸਮਝ ਗਿਆ ਡੈਡ ਕਿ ਡੈਡ ਹੋਰੀ ਹੁਣ ਤੇ ਜਸ਼ਨ ਮਨਾ ਰਹੇ ਹੋਣਗੇ, ਭੰਗੜੇ ਪਾ ਰਹੇ ਹੋਣਗੇ ਕਿ ਉਹਨਾਂ ਦਾ ਪੁੱਤ ਜਰਮਨ ਪਹੁੰਚ ਗਿਆ। ਖੈਰ ਤਾਇਆ ਨੇ ਮੈਨੂੰ ਆਪਣੇ ਘਰ 4-5 ਦਿਨ ਰੱਖਿਆ, ਮੇਰੇ ਤਾਪ ਦਾ ਇਲਾਜ ਵੀ ਕੀਤਾ, ਖਾਣ ਪੀਣ ਲਈ ਵੀ ਦਿੱਤਾ, ਔਰ ਤਾਈ ਦਾ ਸੁਭਾਅ ਕੁਝ ਰੁੱਖਾ ਜਿਹਾ ਸੀ। ਕੁਝ ਦਿਨਾਂ ਬਾਅਦ ਤਾਇਆ ਮੈਨੂੰ ਇੱਕ ਦਫ਼ਤਰ 'ਚ ਲਿਆਇਆ। ਇਹ ਪੋਲੀਟੀਕਲ ਸਟੇ ਲੈਣ ਵਾਸਤੇ ਸਰਕਾਰੀ ਦਫ਼ਤਰ ਸੀ। ਇੱਥੇ ਮੇਰੇ ਤੋਂ ਪਹਿਲਾਂ ਲੋਕ ਲੰਮੀਆਂ ਕਤਾਰਾਂ 'ਚ ਖੜੇ ਸੀ। ਉਹਨਾਂ ਨੇ ਮੈਨੂੰ 1 ਮਹੀਨੇ ਦੀ ਡੇਟ ਦੇ ਕੇ ਤੇ ਮੈਨੂੰ ਮੇਰੇ ਨਾਲ ਦੇ ਨਾਲ ਹੀ ਗੱਡੀਆਂ 'ਚ ਬਿਠਾ ਕੇ ਸ਼ਹਿਰ ਤੋਂ ਬਾਹਰ ਬਣੇ ਖੁੱਲੇ ਕ੍ਰੈਸ਼ਾਂ ਛੱਡ ਦਿੱਤਾ ਤੇ ਨਾਲ ਦੇ ਦਿੱਤੇ ਕੁਝ ਕੂਪਨ ਖਾਣ ਪੀਣ ਦਾ ਸਮਾਨ ਖਰੀਦਣ ਲਈ। ਮੈਂ ਵਾਪਸ ਤਾਏ ਕੋਲ ਨਹੀਂ ਗਿਆ ਕਿਉਂਕਿ ਟੋਲ ਦੋਨੇ ਸਾਹਮਣੇ ਲੱਗਦੇ ਨੇ। ਫਿਰ ਮੈਂ ਕੰਮਕਾਰ ਦੀ ਤਲਾਸ਼ 'ਚ ਇੱਧਰ ਉੱਧਰ ਭੱਜਣ ਲੱਗਾ। ਉਹਨਾਂ ਦਿਨਾਂ 'ਚ ਕੁਝ ਮੁੰਡੇ ਬੈਲਜੀਅਮ ਜਾ ਰਹੇ ਸੀ, ਮੈਂ ਵੀ ਉਹਨਾਂ ਦੇ ਨਾਲ ਬੈਲਜੀਅਮ ਪਹੁੰਚ ਗਿਆ। ਇੱਥੇ ਆ ਕੇ ਮੈਂ ਦੇਖਿਆ ਕਿ ਪੋਲੀਟੀਕਲ ਸਟੇ ਲੈਣ ਵਾਲੇ ਦਫ਼ਤਰ ਦੇ ਖੁੱਲ੍ਹਣ ਤੋਂ ਪਹਿਲਾਂ ਲੋਕ ਲੰਮੀਆਂ ਕਤਾਰਾਂ 'ਚ ਖੜੇ ਸੀ। ਨੋ ਪੇਪਰਸ, ਨੋ ਪਾਸਪੋਰਟ। ਜਦੋਂ ਮੈਂ ਅੰਦਰ ਦਾਖਲ ਹੋਇਆ ਤਾਂ ਮੁੱਢਲੀ ਪੁੱਛਗਿੱਛ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੀ ਤਲਾਸ਼ੀ ਲਈ ਤਾਂ ਮੇਰੀ ਜੇਬ 'ਚੋਂ ਜਰਮਨ ਕੂਪਨ ਨਿਕਲ ਆਇਆ। ਫਿਰ ਕੀ ਸੀ, ਉਹਨਾਂ ਨੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੈਨੂੰ ਮਾਰਿਆ ਤਾਂ ਨਹੀਂ, ਪਰ ਸਾਲੇ ਨੇ ਜਲੀਲ ਬਹੁਤ ਕੀਤਾ। ਮੈਨੂੰ ਇੱਕ ਠੰਡੇ ਜਿਹੇ ਕਮਰੇ 'ਚ ਬੰਦ ਕਰ ਦਿੱਤਾ, ਜਿੱਥੋਂ ਕਰ ਦਿੱਤਾ ਅਲਫ ਨੰਗੀਆਂ। ਉਸ ਵੇਲੇ ਮੇਰੀ ਮਾਨਸਿਕ ਦਸ਼ਾ ਕੀ ਸੀ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਜੇਲ੍ਹ 'ਚੋਂ ਰਿਹਾ ਹੋ ਕੇ ਮੈਂ ਆਪਣਾ ਨਾਮ ਬਦਲ ਕੇ, ਹੁਲੀਆ ਬਦਲ ਕੇ ਤੇ ਪੱਗ ਬਣ ਕੇ ਦੁਬਾਰਾ ਉਸੇ ਹੀ ਦਫ਼ਤਰ ਦੀ ਲਾਈਨ 'ਚ ਜਾ ਲੱਗਾ। ਇਸ ਵਾਰ ਇਹਨਾਂ ਨੇ ਮੈਨੂੰ 3 ਮਹੀਨੇ ਦੀ ਤਰੀਕ ਦੇ ਦਿੱਤੀ ਤੇ ਨਾਲ ਦੇ ਤੱਕ ਚਿੱਟਾ ਜਿਹਾ ਪੇਪਰ। ਮੈਂ ਸੋਸ਼ਲੀ ਅਪਲਾਈ ਕੀਤਾ ਤੇ ਕਿਰਾਏ ਦਾ ਕਮਰਾ ਸ਼ੁਰੂ ਕੀਤਾ। 1 ਮਹੀਨੇ ਬਾਅਦ ਮੈਨੂੰ 19,000 ਇੰਡੀਅਨ ਰੁਪਈਆਂ ਦੇ ਬਰਾਬਰ ਮਹੀਨੇ ਦੀ ਸਹਾਇਤਾ ਮਿਲਣੀ ਸ਼ੁਰੂ ਹੋ ਗਈ। ਮਨ ਨੇ ਸੋਚਿਆ ਚਲੋ ਕਿਸੇ ਟਿਕਾਣੇ ਤੇ ਲੱਗੇ, ਪਰ ਕਿੱਥੇ। 2 ਮਹੀਨੇ ਬਾਅਦ ਜਦੋਂ ਮੈਂ ਦੁਬਾਰਾ ਉਸੇ ਦਫ਼ਤਰ 'ਚ ਪੇਸ਼ ਹੋਇਆ ਤਾਂ ਤਗੜਿਆਂ ਨੇ 5 ਦਿਨਾਂ ਦਾ ਕੰਟਰੀ ਆਊਟ ਦਾ ਨੋਟਿਸ ਮੇਰੇ ਹੱਥੇ ਥਮਾ ਦਿੱਤਾ। ਫਿਰ ਕੀ ਸੀ, ਫਿਰ ਵਕੀਲ ਕੀਤਾ, ਫਿਰ 4 ਮਹੀਨੇ ਲਈ ਕੇਸ ਉੜ ਗਿਆ ਤੇ ਅੱਜ ਮੈਂ ਫਿਰ ਉਸੇ ਦਫ਼ਤਰ 'ਚ ਪੇਸ਼ ਹੋਇਆ। ਆਪਣੇ ਦੋਸਤਾਂ ਦੇ ਕਹਿਣ ਤੇ ਮੈਂ ਆਪਣੀ ਉਂਗਲਾਂ ਦੇ ਪੋਟੇ ਤੱਤੇ ਤਵੇ ਤੇ ਸੜਦਾ ਰਿਹਾ ਸੀ ਤਾਂ ਜੋ ਫਿੰਗਰਪ੍ਰਿੰਟ ਬਦਲ ਸਕਣ। ਵੱਡਾ ਸੇਕ ਲੱਗਦਾ ਸੀ ਨਾ ਤਾਂ ਬੜੀ ਤਕਲੀਫ ਹੁੰਦੀ ਸੀ। ਫਿਰ ਕਿਸੇ ਪੋਟੇ ਚੰਗੀ ਤਰ੍ਹਾਂ ਸੜ ਨਾ ਸਕੇ, ਫਿਰ ਫੜਿਆ ਗਿਆ। ਇਸ ਵਾਰ ਇਹਨਾਂ ਨੇ ਮੈਨੂੰ 28 ਦਿਨਾਂ ਲਈ ਜੇਲ੍ਹ 'ਚ ਭੇਜ ਦਿੱਤਾ। ਕਿਹੜੀ ਜੇਲ੍ਹ ਹੈ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਜਾਣਦਾ, ਪਰ ਮੈਂ ਨਾ ਜਾਣਦਾ ਕਿ ਇੱਥੇ ਪੰਜਾਬੀ ਮੈਂ ਇਕੱਲਾ ਹੀ ਹਾਂ। ਪਰ ਡੈਡ ਤੂੰ ਚਿੰਤਾ ਨਾ ਕਰ, ਐਡੀ ਛੇਤੀ ਮੈਂ ਇਹਨਾਂ ਤੋਂ ਮਗਰੋਂ ਨਹੀਂ ਲੈਣ ਵਾਲਾ। ਤੇਰਾ ਸਾਰਾ ਕਰਜ਼ਾ ਉਤਾਰ ਕੇ ਮੁੜੂੰਗਾ। ਤੇ ਨਾਲੇ ਡੈਡ ਆਪਾਂ ਫਿਰਨੀ ਤੇ ਕੋਠੀ ਪਾਉਣ ਦੀ ਸਦਰ ਵੀ ਤਾਂ ਪੂਰੀ ਕਰਨੀ ਹੈ ਨਾ। ਉਸ ਕੋਠੀ 'ਚ ਰਹਿ ਕੇ ਮੈਨੂੰ ਕਦੀ ਕੋਈ ਸੁੱਖ ਦੀ ਕੜੀ ਨਸੀਬ ਹੋਏਗੀ ਕਿ ਨਹੀਂ, ਇਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ। ਪਰ ਡੈਡ ਤੈਨੂੰ ਯਾਦ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਤੂੰ ਝੋਨੇ ਦੇ ਖੇਤ 'ਚ ਕੱਦੂ ਕਰਿਆ ਕਰਦਾ ਸੀ ਤੇ ਮੈਂ ਕੱਚਾ ਪਾਈ ਤੇਰੇ ਪਿੱਛੇ ਵੱਟਾ ਬਨੇ ਚੇਪੇ ਕਰਦਾ ਸੀ ਤੇ ਕੀ ਧੁੱਪ ਹੁੰਦੀ ਸੀ। ਮਾਂ ਤੇ ਨਿੱਕੀ ਰੋਟੀ ਲੈ ਕੇ ਆਉਂਦੀਆਂ ਸਨ ਤੇ ਆਪਾਂ ਸਾਰੇ ਜਾਣੇ ਚੱਲਦੀ ਮੋਟਰ ਲਾ ਕੇ ਤੂੰ ਥੱਲੇ ਬੈਠ ਕੇ ਰੋਟੀ ਖਾਇਆ ਕਰਦੇ ਸੀ। ਉਸ ਵਰਗੀ ਸੁੱਖ ਦੀ ਘੜੀ ਤਾਂ ਸ਼ਾਇਦ ਮੈਨੂੰ ਜ਼ਿੰਦਗੀ 'ਚ ਕਦੀ ਨਸੀਬ ਨਹੀਂ ਹੋਏਗੀ, ਸ਼ਾਇਦ ਕਦੀ ਵੀ ਨਹੀਂ। ਹਾਂ, ਨਿੱਕੀ ਨੂੰ ਦੱਬ ਕੇ ਪੜਾਇਓ। ਤੁਹਾਡਾ ਆਪਣਾ ਦਿਲਾਵਰ। मारू थल चो भज आया मैं,
ਆਪਣੇ ਪੈਰ ਬਚਾ ਕੇ, ਪਰ ਉੱਥੇ ਹੀ ਰਹਿ ਗਈਆਂ ਜੋ ਸਨ। ਮੇਰੀ ਖਾਤਰ ਰਾਵਾਂ ख्वाबां विच एक बूहा वेखा बंद, ते उस दे अगे कई हजार रुलदियां चिट्ठियां ते मेरा सिरनामा। गड्डी चढ़न दी काल बड़ी सी, की कुछ रह गया पिछे। कीता लोड़ीए कम सो हर पै आखिए, कारज दे सवार सतगुर सच साखिए। कीता लोड़ीए कम सो हर पै आखिए, कारज दे सवार सतगुर सच। और चल बई शिंगारिया, हुण तेरी वारी है लावा लेने दी। चल जल्दी कर। ओहो यार पैग बाद च ला ली। शिंगारिया यार तू ते ना लीड़े च बड़ा वधिया लगन डिया है। ओ तू ते सच्ची मुच्ची दा लाड़ा लगन डिया कंजरा। ओए वेखी किते भरा मार ना करनी। ओ चल यार सभी जल्दी कर यार। ओ तू की ओह गल बस ढिजकू चक सपीटा यार। उधर भाई जी कीता लोड़ीए कम गा गा के हंब गया। चल जल्दी कर ला, छेती कर बई। ओए हाँ बई मुड़ियो, इदा करो बई आ दरियां चुके ना इहते चादरां विछा दिओ। ओ नाले गल सुनो, ओए कंधा ते भी पर्दे पा दिओ। ओए गल सुन मूवी वाला इधर आ, मेरी गल सुन ला ध्यान दे नाल। आ बीड़ साहब चुक के इहदा मूंह इधर कर दिओ। नाले गल सुन आ पौड़ियां नहीं आउणियां चाहीदियां, सारा काम बड़े त्यात ना करना। नाले गल सुन लावां दे कल्ले क्लोज अप लेने आ, ओ बाकी आपां मिक्सिंग कर लांगे ओ जिद्दां करदे हुन्ने आ हैं। जे किते जरा जिन्ना भी शक अंबैसी वाले नूं पै गया ना, ओ यार कीती कराई ते पानी फिर जाना। ओए हाँ बई मुड़ियो, ओए गल सुनो इधर। ਇਹ ਜੋ ਮੋਰਾ ਵਾਂਗੂ ਪਹਿਲਾਂ ਪਾ ਰਿਹਾ ਹੈ ਨਾ, ਇਹ ਮੇਰਾ ਪਤੀ ਹੈ ਸਰਵਨ। ਤੇ ਹੁਣ ਮੇਰੇ ਤੀਸਰੇ ਤੇ ਨਕਲੀ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਮੈਂ ਵੀ ਸਰਵਨ ਦੇ ਨਾਲ ਕੈਨੇਡਾ ਜਾ ਸਕਾਂ। ਅੱਜ ਤੋਂ 5 ਸਾਲ ਪਹਿਲਾਂ ਮੇਰੇ ਮਾਂ-ਬਾਪ ਨੇ ਸਰਵਨ ਨਾਲ ਮੇਰਾ ਵਿਆਹ ਕਰ ਦਿੱਤਾ, ਇਹ ਸੋਚ ਕੇ ਕਿ ਸਰਵਨ ਦੀ ਕੈਨੇਡਾ ਰਹਿੰਦੀ ਭੈਣ ਇੱਕ ਨਾ ਇੱਕ ਦਿਨ ਉਸ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਤੇ ਇੰਜ ਹੀ ਹੋਇਆ। ਵਿਆਹ ਤੋਂ 6 ਮਹੀਨੇ ਬਾਅਦ ਹੀ ਸਰਵਨ ਆਪਣੇ ਆਪ ਨੂੰ ਬੇਰੁਜ਼ਗਾਰ ਤੇ ਕੁਵਾਰਾ ਦੱਸ ਕੇ ਕੈਨੇਡਾ ਚਲਾ ਗਿਆ ਤੇ ਪਿੱਛੇ ਰਹਿ ਗਈ ਮੈਂ, ਨਾ ਵਿਆਹੀ ਤੇ ਨਾ ਕੁਵਾਰੀ। ਹੁਣ 5 ਸਾਲ ਬਾਅਦ ਵਾਪਸ ਆਇਆ ਹੈ ਆਪਣਾ ਪਤੀ ਵਰਤਾ ਧਰਮ ਨਿਭਾਉਣ ਲਈ ਤੇ ਮੈਨੂੰ ਨਾਲ ਲੈ ਕੇ ਜਾਣ ਲਈ। ਸਾਡੇ ਦੋਹਾਂ ਦੀ ਇੱਕ ਬੱਚੀ ਵੀ ਹੈ, ਅਮੋਲ। ਅਮੋਲ ਵੀ ਕੈਨੇਡਾ ਤਾਂ ਹੀ ਜਾ ਸਕਦੀ ਹੈ ਜੇ ਅੰਬੈਸੀ ਵਾਲਿਆਂ ਨੂੰ ਇਹ ਸਬੂਤ ਦਿੱਤਾ ਜਾਏ ਕਿ ਮੇਰਾ ਸਰਵਨ ਤੋਂ ਪਹਿਲਾਂ ਕਿਸੇ ਹੋਰ ਨਾਲ ਵਿਆਹ ਹੋ ਚੁੱਕਾ ਸੀ ਤੇ ਬੱਚੀ ਵੀ ਉਸੇ ਵਿਆਹ 'ਚ ਹੋਈ। ਯਾਨੀ ਮੈਨੂੰ ਤਲਾਕਸ਼ੁਦਾ ਸਾਬਤ ਕਰਕੇ ਸਰਵਨ ਨਾਲ ਮੇਰਾ ਦੂਸਰਾ ਵਿਆਹ ਕੀਤਾ ਗਿਆ ਤੇ ਹੁਣ ਤੀਸਰਾ ਵਿਆਹ ਸਰਵਨ ਦੇ ਮਾਮੇ ਦੇ ਮੁੰਡੇ ਸ਼ਿੰਗਾਰੇ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਮੈਂ ਵੀ ਬਣ ਸਕਾਂ ਕੈਨੇਡਨ। ओ चल बई शिंगारिया, ओ चल यार तू की आ फिर पैग ते पैग लाउण डिया है। ओ चल छेती कर। वेखी पतंदरा किते भरा मार ना करदी। बई शिंगारिया जदों मैं कनेडा सा ना उत्थे बैठा बड़ियां गोंदा सा बई कम बनू ते किवें बनू। फिर बई मैनू एक गोरे वकील ने सलाह दित्ती बई मैं उहनूं मूंह मंगे डॉलर दित्ते। ਉਹ ਕਹਿਣ ਲੱਗਾ ਬਈ ਤੁਸੀਂ ਵਿਆਹ ਕਰਾ ਲਓ ਤੇ ਫਿਰ ਤਲਾਕ ਲੈ ਲਓ ਪਿਛਲੀਆਂ ਤਰੀਕਾਂ 'ਚ। ਇਹ ਸਾਲੇ ਗੋਰੇ ਵੀ ਬੜੀ ਚੀਜ਼ ਹੈ। ਉਹ ਵਿਆਹ ਤਾਂ ਇੱਦਾਂ ਕਰਾਉਂਦੇ ਆ ਉਹ ਜਿੱਦਾਂ ਸਾਲੀਆਂ ਹੀਰੋਇਨਾਂ, ਇੱਕ ਗਾਣੇ ਵਿੱਚ 5-5 7-7 ਵਾਰੀ ਕੱਪੜੇ ਬਦਲਦੀਆਂ ਤੇ ਅਸੀਂ ਸਾਲੇ ਸਾਰੀ ਉਮਰ ਇੱਕੋ ਨਾਲ ਹੀ ਬਸ ਢਿਜਕੂ। ਓਏ ਸ਼ਿੰਗਾਰਿਆ ਕੈਨੇਡਾ ਜਾ ਕੇ ਨਾ 6 ਮਹੀਨੇ ਦੇ ਵਿੱਚ ਮੈਂ ਤੇਰਾ ਵੀ ਵਿਆਹ ਵਾਲਾ ਕੰਡਾ ਕੱਢ ਦੇਣਾ। ਉਹ ਭਾਵਾ ਹੁਣੇ ਹੀ ਲੀੜੇ ਸਵਾਲਾ। ਵੈਸੇ ਪਤੰਦਰਾ ਅਭੀ ਠੀਕ ਹੀ ਆ। ਓਏ ਓਏ ਰੱਖ ਛੱਡੀ ਚੰਗਾ ਫਿਰ। ਓ ਚੱਲ ਯਾਰ ਸਵੀ, ਚੱਲ ਯਾਰ ਉਹ ਸਾਰੇ ਥੱਲੇ ਤੇਰੀ ਵੇਟ ਕਰਨ ਦੇ। ਚਲੋ ਉਹ ਯਾਰ 12 ਵਜੇ ਤੋਂ ਪਹਿਲੇ ਬੋਲੋ ਆਪਾਂ ਉਹ ਵਕੀਲ ਨੂੰ ਮਿਲਣਾ ਵਾ। ਉਹ ਇੱਦਾਂ ਢੇਰੀ ਟੈ ਗੱਲ ਥੋੜੀ ਬਣੀ ਹੈ। ਚਲੋ ਹੈ ਯਾਰ ਤੈਨੂੰ ਤਾਂ ਬੁਖਾਰ ਲੱਗਦਾ। ਓ ਯਾਰ ਤੂੰ ਤਾਂ ਨਿੱਕੀ ਨਿੱਕੀ ਗੱਲ ਦਿਲ ਤੇ ਲਾ ਕੇ ਬਹਿ ਜਾਂਦੀ ਹੈ। ਉਹ ਇੱਦਾਂ ਢੇਰੀ ਟੈ ਗੱਲ ਥੋੜੀ ਬਣੀ। ਚਲੋ ਉੱਠ, ਬਹੁਤੀ ਗੱਲ ਹੈ ਤੇ ਮੇਰੇ ਬਰੀਫ ਕੇਸ 'ਚ ਗੋਲੀ ਲੈਣੀ। ਚਲੋ
ਓਏ ਉੱਠ ਯਾਰ, ਇਦਾਂ ਗੱਲ ਥੋੜੀ ਬਣਦੀ ਹੈ। सरवण ਓਏ ਯਾਰ नहीं सरवण, मैं तो नहीं कर सकती सरवण, मैं तो नहीं कर सकती। ਓ ਯਾਰ ਸਭੀ, ਯਾਰ ਤੂੰ ਸਮਝਦੀ ਕਿਉਂ ਨਹੀਂ ਹੈ? ਉਹ ਮੈਂ ਜੋ ਕੁਝ ਵੀ ਕਰ ਰਿਹਾ ਤੇਰੇ ਤੇ ਅਮੋਲ ਵਾਸਤੇ ਕਰ ਰਿਹਾ। ਓ ਯਾਰ ਇਹ ਤਾਂ ਬਸ ਇੱਕ ਉਹ ਨਾਟਕ ਜਿਹਾ ਹੈ। 10 ਮਿੰਟ ਐਕਟਿੰਗ ਕਰਨੀ ਹੈ, ਹੋਰ ਕੁਝ ਨਹੀਂ ਹੈ। ਉਹ ਪਤੀ ਤੇ ਮੈਂ ਹੀ ਆ ਯਾਰ ਤੇਰਾ। सरवण ਮੈਨੂੰ ਤਾਂ ਸੋਚ ਕੇ ਵੀ ਖੌਫ ਹੁੰਦਾ ਹੈ, ਮੈਂ ਕਿਵੇਂ ਗੁਰੂ ਮਹਾਰਾਜ ਅੱਗੇ ਝੂਠੀਆਂ ਲਾਵਾਂ ਲਵਾਂਗੀ। ਪਹਿਲਾਂ 2 ਵਾਰ ਤੇਰੇ ਨਾਲ ਲਾਵਾਂ ਲਈਆਂ ਨੇ ਤੇ ਹੁਣ ਤੀਸਰੀ ਵਾਰ ਕਿਸੇ ਹੋਰ ਨਾਲ। ਨਹੀਂ ਸਰਵਣ, ਮੈਂ ਤਾਂ ਨਹੀਂ ਕਰ ਸਕਦੀ। ਓ ਯਾਰ ਸਭੀ, ਆ ਤੂੰ ਕੀ ਆ ਫਿਲਮੀ ਕੱਚੀਆਂ ਗੱਲਾਂ ਕਰੀ ਜਾਂਦੀ ਹੈ ਯਾਰ। ਓ ਯਾਰ ਮੈਂ ਜੋ ਕੁਝ ਕਰ ਰਿਹਾ ਉਹ ਤੇਰੇ ਤੇ ਅਮੋਲ ਵਾਸਤੇ ਕਰ ਰਿਹਾ, ਤੂੰ ਸਮਝਦੀ ਕਿਉਂ ਨਹੀਂ ਹੈ ਯਾਰ? ਓ ਯਾਰ ਉਹ ਸਿਰਫ ਐਕਟਿੰਗ ਕੀ ਕਰਨੀ ਹੈ 5 ਮਿੰਟ, ਸਿਰਫ 5 ਮਿੰਟ ਦੀ ਖੇਡ ਹੈ ਯਾਰ, ਤੂੰ ਸਮਝਦੀ ਕਿਉਂ ਨਹੀਂ ਹੈ? ਜੇ ਤੂੰ ਇਹ ਪਲ ਜਿਉਣੇ ਹੁਣ ਮੇਰੇ ਵਾਂਗ ਤਾਂ ਤੂੰ ਨਾ ਵੀ ਨਾ ਲਵੇ ਇਸ ਖੇਡ ਦਾ। ਤੈਨੂੰ ਕੀ ਪਤਾ ਸਰਵਣ, 5 ਮਿੰਟ ਤੱਕ ਹੀ ਇੱਕ ਪਲ ਵੀ ਬੰਦੇ ਨੂੰ ਹਮੇਸ਼ਾ ਲਈ ਸੂਲੀ ਤੇ ਟੰਗ। ਹਾਂ ਤੂੰ ਕੀ ਤੇਰੇ ਵਾਲੀ ਸਭੀ, ਉਹ ਤਾਂ ਮੈਂ ਤੈਨੂੰ 100 ਦਫਾ ਸਮਝਾਇਆ ਸੀ ਕਿ ਬੱਚਾ ਨਾ ਹੁੰਦੀ। ਕਿਹਾ ਸੀ ਨਾ ਤੈਨੂੰ ਮੈਂ, ਇਹ ਸਾਰਾ ਬੜਾ ਤੇਰਾ ਆਪਣਾ ਪਾਇਆ ਹੋਇਆ, ਸਾਰੀ ਮੁਸੀਬਤ ਤੂੰ ਆਪ ਛੇੜੀ ਹੈ। ਤੈਨੂੰ ਔਰਤਾਂ ਨੂੰ ਵੀ ਨਾ ਪਤਾ ਨਹੀਂ ਕੀ ਪੂਛ ਸਵਾਰ ਹੁੰਦਾ ਹੈ। ਉਹ ਜੰਮ ਕੇ ਹਟੀ ਤੂੰ। ਸਰਵਣ ਏਦਾਂ ਨਾ ਕਹਿ ਪਲੀਜ਼ ਸਰਵਣ, ਏਦਾਂ ਨਾ ਕਹਿ, ਏਦਾਂ ਨਾ ਕਹਿ। ਓਏ ਯਾਰ ਸਭੀ, ਯਾਰ ਤੂੰ ਸਮਝਦੀ ਕਿਉਂ ਨਹੀਂ ਹੈ ਯਾਰ? ਯਾਰ ਮੈਂ ਜੋ ਕੁਝ ਵੀ ਕਰ ਰਿਹਾ ਤੇਰੇ ਤੇ ਅਮੋਲ ਵਾਸਤੇ ਕਰ ਰਿਹਾ। ਪਤੀ ਤਾਂ ਮੈਂ ਹੀ ਆ ਤੇਰਾ। ਹੋਰ ਕੋਈ ਸਾਲਾ ਬਿੱਦ ਕੇ ਤਾਂ ਵਿਖਾਵੇ, ਗਾਟਾ ਲਾਵਾ ਤੂੰ ਭੈਣ ਜਣੇ ਦਾ। ਸਭੀ ਯਾਰ ਤੂੰ ਸਮਝਦੀ ਕਿਉਂ ਨਹੀਂ ਹੈ? ਓ ਯਾਰ ਇਹ ਸਭ ਕੁਝ ਉਹ ਨਕਲੀ ਹੈ ਯਾਰ, ਨਕਲੀ। ਜਿਸ ਤਰ੍ਹਾਂ ਫਿਲਮਾਂ 'ਚ ਨਹੀਂ ਹੁੰਦਾ ਨਕਲੀ ਵੀ ਪੈਂਦਾ ਹੈ, ਉਹ ਨਕਲੀ ਮਾਰਕੁੱਟ ਹੁੰਦੀ ਹੈ, ਉਹ ਸਭ ਕੁਝ ਨਕਲੀ ਹੈ ਯਾਰ। ਇਹ ਸਿਰਫ ਕਾਨੂੰਨ ਦੇ ਚੋਰ ਮੋਰ ਭਰਨ ਵਾਸਤੇ। ਚੱਲ ਜਲਦੀ ਕਰ ਲੈ ਯਾਰ, ਸਾਰੇ ਤੇਰੀ ਵੇਟ ਕਰ ਰਹੇ ਆ ਪਲੀਜ਼। ਹਾਂ ਵੀ ਮੁੰਡਿਓ, ਉਹ ਮਾਇਆ ਯਾਰ, ਉਹ ਸੁਣੋ। ਕੀ ਖੱਟਿਆ ਤੂੰ ਮਹਿੰਦੀ ਲਾ ਕੇ ਚੂੜਾ ਪਾ ਕੇ, ਕੀ ਖੱਟਿਆ ਤੂੰ ਮਹਿੰਦੀ ਲਾ ਕੇ ਚੂੜਾ ਪਾ ਕੇ। ਤੇ ਉਸ ਦਿਨ ਨੇ ਪਹਿਲਾ ਪਾਉਂਦਾ ਮੋਰ ਮੈਨੂੰ ਪਹਿਲਾ ਪਾਉਂਦਾ ਸੱਪ ਨਜ਼ਰ ਆਇਆ। ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏ, ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏ, ਕੀ ਖੱਟਿਆ ਤੂੰ। ਓਏ ਆ ਵੀ ਸਰਵਣਾ, ਉਹ ਡਰ ਤੇ ਨਹੀਂ ਲੱਗਦਾ ਕਿ ਅੰਦਰੋਂ ਅੰਦਰ ਹੀ ਹੋਏ? ਉਹ ਨਹੀਂ ਯਾਰ, ਭਰਾਵਾਂ ਨੂੰ ਹੁੰਦਾ ਕਾਹਦਾ ਡਰ? ਯਾਰ ਛੇਤੀ ਕਰ ਲੈ, ਉਹ ਸਾਰੇ ਥੱਲੇ ਤੇਰੀ ਵੇਟ ਕਰਨ ਦੇ। ਉਹ ਤੂੰ ਫਿਕਰ ਨਾ ਕਰ, ਫੱਟੇ ਚੱਕ ਦਾਂਗੇ, ਫੱਟੇ ਆਵਾਂਗੇ। ਫੱਟੇ ਚੱਕ ਜਾਗੇ। ਛੇਤੀ ਕਦਮ ਕਰ ਇਹਨੂੰ। ਹਾਂ ਜਲਦੀ ਕਰ ਲੈ। ਹਾਂ ਬਈ ਬੇਟਾ ਇੱਧਰ ਆ। ਅੱਛਾ ਇਹ ਦੱਸੋ ਬਈ ਤੁਹਾਡੇ ਪਾਪਾ ਦਾ ਨਾਂ ਕੀ ਹੈ? ਸਰਵਨ ਸਿੰਘ। ਨਹੀਂ ਬੇਟੇ, ਤੁਹਾਡੇ ਪਾਪਾ ਦਾ ਨਾਂ ਸਰਵਨ ਸਿੰਘ ਥੋੜੀ ਹੈ। ਤੁਹਾਡੇ ਪਾਪਾ ਦਾ ਨਾਂ ਹੈ ਸਰਦਾਰ ਸੰਗਾਰਾ ਸਿੰਘ। ਆ ਬੈਠੇ ਨੇ, ਮੈਂ ਤਾਂ ਤੁਹਾਡਾ ਅੰਕਲ ਹਾਂ। ਹੈ नो नो नो, मेरे पापा का नाम सरवन सिंह है। ਨਹੀਂ ਬੇਟੇ, ਤੁਹਾਡੇ ਪਾਪਾ ਦਾ ਨਾਂ ਸਰਵਨ ਸਿੰਘ ਨਹੀਂ ਹੱਦ ਹੋ ਗਈ ਹੈ ਤੇਰੇ ਵਾਲੀ ਸਭੀ, ਤੂੰ ਇਹਨੇ ਵੀ ਨਹੀਂ ਸਿਖਾ ਸਕੀ। ਇੱਕ ਦਿਨ ਬੈਸੀ ਵਾਲਾ ਨੂੰ ਜ਼ਰਾ ਦਾ ਵੀ ਸ਼ੱਕ ਪੈ ਗਿਆ ਨਾ ਯਾਰ, ਕੀਤੀ ਕਰੇ ਤੇ ਸਾਰਾ ਪਾਣੀ ਫਿਰ ਜਾਣਾ ਯਾਰ। ਸਭੀ ਤੂੰ ਸਮਝਦੀ ਕਿਉਂ ਨਹੀਂ ਹੈ? ਮੈਂ ਜੋ ਕੁਝ ਵੀ ਕਰ ਰਿਹਾ ਤੇਰੇ ਤੇ ਅਮੋਲ ਦੀ ਭਲਾਈ ਵਾਸਤੇ ਕਰ ਰਿਹਾ। ਕੀ ਇਹ ਸਾਰੇ ਮੇਰੀ ਭਲਾਈ ਲਈ ਇੰਨੇ ਫਿਕਰਮੰਦ ਨੇ? ਕੀ ਇਹ ਭਲਾਈ ਐਸੇ ਦਰਦਨਾਕ ਚੋਂ ਪੈਦਾ ਹੁੰਦੀ ਹੈ? ਤੇ ਉਧਰ ਮੇਰੀ ਮਾਂ ਮੈਨੂੰ ਮੱਤਾਂ ਦੇ ਰਹੀ ਏ, ਧੀਏ ਸਿਆਣੀ ਬਣ, ਪੁੱਤ ਬਣਿਆ ਕੰਮ ਨਾ ਵਿਗਾੜਦੀ। ਜਿਵੇਂ ਪੁੱਤ ਤੇਰੀ ਨਨਾਣ ਲੈ ਗਈ ਨਾ ਸਾਰੇ ਟੱਬਰ ਨੂੰ ਕੈਨੇਡਾ, ਉਵੇਂ ਤੂੰ ਲੈ ਜਾਏਗੀ। ਉੱਠ ਬੀਬੀ ਰਾਣੀ, ਐਵੇਂ ਬਣਿਆ ਕੰਮ ਨਹੀਂ ਵਿਗਾੜੀਦਾ। ਉਹ ਚੱਲ ਯਾਰ ਸਭੀ, ਹਲੇ ਸਾਰੇ ਤੇਰੀ ਵੇਟ ਕਰ ਰਹੇ ਆ ਯਾਰ। ਚੱਲ ਛੱਡ, ਅਮੋਲ ਦੀ ਗੱਲ ਛੱਡ ਤੂੰ। ਯਾਰ ਆਪਣਾ ਖੂਨ ਹੈ, ਉਹਨੂੰ ਮੈਂ ਸਮਝਾ ਲਾਂਗਾ ਆਪੀ। ਦੇਖ ਲਈ ਤੂੰ ਨਾ ਕੈਨੇਡਾ ਜਾ ਕੇ ਨਾ ਇਹ ਗੱਲਾਂ ਯਾਦ ਕਰ ਕਰਕੇ ਹੱਸਿਆ ਕਰਨਾ, ਤੈਨੂੰ ਦੱਸਾਂ। ਹਾਂ ਨਵੇਂ ਲਾੜੇ ਸ਼ਿੰਗਾਰੇ ਦਾ ਖਿਆਲ ਆਉਂਦੇ ਮੇਰੀ ਹੋਂਦ ਸੁੰਨ ਹੋ ਜਾਂਦੀ। ਕਦੇ ਮੇਰੇ ਮਨ 'ਚ ਸਰਵਨ ਆਉਂਦਾ ਤੇ ਦੂਸਰੇ ਪਲ ਸ਼ਿੰਗਾਰਾ ਸਰਵਨ ਨੂੰ ਧੱਕੇ ਮਾਰ ਮੇਰੇ ਤੇ ਕਬਜ਼ਾ ਕਰਨ ਲੱਗਦਾ।
ਦੋਵੇਂ ਬਹੁਤ ਰੁਪਏ ਆਪਣੇ ਵਿਸ਼ਾਲੇ ਹੁੰਕਾਰਿਆਂ ਨਾਲ ਮੇਰਾ ਰਾਹ ਰੁਕੀ ਪਹਿਲਾਂ ਪਾਉਂਦੇ। ਦੇਸੀ ਪਿਓ ਦਾ ਪੁੱਤ ਵਲੈਤੋਂ ਕੀ ਹੋਇਆ 2910 ਸਿੱਖ ਕੇ ਆ ਗਿਆ ਹੈ। ਕਦੇ ਕੋਈ ਸੋਚ ਸਕਦਾ ਹੈ ਕਿ ਬੈਕਵਰਡ ਬੇਟ ਦੇ ਪਿੰਡ ਸੰਗੋਵਾਲ ਦਾ ਜੰਮਿਆ ਪਲਿਆ ਸਰਵਨ ਹੈ ਜਾਂ ਟੋਰਾਂਟੋ 'ਚ ਸਿੱਖਿਆ ਪਲਿਆ ਵਲੈਤੀਆ। ਠੰਡੇ ਫਰਸ਼ ਤੇ ਪੈਰ ਧਰਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਵਰਜਿਤ ਪੋਏ ਨੂੰ ਛੋਲਿਆ ਹੋਵੇ। ਨਿਸਤੇ ਕਰਾਂ ਪੈਰਾਂ ਨੂੰ ਸੰਭਾਲਦਿਆਂ ਮੈਂ ਗੁਰੂ ਮਹਾਰਾਜ ਅੱਗੇ ਕੁਰਲਾ ਕੇ ਬੋਲੀ, ਹੇ ਵਾਹਿਗੁਰੂ ਕਿ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ, ਕਿ ਤੈਨੂੰ ਵੀ ਆਪਣੀਆਂ ਧੀਆਂ ਤੇ ਤਰਸ ਨਹੀਂ ਆਉਂਦਾ। ਕਿਉਂ ਸਾਡਾ ਇਹ ਸਮਾਜ ਆਪਣੀਆਂ ਧੀਆਂ ਭੈਣਾਂ ਨੂੰ ਸਵਾਰੀਆਂ ਢੋਣ ਵਾਲਾ 에ਅਰ ਇੰਡੀਆ ਦਾ ਜਹਾਜ਼ ਬਣਾ ਕੇ ਰੱਖ ਦਿੰਦਾ ਹੈ? ਕਿਉਂ ਚਲੋ ਯਾਰ, ਚੱਲ ਸਭੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚੇ ਸਾਖੀਏ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚੇ ਸਾਖੀਏ। ਸਾਲੀਆਂ ਕੋਰੀਆਂ ਮੇਮਾ ਮੇਰਾ ਫੋਕ ਸਭੀ, ਤੂੰ ਤੇ ਮੈਨੂੰ ਛੀਨ ਦੀ ਚਾਹੀ ਦਸੀ ਹੈ ਸਭੀ। ਮੈਂ ਲੈ ਕੇ ਜਾਵਾਂਗਾ ਤੈਨੂੰ ਕੈਨੇਡਾ। ਮੈਂ ਲੈ ਕੇ ਜਾਵਾਂਗਾ ਤੈਨੂੰ ਕੈਨੇਡਾ। ਉਹ ਸਾਲਿਓ ਗੋਰਿਓ, ਮੈਂ ਤੁਹਾਡਾ ਪਿਓ ਮੈਂ ਸਰਜਟ, मैं लेके जाऊंगा तेरे कनेडा सभी। मैं लेके जाऊंगा। ओए शिंगारिया सभी 10 मिनट की खेड है, फिर तू कौन ते मैं कौन? अमोल, हाँ जी पापा। बैठा इधर बैठ। अच्छा ये दसो कि तुहाडे पापा दा नाम की? सरवण सिंह। नो, तुहाडे पापा दा नाम सरवण सिंह नहीं, शिंगारा सिंह है। की नाम है? शिंगारा सिंह। नहीं, ਇਹਦੇ ਪਿਓ ਦਾ ਨਾਂ ਸਰਵਨ ਹੈ ਤੇ ਸਰਵਨ ਹੀ ਰਹੇਗਾ। ਸੁਣ ਲੈ ਤੂੰ, ਸ਼ਿੰਗਾਰਾ ਨਹੀਂ, ਜੀ ਲਾਂਗੀ ਮੈਂ ਆਪਣੀ ਬੱਚੀ ਦੇ ਨਾਲ, नहीं बनना मैं कनेडर, नहीं बनना मैं कनेडर। मेरे ਲਈ जो तीर बने सन होर कलेजे लगे, किंज साहबान नूं अपनी अखां क्यों मिर्जा सदवावा। जा तां तू भी धुप्पे आ जा, छड्ड के शाही छतरी, ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ। ਗੱਡੀ ਚੜਨ ਦੀ ਕਾਲ ਬੜੀ ਸੀ, ਕੀ ਕੁਝ ਰਹਿ ਗਿਆ ਪਿੱਛੇ, ਮਨ ਨੂੰ ਅਚਾਵੀ ਜਿਹੀ ਲੱਗੀ ਸੀ। ਕਦੇ ਬੈਠ ਜਾਂਦਾ ਸੀ ਤੇ ਕਦੇ ਤੁਰਨ ਲੱਗ ਪੈਂਦਾ ਸੀ, ਪਰ ਮੇਰੀ ਪਤਨੀ ਕੁਲਜੀਤ ਤੇ ਸਭ ਕੁਝ ਤੋਂ ਬੇਖਬਰ ਕੂਕ ਸੁੱਤੀ ਪਈ ਸੀ। ਮੈਨੂੰ ਬਾਹਰ ਆਪਣੇ ਕੈਨੇਡਾ ਹੁਣ ਤੇ ਖੇਜ ਆ ਰਹੀ ਸੀ। ਕਿਉਂ ਆ ਗਿਆ ਇੱਥੇ? ਕੀ ਕਮੀ ਸੀ?
ਚੰਗੇ ਭਲੇ ਸਰਦਾਰ ਖਵਾਉਂਦੇ ਸਨ ਤੇ ਇੱਥੇ ਇਹ ਛੋਟੇ ਭਾਈ ਗੁਰਮੇਲ ਵਰਗੇ ਆ ਕੇ ਤਾਨਾ ਮਾਰ ਜਾਂਦੇ ਆ, ਕਿਉਂ ਭਾਈ ਜਾ ਮਿਲਿਆ ਫਿਰ ਗਊਆਂ ਦੇ ਬੱਗ 'ਚ। ਇਹ ਗੱਲ ਇਹਨੇ ਉਦੋਂ ਕਹੀ ਸੀ ਜਦੋਂ ਮੈਂ ਸੀਨੀਅਰ ਸੈਂਟਰ ਜਾਣ ਲੱਗ ਪਿਆ ਸਾਂ। ਗੱਲ ਇਹਦੀ ਹੈ ਵੀ ਠੀਕ ਸੀ, ਮੈਨੂੰ ਵੀ ਸੱਚੀ ਲੱਗਣ ਲੱਗ ਪਿਆ ਸੀ ਕਿ ਮੈਂ ਸੱਚੀ ਰਾਮਗਊ ਬਣਦਾ ਜਾ ਰਿਹਾ, ਰਾਮਗਊ ਬਣਦਾ ਜਾ ਰਿਹਾ। ਮੈਨੂੰ ਯਾਦ ਉਹ ਪਹਿਲਾ ਦਿਨ ਜਦੋਂ ਮੈਂ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਸੀ। ਵਾਹ ਕੈਨੇਡਾ! 에어ਪੋਰਟ ਤੋਂ ਘਰ ਵੱਲ ਜਾਂਦਾ ਰਸਤੇ 4-5 ਪੱਗਾਂ ਵਾਲੇ ਬਜ਼ੁਰਗਾਂ ਵੱਲ ਵਿਖਾ ਕੇ ਛੋਟੇ ਭਾਈ ਗੁਰਮੇਲ ਨੇ ਕਿਹਾ ਸੀ, ਬਾਈ ਜੀ ਆ ਜਾਂਦੀਆਂ ਨੇ ਰਾਮਗਊਆਂ। ਵਾਹ ਤੇਰੇ ਗੁਰਮੇਲ ਸਾਹਿਬ, ਤੇਰੀ ਆਦਤ ਨਹੀਂ ਬਦਲਣੀ। ਹੱਸਣਾ ਭਾਈ, 2-4 ਦਿਨ ਠਹਿਰ ਜਾ, ਤੂੰ ਵੀ ਇਹਨਾਂ ਦੀ ਜਾ ਰਲਣਾ। ਸਾਰੇ ਹੱਸਣ ਲੱਗ ਪਏ, ਸਾਰੇ ਬਹੁਤ ਖੁਸ਼ ਸਨ। ਮੈਂ ਵੀ ਬੜਾ ਖੁਸ਼ ਸੀ ਕਿਉਂਕਿ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਇਕੱਠਿਆਂ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖ ਰਿਹਾ ਸਾਂ। ਇੱਥੇ ਗੁੱਡੀ ਮੇਰੀ ਛੋਟੀ ਭੈਣ, ਇੱਥੇ ਉਹਦਾ ਪ੍ਰਾਹੁਣਾ ਜੀਤ ਸਿੰਘ, ਇੱਥੇ ਰਾਜੂ ਮੇਰਾ ਪੁੱਤਰ, ਉਹਦੀ ਪਤਨੀ ਰੁਪਿੰਦਰ ਤੇ ਆਪਣੇ ਪੋਤਰੇ ਕੀਰਤ ਤੇ ਸੁਮੀਤ ਨੂੰ ਤਾਂ ਮੈਂ ਪਹਿਲੀ ਵਾਰੀ ਮਿਲ ਰਿਹਾ ਸਾਂ। ਐ ਸ਼ਾਬਾਸ਼। ਦਰਅਸਲ ਗੁੱਡੀ ਮੇਰੀ ਛੋਟੀ ਭੈਣ ਵਿਆਹ ਤੋਂ ਬਾਅਦ ਸਿੱਧੀ ਇੱਥੇ ਕੈਨੇਡਾ ਆ ਗਈ ਸੀ। ਇੱਥੇ ਆ ਕੇ ਨੇ ਬੇਬੇ ਬਾਪੂ ਗੁਰਮੇਲ ਨੂੰ ਬੁਲਾ ਲਿਆ, ਮਗਰ ਇਹਨਾਂ ਮਿਲ ਮਿਲਾ ਕੇ ਕੋਈ ਰਾਜੂ ਦੀ ਕੁੜੀ ਲੱਭੀ ਤੇ ਉਸ ਨੂੰ ਵੀ ਇੱਥੇ ਸੱਦ ਲਿਆ। ਪਿੱਛੇ ਰਹਿ ਗਏ ਮੈਂ ਤੇ ਕੁਲਜੀਤ। ਪਿੰਡ ਵਾਲਾ ਐਡਾ ਵੱਡਾ ਘਰ ਖਾਲੀ ਖਾਲੀ ਫਾਂ ਕਰਦਾ ਸੀ। ਸ਼ਾਮ ਨੂੰ ਤਾਂ ਘਰੇ ਮੁੜਨੇ ਨੂੰ ਚੇਤੇ ਨਹੀਂ ਸੀ ਕਰਦਾ। ਮੈਂ ਬਥੇਰਾ ਰਾਜੂ ਨੂੰ ਕਿਹਾ, ਰਾਜੂ ਪੁੱਤਰ ਤੈਂ ਆਪ ਇੰਡੀਆ ਨਹੀਂ ਆਉਣਾ ਤੇ ਕਮ ਸੇ ਕਮ ਬੱਚਿਆਂ ਨੂੰ 2-4 ਹਫ਼ਤਿਆਂ ਲਈ ਇੰਡੀਆ ਭੇਜ ਦਿਆ ਕਰ। ਡੈਡ ਇੰਡੀਆ 'ਚ ਕੀ ਹੈ? ਨਾ ਉੱਥੇ ਅੱਛੀ ਐਜੂਕੇਸ਼ਨ ਹੈ, ਨਾ ਕੋਈ ਮੈਡੀਕਲ ਸਹੂਲਤਾਂ ਨੇ, ਬੱਚੇ ਰੁੱਲ ਜਾਣਗੇ ਇੰਡੀਆ 'ਚ। ਬੱਚੇ ਰੁੱਲ ਜਾਣਗੇ? ਉਹ ਤੁਸੀਂ ਵੀ ਤਾਂ ਇੱਥੇ ਹੀ ਜੰਮੇ ਪਲੇ ਹੋ, ਬੱਚੇ ਰੁੱਲ ਜਾਣਗੇ, ਬੱਚੇ ਰੁੱਲ ਜਾਣਗੇ। ਖੈਰ ਉਸ ਦਿਨ ਮੈਂ ਬਹੁਤ ਖੁਸ਼ ਸੀ, ਜੀ ਕਰ ਰਿਹਾ ਸੀ ਕਿ ਹੱਸੀ ਜਾਵਾਂ ਹੱਸੀ ਜਾਵਾਂ ਹੱਸੀ ਜਾਵਾਂ। ਹਾਸੇ ਹਾਸੇ 'ਚ ਮੈਂ ਗੁਰਮੇਲ ਦੇ ਪਿੱਛੇ ਪੈ ਗਿਆ। ਭਾਈ ਗੁਰਮੇਲ, ਤੂੰ ਹਰ ਵੇਲੇ ਬਜ਼ੁਰਗਾਂ ਪਿੱਛੇ ਕਾਸੇ ਲਈ ਪਿਆ ਰਹੀ ਨਾ, ਇਹ ਕੀ ਹੁੰਦੀਆਂ ਨੇ ਤੇਰੀਆਂ ਰਾਮਗਊਆਂ? ਭਾਈ ਜੀ ਤੈਂ ਕੀ ਲੈਣਾ ਹੈ? 2-4 ਦਿਨ ਠਹਿਰ ਜਾ, ਤੈਨੂੰ ਆਪੇ ਪਤਾ ਲੱਗ ਜਾਣਾ। ਉਹ ਮੈਂ ਨਹੀਂ ਠਹਿਰਦਾ ਯਾਰ 2-4 ਦਿਨ, ਤੂੰ ਮੈਨੂੰ ਹੁਣੇ ਦੱਸ ਕੀ ਹੁੰਦੀਆਂ। ਲੈ ਫਿਰ ਸੁਣ ਲੈ, ਸਵੇਰੇ ਸਾਜਰੇ ਨਿਕਲਦੇ ਆ ਛਤਰੀ ਜੀ ਚੱਕ ਕੇ, ਜਾ ਵਗਦੇ ਆ ਗੁਰਦਾਰੇ, ਉੱਥੋਂ ਬੈਠ ਕੇ ਫਿਰ ਚਾਹਾਂ ਪੀ ਜਾਣਗੇ, ਤਾਸਾਂ ਖੇਡੀ ਜਾਣਗੇ, ਗੱਪਾਂ ਮਾਰੀ ਜਾਣਗੇ, ਅਖਬਾਰਾਂ ਪੜ੍ਹੀ ਜਾਣਗੇ। ਉੱਥੋਂ ਨਿਕਲਦੇ ਆ ਸੜਕਾਂ ਤੇ ਗਊਆਂ ਵਾਂਗੂ ਘੁੰਮਦੇ ਘਮਾਉਂਦੇ ਜਾ ਬੈਂਦੇ ਆ ਸ਼ਾਪਿੰਗ ਸੈਂਟਰ, ਉੱਥੇ ਬੈਠ ਕੇ ਫਿਰ ਲੰਘਦੇ ਡੱਪਦੇ ਹਾਲ ਵੇਖੀ ਜਾਂਦੇ ਨੇ। ਦੱਸ ਭੈਣ ਦੇ ਰਾਮਗਊਆਂ ਨਾਲੋਂ ਘੱਟੇ ਨਹੀਂ ਤਾਂ ਹੋਰ ਕੀ ਹੈ। ਓ ਯਾਰ ਹੁਣ ਬਜ਼ੁਰਗਾਂ ਨੇ ਟਾਈਮ ਤਾਂ ਪਾਸ ਕਰਨਾ ਹੀ ਹੋਇਆ ਨਾ, ਉਹ ਵਿਹਲੇ ਕੀ ਕਰਨ? ਵਿਹਲੇ ਉਹ ਕਿਸੇ ਹੋਰ ਕਮਿਊਨਿਟੀ ਦੇ ਬੁੜੇ ਦੇਖੇ ਉਹ ਘੁੰਮਦੇ ਆ। ਮੇਰੇ ਨਾਲ ਦਾ ਗਵਾਂਢੀ ਆ ਦਿਲਦਾਰ ਪਰਵੇਜ਼ ਪਾਕਿਸਤਾਨੀ, ਪਤਾ ਆਪਦਾ ਟਾਈਮ ਕਿਵੇਂ ਪਾਸ ਕਰਦਾ ਭੈਣ ਦੇਣ? ਆਪਦੇ ਘਰ ਮੂਰੇ ਤਾਂ ਗਾਰਡਨ ਬਣਾਇਆ ਵਿਆਹ ਨਾਲ, ਆਂਢ ਗੁਆਂਢ ਵੀ ਫੁੱਲ ਬੂਟੇ ਲਾਏ ਹੋਏ ਆ। ਹੋਰ ਤਾਂ ਹੋਰ ਸਵੇਰੇ ਸ਼ਾਮ ਬੱਚਿਆਂ ਨੂੰ ਸਕੂਲੇ ਛੱਡ ਕੇ ਆਉਂਦਾ, ਉਹਨਾਂ ਨੂੰ ਲੈ ਕੇ ਆਉਂਦਾ ਤੇ ਸ਼ਾਮ ਨੂੰ ਸਾਰੀ ਕਮਿਊਨਿਟੀ ਦੇ ਬੱਚਿਆਂ ਨੂੰ ਆ ਕੇ ਉਰਦੂ ਪੜਾਉਂਦਾ। ਇਉਂ ਟਾਈਮ ਪਾਸ ਕਰਦਾ ਬਈ। ਹਰ ਇੱਕ ਦਾ ਆਪਣਾ ਸੁਭਾਅ ਹੁੰਦਾ ਡੈਡ। ਦਰਅਸਲ ਸਰਦੀਆਂ 'ਚ ਕੰਮ ਕਰਦੇ ਕਰਦੇ ਮਰ ਜਾਂਦੇ ਨੇ, ਇਹੀ 4 ਦਿਨ ਹੁੰਦੇ ਨੇ ਵਿਹਲੇ ਰਹਿ ਕੇ ਖਾਣ ਦੇ। ਵਿਹਲੇ ਰਹਿ ਕੇ ਖਾਣ ਦੇ? ਦਰਅਸਲ ਡੈਡ ਸਰਦੀਆਂ 'ਚ ਕੰਮ ਨਾ ਹੋਣ ਕਰਕੇ ਨਾ ਇੱਥੋਂ ਦੀ ਸਰਕਾਰ ਇਹਨਾਂ ਨੂੰ ਇੰਪਲੋਇਮੈਂਟ ਇੰਸ਼ੋਰੈਂਸ ਦਿੰਦੀ ਹੈ। ਵਾਹ ਬਈ, ਇਹ ਤੇ ਮੌਜ ਹੋ ਗਈ ਬਈ, 6 ਮਹੀਨੇ ਕੰਮ ਕਰਕੇ ਖਾਓ ਤੇ 6 ਮਹੀਨੇ ਵਿਹਲੇ ਰਹਿ ਕੇ। ਮੌਜ ਮੂਜ ਕੋਈ ਨਹੀਂ ਹੈ ਡੈਡ, ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਕਰਦੇ ਮਰ ਜਾਂਦੇ ਨੇ, ਪਰ ਬੰਦਾ ਫਿਰ ਵੀ ਕੱਖ ਨਹੀਂ ਜੇ। ਮੈਨੂੰ ਲੱਗਾ ਕਿ ਗੱਲ ਕਿਸੇ ਹੋਰ ਪਾਸੇ ਜਾਏਗੀ। ਮੈਂ ਅਜੇ ਵੀ ਹਾਸੇ ਦੇ ਮੂਡ ਸੀ। ਹਾਸੇ ਹਾਸੇ 'ਚ ਮੈਂ ਫਿਰ ਗੁਰਮੇਲ ਦੇ ਪਿੱਛੇ ਪੈ ਗਿਆ। ਬਾਈ ਗੁਰਮੇਲ, ਛੱਡ ਸਾਰੀਆਂ ਗੱਲਾਂ, ਤੂੰ ਮੈਨੂੰ ਇਹ ਦੱਸ ਵੀ ਤੇਰੀਆਂ ਰਾਮਗਊਆਂ ਹਰ ਵੇਲੇ ਛਤਰੀ ਕਾਸੇ ਲਈ ਚੱਕੀ ਫਿਰਦੀਆਂ? ਛਤਰੀ ਬਾਈ ਜੀ ਦਰਅਸਲ ਇਹਨਾਂ ਦੇ 2 ਕੰਮੇ ਆਉਂਦੀ ਆ ਬਣਦੇ। ਇੱਕ ਤਾਂ ਇੱਥੋਂ ਦੇ ਮੌਸਮ ਦਾ ਭਰੋਸਾ ਨਹੀਂ, ਬਿੰਦੂ 'ਚ ਧੁੱਪ ਤੇ ਝੱਟ 'ਚ ਮੀਂਹ। ਦੂਜਾ ਫਿਰ ਜਦੋਂ ਕੋਈ ਗੋਰਾ ਹਾਥ ਹੂਤ ਕਰਦਾ ਨਾ, ਇਹ ਭੈਣ ਦੇ ਨੇ ਕਿੱਲ ਵਾਲਾ ਪਾਸਾ ਮੂਹਰੇ ਕਰਕੇ ਨਾ ਉਹਨੂੰ ਹਥਿਆਰ ਬਣਾ ਲੈਂਦੇ ਨੇ। ਹਥਿਆਰ ਨਾ ਆਖ, ਫਿਰ ਸਿੰਘ ਆਖ, ਸਿੰਘ ਸਿੰਘ ਸਿੰਘ। ਖੈਰ ਮੇਰਾ ਹਾਸਾ ਬਹੁਤ ਦਿਨ ਨਾ ਚੱਲ ਸਕਿਆ ਕਿਉਂਕਿ 2 ਹਫ਼ਤੇ ਬਾਅਦ ਰੁਪਿੰਦਰ ਨੇ ਫੁੱਲ ਟਾਈਮ ਜੌਬ ਜੁਆਇਨ ਕਰ ਲਈ। ਰਾਜੂ ਰੁਪਿੰਦਰ ਦੋਵੇਂ ਕੰਮ ਤੇ ਚਲੇ ਜਾਂਦੇ, ਪਿੱਛੇ ਰਹਿ ਜਾਂਦੇ ਮੈਂ ਕੁਲਜੀਤ ਤੇ ਦੋਵੇਂ ਬੱਚੇ। ਬੱਚੇ ਕਾਦੇ? 1 ਨੰਬਰ ਦੇ ਖਰੂਦੀ ਨੇ, ਖਰੂਦੀ। ਝਿੜਕ ਨੂੰ ਤੇ ਮਸਤਾ ਨਹੀਂ ਗੋਲਦੇ, ਮਾਰ ਕੁੱਟ ਸਕਦੇ ਨਹੀਂ ਕਿਉਂਕਿ ਰੁਪਿੰਦਰ ਨੇ ਪਹਿਲਾਂ ਕਿਹਾ ਕਿ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਮਾਰ ਕੁੱਟ ਨਹੀਂ ਸਕਦੇ। ਉੱਥੇ ਇੰਡੀਆ 'ਚ ਕਲਾਸ 'ਚ ਪੈਰ ਧਰਨਾ ਮਜ਼ਾਕ ਸੀ, ਕਿਸੇ ਬੱਚੇ ਨੇ ਕੁਸਕ ਜਾਣਾ ਫਟ ਸਾਂਤ ਹੋ ਜਾਂਦੇ ਸੀ। ਤੇ ਇੱਥੇ ਇਹ ਦੋਵੇਂ ਮੈਨੂੰ ਰੋਣਾ ਕਰ ਦਿੰਦੇ। ਮੈਂ ਰੇਡੀਓ ਲਾਉਣਾ, ਰੇਡੀਓ ਨਹੀਂ ਸੁਣ ਦਿੰਦੇ, ਟੀਵੀ ਲਾਉਣਾ, ਟੀਵੀ ਨਹੀਂ ਵੇਖਣ ਦਿੰਦੇ। ਬਸ ਆਪਸ 'ਚ ਲੜੀ ਜਾਂਦੇ, ਸ਼ੋਰ ਸ਼ਰਾਬਾ, ਚੀਕ ਚਿਹਾੜਾ ਮੇਰੇ ਕੰਨਾਂ ਨੂੰ ਮਾਰਦਾ। ਮੈਂ ਅੱਕ ਜਾਂਦਾ। ਇੱਕ ਦਿਨ ਤੇ ਮੈਂ ਆ ਕੇ ਰਾਜੂ ਨੂੰ ਕਹਿ ਦਿੱਤਾ,
ਰਾਜੂ ਪੁੱਤਰ ਮੈਂ ਘਰ ਬੈਠਾ ਅੱਕ ਜਾਣਾ, ਤੂੰ ਮੈਨੂੰ ਕੋਈ ਕੰਮੇ ਲੱਭ ਦੇ ਪੁੱਤਰ। ਡੈਡ ਤੁਸੀਂ ਸਾਰੀ ਉਮਰ ਕੋਈ ਫਿਜ਼ੀਕਲ ਕੰਮ ਨਹੀਂ ਕੀਤਾ, ਹੁਣ ਇਸ ਉਮਰ 'ਚ ਕਿੱਥੋਂ ਕਰ ਲੋਗੇ? ਤੇ ਦੇਖੋ ਨਾ ਅਸੀਂ ਤੁਹਾਨੂੰ ਕੋਈ ਕੰਮ ਕਰਨ ਦੇਣਾ, ਘਰੇ ਬੈਠੋ ਆਰਾਮ ਨਾਲ, ਬੱਚਿਆਂ ਦੀ ਦੇਖਭਾਲ ਕਰੋ, ਕੰਮ ਕਰਨ ਲਈ ਅਸੀਂ ਹੈਗੇ ਆ ਨਾ। ਬੱਚਿਆਂ ਨੂੰ ਕੁਲਜੀਤ ਪੜਾਈ ਜਾਂਦੇ, ਮੈਂ ਵਿਹਲਾ ਬੈਠਾ ਅੱਕ ਜਾਂਦਾ। ਮੈਨੂੰ ਇੰਜ ਲੱਗਾ ਜਿਵੇਂ ਰਾਜੂ ਹੋਰਾਂ ਤੋਂ ਕੋਈ ਫੌਜ ਹੋਵਾਂ। ਉੱਥੇ ਇੰਡੀਆ ਹੁੰਦੇ ਸਾਂ, ਹੈਡਮਾਸਟਰ ਸਾਹਿਬ, ਹੈਡਮਾਸਟਰ ਸਾਹਿਬ, ਹੈਡਮਾਸਟਰ ਸਾਹਿਬ ਹੁੰਦੇ ਸੀ। ਦੂਰੋਂ ਦੂਰੋਂ ਲੋਕ ਸਲਾਹ ਲੈਣ ਆਉਂਦੇ ਸੀ ਤੇ ਇੱਥੇ ਬੱਜਰ ਹੋਏ ਬੈਠੇ, ਬੱਜਰ ਹੋਏ। ਫਿਰ ਮੈਨੂੰ ਯਾਦ ਆਇਆ ਕਿ ਕੀਰਤ ਤੇ ਸੁਮੀਤ ਅਜੇ ਛੋਟੇ ਨੇ, ਸ਼ਾਇਦ ਇਸ ਕਰਕੇ ਮੇਰੇ ਕੋਲ ਸੂਤ ਨਹੀਂ ਆਉਂਦੇ, ਕਿਉਂਕਿ ਮੈਂ ਤਾਂ ਹਮੇਸ਼ਾ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਪੜਾਇਆ ਜਾਏ। ਪਰ ਗੁਰਮੇਲ ਦੇ ਬੱਚੇ ਵੀ ਤਾਂ ਵੱਡੇ ਨੇ, ਕਿਉਂ ਨਾ ਉਹਨਾਂ ਨੂੰ ਮੈਥ ਪੜਾਇਆ ਜਾਏ। ਇਹੀ ਸੋਚ ਕੇ ਮੈਂ ਉਸੇ ਸ਼ਾਮ ਗੁਰਮੇਲ ਦੇ ਘਰ ਚਲਾ ਗਿਆ ਤੇ ਜਾ ਕੇ ਗੁਰਮੇਲ ਨੂੰ ਕਿਹਾ, ਬਾਈ ਗੁਰਮੇਲ, ਬਾਈ ਮੈਂ ਸੋਚਿਆ ਬਈ ਅੱਜ ਤੋਂ ਤੇਰੇ ਬੱਚਿਆਂ ਨੂੰ ਮੈਥ ਪੜਾਵਾਂਗਾ। ਮੈਥ ਤੇ ਬਾਈ ਜੀ ਤੈਅ, ਉਹ ਬਾਈ ਜੀ ਇੱਥੋਂ ਦੀਆਂ ਖਬਰਾਂ ਤਾਂ ਪੜ੍ਹ ਦੇਣੀਆਂ, ਤੈਨੂੰ ਸਮਝ ਨਹੀਂ ਆਉਂਦੀ, ਮੈਥ ਤੈਅ ਕੀ ਪੜਾਉਣਾ। ਮੈਂ ਤਾਂ ਕਹਿੰਦਾ ਪਹਿਲਾਂ ਕਿਸੇ ਸਕੂਲੇ ਲੱਗ ਕੇ ਨਾ ਅੰਗਰੇਜ਼ੀ ਸਿੱਖ ਬਾਈ। ਕੀ ਪਾਗਲਾਂ ਦੀਆਂ ਗੱਲਾਂ ਕਰ ਰਿਹਾ ਤੂੰ? ਓਏ ਆ ਉਮਰ ਹੁਣ ਸਕੂਲੇ ਜਾਣ ਦੀ, ਪਾਗਲ ਹੋ ਗਿਆ ਤੂੰ। मैंने रास्ता चीज उतों बाहर आ गया, आखे स्कूले लग के अंग्रेजी से वह कोई अलोकार पढ़ाई, सारी उम्र बच्चे ही पढ़ाए ने। कहता इत्थे दी खबर तेन पैन देनी समझ नहीं आती। ओए किधर बोलदे इदां किसे दी भी समझ नहीं आउंदा। मेरे से लाचार हो गया, किसे काम दे नहीं रहे, किसे काम दे नहीं रहे, बेबस हो गए, बेबस हो गए। डैड आ की हाल बनाया तुसी? सारे भेजे पे हो, ਤੁਹਾਡੇ ਕੋਲ ਛਤਰੀ ਸੀ, ਖੋਲ ਕੇ ਉੱਪਰ ਲੈ ਲੈਂਦੇ। ਪੁੱਤਰ ਪਤਾ ਨਹੀਂ ਲੱਗਾ ਕਿਹੜੇ ਵੇਲੇ ਘਰ ਆ ਗਿਆ, ਕਿਹੜੇ ਵੇਲੇ ਮੀਂਹ। ਡੈਡ ਕੀ ਕਰ ਲੱਗੇ ਹੋ? ਆਪਣੇ ਸ਼ੂਜ਼ ਦੇਖੋ ਕਿਦਾਂ ਲਿਪੜੇ ਪਏ ਨੇ ਚੱਕੜ ਦੇ ਨਾਲ, ਸਾਰਾ ਕਾਰਪੇਟ ਖਰਾਬ ਕਰੋਗੇ। ਇੱਕ ਮਿੰਟ ਇੱਥੇ ਰੁਕੋ, ਮੈਂ ਤੁਹਾਡੇ ਵਾਸਤੇ ਚੱਪਲ ਔਰ ਟਾਵਲ ਲੈ ਕੇ ਆਉਣਾ। ਰੁਕੋ ਇੱਕ ਮਿੰਟ। ਮੈਨੂੰ ਆਪਣਾ ਆਪ ਕਿਸੇ ਚੱਕੜ ਚ ਲਿਬੜੇ ਹੋਏ ਪਸ਼ੂ ਵਰਗਾ ਲੱਗਾ, ਪਸ਼ੂ ਵਰਗਾ ਲੱਗਾ। ਰਾਤ ਨੂੰ ਮੇਰਾ ਮਨ ਪਰ ਆਵੇ, ਮੈਂ ਬਥੇਰਾ ਰੋਕੀ ਰੱਖਿਆ, ਪਰ ਉਸ ਵੇਲੇ ਤੇ ਮੇਰੀ ਭੋਬੀ ਨਿਕਲ ਗਈ ਜਦ ਰਾਜੂ ਮੇਰੇ ਕੋਲ ਮੇਰੇ ਬੈੱਡ ਤੇ ਆਣ ਕੇ ਬੈਠ ਗਿਆ। ਰਾਜੂ ਪੁੱਤਰ ਮੇਰਾ ਇੱਥੇ ਜੀ ਨਹੀਂ ਲੱਗਦਾ, ਬੱਲਿਆ ਮੇਰਾ ਜੀ ਨਹੀਂ ਲੱਗਦਾ। ਕੀ ਗੱਲ ਹੈ ਡੈਡ? ਜੇ ਸਾਡੇ ਵੱਲੋਂ ਕੋਈ ਤਕਲੀਫ ਹੈ ਤਾਂ ਦੱਸੋ। ਨਹੀਂ ਬੱਲਿਆ, ਨਾ ਕੁਝ ਕਮਾਵਾ ਨਾ ਸਮਾਰਾ, ਇੰਜ ਲੱਗਦਾ ਜਿਵੇਂ ਤੁਹਾਡੇ ਤੇ ਬੋਝ ਹੋਵਾਂ। ਡੈਡ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਤੁਸੀਂ ਬੋਝ ਕਿਉਂ ਸਾਡੇ ਤੇ? ਸਾਰੀ ਉਮਰ ਤੁਸੀਂ ਕਮਾਇਆ ਹੈ, ਦੇਖੋ ਤੁਹਾਡੇ ਆਸਰੇ ਤੇ ਬੱਚੇ ਛੱਡ ਕੇ ਕੰਮ ਤੇ ਜਾਂਦੇ ਆ ਨਾ ਅਸੀਂ। ਜੇ ਕਿਸੇ ਗੱਲੋਂ ਦਿਲ ਦੁਖਿਆ ਤਾਂ ਦੱਸੋ। ਨਾ ਬੱਲਿਆ, ਤੁਸੀਂ ਤੇ ਦੋਵੇਂ ਹੀਰੇ ਹੋ, ਅਸੇ ਮਾਣੇ ਨਾ ਇਹੀ ਨਹੀਂ ਲੱਗਦਾ। ਡੈਡ ਜੇ ਆਪਣੇ ਘਰ 'ਚ ਹੀ ਮਨ ਨਹੀਂ ਲੱਗੂਗਾ ਤੇ ਫਿਰ ਕਿੱਥੇ ਲੱਗੂਗਾ? ਇਹੀ ਤੇ ਰੌਲਾ ਹੈ ਕਿ ਘਰ ਆਪਦਾ ਨਹੀਂ ਲੱਗਦਾ। ਓਏ ਉੱਥੇ ਤੁਸੀਂ ਦੋਵੇਂ ਇੰਡੀਆ ਹੁੰਦੇ, ਸਾਡੀ ਸੇਵਾ ਕਰਦੇ, ਕਿੰਨੀ ਖੁਸ਼ੀ ਹੁੰਦੀ। ਆਪਣੇ ਹੱਥੀਂ ਬਣਾਇਆ ਸੀ ਉਹ ਘਰ, ਇੱਥੇ ਪਤਾ ਨਹੀਂ ਪ੍ਰਾਹੁਣੇ ਜੇ ਲੱਗੀਦਾ। ਡੈਡ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਆਪਣਾ ਘਰ ਹੈ, ਪ੍ਰਾਹੁਣੇ ਵਾਲੀ ਕਿਹੜੀ ਗੱਲ ਹੈ? ਆਪਣਾ ਤਾਂ ਹੈਗਾ ਹੈ, ਪਰ ਮਨ ਨੂੰ ਨਹੀਂ ਨਾ ਲੱਗਦਾ ਪੁੱਤਰਾ। ਰਾਜੂ ਪੁੱਤਰ, ਮੈਂ ਤੇ ਤੇਰੀ ਮੰਮੀ ਕੁਝ ਦੇਰ ਲਈ ਇੰਡੀਆ ਨਾ ਹੋ ਆਈਏ। ਡੈਡ ਇੰਡੀਆ 'ਚ ਕੀ ਹੈ ਆਪਣਾ? ਸਾਰਾ ਪਰਿਵਾਰ ਆਪਣਾ ਇੱਥੇ ਹੈ, ਹਾਲੇ ਬੱਚੇ ਰੋਲਣਗੇ ਬੇਬੀ ਸਿਟਰ ਦੇ। ਆਪਣੇ ਮਨ ਨੂੰ ਸਮਝਾਓ ਤੁਸੀਂ। ਮੈਂ ਆਪਣੇ ਮਨ ਨੂੰ ਸਮਝਾਉਣ ਲੱਗਾ। ਰਾਜੂ ਉਸ ਸ਼ਾਮ ਮੈਨੂੰ ਸੀਨੀਅਰ ਸੈਂਟਰ ਛੱਡ ਕੇ ਆਪ ਕੰਮ ਤੇ ਚਲਾ ਗਿਆ। ਇੱਥੇ ਮੈਂ ਵੇਖਿਆ ਸਾਰੇ ਬਜ਼ੁਰਗ ਚਾਹਾਂ ਪੀ ਜਾਂਦੇ, ਤਾਸ਼ਾਂ ਖੇਡੀ ਜਾਂਦੇ, ਗੱਪਾਂ ਮਾਰੀ ਜਾਂਦੇ ਤੇ ਅਖਬਾਰਾਂ ਪੜ੍ਹੀ ਜਾਂਦੇ। ਮੈਂ ਵੀ ਪਹਿਲੇ ਦਿਨ ਉੱਥੇ ਅਖਬਾਰ ਫੜ ਕੇ ਬੈਠ ਗਿਆ, ਪਰ ਉੱਥੇ ਬੈਠੀ ਬਜ਼ੁਰਗਾਂ ਦੀ ਟੋਲੀ ਵਿੱਚੋਂ ਕੈਰੋ ਤੇ ਬਰਾੜ ਨੇ ਪਹਿਲੇ ਦਿਨ ਹੀ ਮੈਨੂੰ ਅਣਗਿਣਤ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਓ ਪਾਓ ਜੀ, ਆਪਣਾ ਨਾਂ ਕੀ ਆ? ਓ ਬਾਈ ਜੀ ਕੁੜੀ ਕੋਲ ਆਇਓ ਕਿ ਮੁੰਡੇ ਕੋਲ ਆਇਓ? ਓ ਪਾਓ ਜੀ, ਆਪਣਾ ਪਿੰਡ ਕਿਹੜਾ? ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਮੈਂ ਫਿਰ ਤੋਂ ਅਖਬਾਰ ਪੜ੍ਹਨ ਲੱਗ ਪਿਆ, ਪਰ ਕੈਰੋ ਤੇ ਬਰਾੜ ਨੂੰ ਮੇਰੀ ਚੁੱਪ ਚੁਭੀ। ਉਹਨਾਂ ਨੇ ਫਿਰ ਤੋਂ ਤਿੱਖੇ ਤੀਰਾਂ ਵਰਗੇ ਵਿਅੰਗਮਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਓ ਪਾਓ ਜੀ, ਹਰ ਵੇਲੇ ਅਖਬਾਰਾਂ ਹੀ ਪੜ੍ਹਦੇ ਰਹਿੰਦਾ, ਕਦੀ ਸਾਡੇ ਨਾਲ ਵੀ ਗੱਲ-ਗੁੱਲ ਕਰ ਲਿਆ ਕਰੋ। ਹੈ ਓ ਪਾਓ ਜੀ, ਮੈਨੂੰ ਤਾਂ ਲੱਗਦਾ ਮਾਸਟਰ ਜੀ ਜਵਾਕ ਕੁੱਟਣੇ ਮਿਸ ਕਰਦੇ ਆ।
ਉਹ ਜਵਾਕੜੀ ਮੈਨੂੰ ਤਾਂ ਲੱਗਦਾ ਵੇਲੀਆਂ ਗਾੜੀਆਂ ਮਿਸ ਕਰਦੇ ਹੋ ਐਵੇਂ ਤੇ ਨਹੀਂ ਕਿਸੇ ਦਾ ਚੁੱਪ ਗੜਪ ਰਹਿਣ ਨੂੰ ਜੀ ਕਰਦਾ। ਉਹ ਬਾਊ ਜੀ ਇੱਥੇ ਵੇਲੀਆਂ ਖਾਂਦੇ, ਇੱਥੇ ਕਿਹੜਾ ਹਾਲ ਜੁੜੇ ਪਏ ਆ। ਆਹੋ ਨਾਲੇ ਤੂੰ ਜੂ ਪੁੱਤ ਵੇਲੀਆਂ ਖਾਂਦਾ, ਪੁੱਤ ਸ਼ੁਰੂ ਹੋ ਲੈਣ ਦੇ, ਮੇਰੀ ਪਤਾ ਲੱਗ ਜੂ ਕੌਣ ਵੇਲੀਆਂ ਖਾਂਦਾ। ਓਏ ਅਸੀਂ ਨਹੀਂ ਵੇਲੀਆਂ ਖਾਈਦੀਆਂ, ਅਸੀਂ ਬੜਿਆ ਤੇਰਾ ਚੈੱਕ ਫੜਾਈ ਦਾ ਮੁੰਡੇ ਦਾ ਥੱਜ ਇੰਪਲਾਇਮੈਂਟ ਵਾਲਾ। ਉਹ ਚੈੱਕ ਹੁੰਦਾ ਨਾ ਤੇਰਾ ਹਜ਼ਾਰਾਂ ਦਾ। ਉਹ ਤੇਰੇ ਜੋ ਸਾਲ ਪਹਿਲਾਂ ਪੈਨਸ਼ਨ ਲੱਗੀ ਤਾਂ ਖੋਰੂ ਪਾਉਂਦਾ, ਪੁੱਤ ਸਾਡੇ ਵੀ ਲੱਗ ਲੈਣ ਤੇ ਫਿਰ ਪਤਾ ਲੱਗ ਜੂ ਹਜ਼ਾਰਾਂ ਦਾ ਕਿ ਲੱਖਾਂ ਦਾ। ਅੱਛਾ ਬੂਥੀ ਵੇਖੀ ਆ ਲੱਖਾਂ ਵਾਲੀ ਤੂੰ ਹੈ? ਲੱਗੀ ਹੋਇਆ ਬੂਥੀ ਨੂੰ, ਤੂੰ ਆਪਣੀ ਵੇਖੀ ਆ? ਤੂੰ ਵੇਖੀ ਆ, ਤੂੰ ਵੇਖੀ ਆ, ਤੂੰ ਵੇਖੀ ਆ, ਤੂੰ ਵੇਖੀ ਆ, ਤੂੰ ਵੇਖੀ ਆ। ਮੈਂ ਆਪਸ ਚੁੰਝ ਗਿਆ, ਮੇਰਾ ਇੱਕ ਪਲ ਵੀ ਉੱਥੇ ਮੈਨੂੰ ਮਨ ਨਾ ਕੀਤਾ। ਮੈਂ ਬਾਹਰ ਸੁੱਟ ਕੇ ਬਾਹਰ ਆ ਗਿਆ। ਬਾਹਰ ਮੀਂਹ ਪੈ ਰਿਹਾ ਸੀ, ਮੈਂ ਢਲਾਣ ਤੇ ਬਣੇ ਗਟਰ ਤੇ ਖਲੋ ਗਿਆ। ਮੈਨੂੰ ਲੱਗਾ ਕਿ ਜਿਵੇਂ ਗਟਰ ਪਾਣੀ ਨੂੰ ਆਪਣੇ ਅੰਦਰ ਸਮੋ ਰਿਹਾ, ਮੈਨੂੰ ਵੀ ਆਪਣੇ ਅੰਦਰ ਸਮਾ ਲਵੇ। ਸਾਲੇ ਕਹਿੰਦਾ ਵੇਲੀਆਂ ਗਾੜੀਆਂ ਮਿਸ ਕਰਦਾ, ਤੁਹਾਡੇ ਪਿਓ ਦੀਆਂ ਗੱਲਾਂ ਬੂਝੜ ਕੇ ਦੇ ਨਾਲ ਉਹ ਏਦਾਂ ਕਿ ਅਣਜਾਣ ਬੰਦੇ ਨਾਲ ਗੱਲਾਂ ਕਰੀਦੀਆਂ, ਏਦਾਂ ਵੀ ਕੋਈ ਆਪਦੇ ਨੇੜਲੇ ਦੋਸਤ ਨਾਲ ਨਹੀਂ ਕਰਦਾ। ਸਾਲੇ ਕਹਿੰਦਾ ਵੇਲੀਆਂ ਗਾੜੀਆਂ ਮਿਸ ਕਰਦਾ, ਤੁਹਾਡੇ ਪਿਓ ਦੀਆਂ ਗੱਲਾਂ। ਮੈਂ ਸਾਰੀ ਉਮਰ ਮੈਂ ਇਮਾਨਦਾਰੀ ਨਾਲ ਡਿਊਟੀ ਨਿਭਾਈ, ਕਦੇ ਕਿਸੇ ਬੱਚੇ ਨੂੰ ਮੈਚ ਚੋਂ ਨਹੀਂ ਫੇਲ ਹੋਣ ਦਿੱਤਾ। ਸਾਲੇ ਸਰਦਾਰ ਕਹਿੰਦੇ ਵੇਲੀਆਂ ਗਾੜੀਆਂ ਮਿਸ ਕਰਦਾ। ਸਭ ਤੋਂ ਔਖੀ 10ਵੀਂ ਦੀ ਕਲਾਸ ਮੈਂ ਆਪ ਪੜਾਉਂਦਾ ਰਿਹਾ ਵੀ ਕੋਈ ਬੱਚਾ ਮੈਚ ਚੋਂ ਨਾ ਫੇਲ ਹੋ ਜਾਏ। ਸਾਲੇ ਸਰਦਾਰ ਕਹਿੰਦੇ ਵੇਲੀਆਂ ਗਾੜੀਆਂ ਮਿਸ ਕਰਦਾ, ਤੁਹਾਡੇ ਪਿਓ ਦੀਆਂ ਗੱਲਾਂ। ਵੇਲੀਆਂ ਗਾੜੀਆਂ ਮੈਨੂੰ ਕੁਛ ਨਹੀਂ ਸੀ ਸੁੱਝ ਰਿਹਾ, ਜੀ ਕਰ ਰਿਹਾ ਸੀ ਕਿਤੇ ਦੂਰ ਚਲਾ ਜਾਵਾਂ ਜਾਂ ਰਾਜੂ ਨੂੰ ਕਹਾਂ ਕਿ ਰਾਜੂ ਪੁੱਤਰ ਮੈਨੂੰ ਇੰਡੀਆ ਦਾ ਟਿਕਟ ਕਟਾ ਦੇ, ਇੰਡੀਆ ਦਾ ਟਿਕਟ ਕਟਾ ਦੇ। ਰਾਜੂ ਨੂੰ ਕਿੱਡਾ ਤੋਂ ਡਾਲਰ ਕਮਾ ਕੇ ਦਿੰਦਾ ਹੈ ਨਾ। ਇੰਡੀਆ ਕੈਨੇਡਾ, ਇੰਡੀਆ ਕੈਨੇਡਾ, ਕੈਨੇਡਾ ਇੰਡੀਆ। ਮੈਨੂੰ ਆਪਣਾ ਆਪ ਪੱਦ ਵਿਚਕਾਰੇ ਲਟਕਦਾ ਮਹਿਸੂਸ ਹੋਇਆ। ਸੀਨੀਅਰ ਸੈਂਟਰ 'ਚ ਜਾਣ ਨੂੰ ਮੇਰਾ ਮਨ ਨਾ ਕਰਦਾ। ਮੈਂ ਹੋਣਾ ਬੋੜਾ ਹੀਣਾ ਸੜਕਾਂ ਤੇ ਘੁੰਮਦਾ ਰਹਿੰਦਾ। ਇਸੇ ਤਰ੍ਹਾਂ ਇੱਕ ਸ਼ਾਮ ਮੈਨੂੰ ਮੇਰੇ ਦੋਸਤ ਦਾ ਫੋਨ ਆ ਗਿਆ ਤੇ ਮੈਂ ਕਹਿ ਬੈਠਾ, ਬਸ ਯਾਰ ਫਸ ਗਏ ਇੱਥੇ ਆ ਕੇ, ਕੰਮ ਦੇ ਨਾ ਕਾਜ ਦੇ, ਦੁਸ਼ਮਣ ਨਾਜ ਦੇ। ਡੈਡ, ਜਿਹਨੂੰ ਤੁਸੀਂ ਕਹਿ ਰਹੇ ਹੋ ਨਾ ਫਸ ਕੇ ਇੱਥੇ ਆ ਕੇ, ਉਹਨੇ ਤਾਂ ਇਹ ਸੋਚਣਾ ਨਾ ਕਿ ਤੁਹਾਡੇ ਨੋ ਪੁੱਤਾਂ ਨੂੰ ਤੰਗ ਕਰਦੇ ਆ। ਨਾ ਬੱਲਿਆ, ਨੋ ਪੁੱਤਾਂ ਦੀ ਆਪਣਿਆਂ ਦੀ ਕੌਣ ਨਿੰਦਾ ਕਰਦਾ। ਮੈਂ ਤਾਂ ਸਬੈਕੀ ਕਹਿ ਬੈਠਾ ਵੀ ਫਿਰ ਕਿੱਦਾਂ ਚਲੇ ਗਏ ਤੁਹਾਡਾ? ਰਾਜੂ ਆਮ ਆਵਾਜ਼ ਨਾਲ ਉੱਚੀ ਆਵਾਜ਼ 'ਚ ਬੋਲਿਆ। ਮੈਨੂੰ ਲੱਗਾ ਕਿ ਸਾਰੇ ਮੇਰਾ ਮਜ਼ਾਕ ਉਡਾ ਰਹੇ ਨੇ, ਮੇਰਾ ਮਖੌਲ ਉਡਾ ਰਹੇ ਨੇ। ਇਸੇ ਤਰ੍ਹਾਂ ਇੱਕ ਸ਼ਾਮ ਮੈਂ ਜਦੋਂ ਫਿਰ ਥੱਕਿਆ ਟੁੱਟਿਆ ਘਰ ਆਇਆ ਤਾਂ ਸਾਰੇ ਲਿਵਿੰਗ ਰੂਮ 'ਚ ਬੈਠੇ ਟੀਵੀ ਮੂਹਰੇ ਹੱਸ ਰਹੇ ਸੀ। ਮੈਂ ਚੁੱਪ-ਚਪੀਤਾ ਅੰਦਰ ਜਾਣ ਲੱਗਾ ਤੇ ਰਾਜੂ ਨੇ ਕਿਹਾ, ਡੈਡ ਆ ਗਏ ਹੋ ਘੁੰਮ ਕੇ। ਮੈਨੂੰ ਲੱਗਾ ਕਿ ਰਾਜੂ ਨੇ ਕਿਹਾ ਹੋਵੇ, ਡੈਡ ਘਰ ਆਇਆ ਹੋ ਵਾਰਾਗਰਦੀ। ਮੈਂ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਅੰਦਰ ਚਲਾ ਗਿਆ। ਮੇਰੇ ਜਾਣ ਤੋਂ ਬਾਅਦ ਸਾਰੇ ਮੇਰੇ ਉੱਚੀ ਹੱਸਣ ਦੀ ਆਵਾਜ਼ਾਂ ਆਈਆਂ। ਮੈਨੂੰ ਲੱਗਾ ਕਿ ਸਾਰੇ ਮੇਰੇ ਤੇ ਹੱਸ ਰਹੇ ਨੇ, ਮੇਰਾ ਮਖੌਲ ਉਡਾ ਰਹੇ ਨੇ। ਮੈਨੂੰ ਲੱਗਾ ਕਿ ਹਾਸਾ ਗੁਰਮੇਲ ਦਾ ਹੋਵੇ, ਬਾਈ ਜੀ ਪੜਾ ਲਿਆ ਮੈਥ। ਮੈਨੂੰ ਲੱਗਾ ਕਿ ਹਾਸਾ ਬਰਾੜ ਦਾ ਹੋਵੇ, ਉਹ ਬਾਈ ਜੀ ਮੇਰੀਆਂ ਗਾੜੀਆਂ ਮਿਸ ਕਰਦੇ ਆ। ਮੈਨੂੰ ਲੱਗਾ ਕਿ ਹਾਸਾ ਕਹਿ ਦਾ ਹੋਵੇ, ਆ ਪਾਓ ਜੀ ਕੁੜੀ ਕੋਲ ਆਇਆ ਕਿ ਮੁੰਡੇ ਕੋਲ ਆਏ ਹੋ। ਮੈਨੂੰ ਲੱਗਾ ਕਿ ਹਾਸਾ ਰਾਜੂ ਦਾ ਹੋਵੇ, ਡੈਡ ਅਰੇ ਵਾਰਾ ਕਰਦੇ ਬਾਈ ਜੀ। ਡੈਡ ਉਹ ਪਾਓ ਜੀ, ਬਾਈ ਜੀ, ਪਾਓ ਜੀ, ਬਾਈ ਜੀ, ਡੈਡ ਪਾਓ ਜੀ, ਪਾਓ ਜੀ, ਡੈਡ ਬਾਈ ਜੀ, ਪਾਓ ਜੀ। ਛੱਡ ਦੇ ਮੇਰਾ ਗੇੜਾ, ਆ ਛੱਡ ਦੇ ਮੇਰਾ ਗੇੜਾ। ਰਾਜੂ ਉਸੇ ਸ਼ਾਮ ਮੈਨੂੰ ਸਾਈਕੈਟਰਿਸਟ ਦੇ ਕੋਲ ਲੈ ਗਿਆ। ਸਾਈਕੈਟਰਿਸਟ ਨੇ ਨੀਂਦ ਦੀ ਦਵਾਈ ਦਿੱਤੀ ਤੇ ਮੈਨੂੰ ਸੌਂ ਦਿੱਤੀ। ਜਦੋਂ ਮੈਨੂੰ ਹੋਸ਼ ਆਇਆ ਤੇ ਕੁਲਜੀਤ ਮੇਰੇ ਕੋਲ ਸੀ। ਮੈਨੂੰ ਕਹਿੰਦੇ ਪਾਠ ਕਰਿਆ ਕਰੋ। ਮੇਰਾ ਕਸ ਕਰਨ ਦੇ ਜੀ ਨਹੀਂ ਕਰਦਾ ਕੁਲਜੀਤ, ਤੁਸੀਂ ਮੇਰੇ ਮਗਰ ਬੋਲਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਤੂੰ ਕਿੱਥੇ ਆ, ਤੂੰ ਕਿੱਥੇ ਆ ਵਾਹਿਗੁਰੂ, ਤੂੰ ਕਿੱਥੇ ਕਿੱਥੇ। ਸਾਈਕੈਟ੍ਰਿਸਟ ਨੇ ਕਿਹਾ ਕਿ ਇੰਡੀਆ ਤੋਂ ਇੱਥੇ ਆਉਣ ਕਰਕੇ, ਕੋਈ ਰੁਝੇਵਾਂ ਨਾ ਹੋਣ ਕਰਕੇ, ਹਾਲਾਤ ਬਦਲਣ ਕਰਕੇ ਮੇਰਾ ਸੈਲਫ ਕੌਨਫੀਡੈਂਸ ਖਤਮ ਹੋ ਗਿਆ, ਮੇਰੇ 'ਚ ਡਿਪਰੈਸ਼ਨ ਆ ਗਿਆ, ਮੈਂ ਇਸੇ ਟੈਨਸ਼ਨ 'ਚ ਘੁੰਮਦਾ ਰਹਿੰਦਾ, ਮੈਨੂੰ ਨੀਂਦ ਨਾ ਆਵੇ, ਮੈਂ ਨੀਂਦ ਦੀਆਂ ਗੋਲੀਆਂ ਖਾ ਕੇ ਸੌ ਜਾਂਦਾ। ਇਸੇ ਤਰ੍ਹਾਂ ਇੱਕ ਸ਼ਾਮ ਜਦੋਂ ਮੈਂ ਗੋਲੀਆਂ ਖਾ ਕੇ ਸੁੱਤਾ ਤਾਂ ਮੈਂ ਬਹੁਤ ਭਿਆਨਕ ਸੁਪਨਾ ਵੇਖਿਆ। ਮੈਂ ਸੁਪਨੇ ਦੇ ਵਿੱਚ ਬਹੁਤ ਵੱਡੇ ਗਊਆਂ ਦੇ ਵਗ ਦੇ ਵਿੱਚ ਗਿਰਦਾ ਜਾ ਰਿਹਾ, ਮੇਰੇ ਅੱਗੇ ਪਿੱਛੇ ਸੱਜੇ ਖੱਬੇ ਗਊਆਂ। ਮੈਂ ਭੱਜ ਕੇ ਇੱਕ ਬੰਨਾ ਨਿਕਲਣ ਦੀ ਕੋਸ਼ਿਸ਼ ਕਰਦਾ, ਪਰ ਮੈਂ ਗਊਆਂ ਦੇ ਖੁਰਾਂ ਦੇ ਥੱਲੇ ਮਦੋਲਦਾ ਜਾ ਰਿਹਾ ਸੀ, ਮੇਰੇ ਕੋਲ ਨਿਕਲਿਆ ਨਹੀਂ ਸੀ ਜਾ ਰਿਹਾ। ਮੈਂ ਭੱਜ ਕੇ ਦੂਜੇ ਬੰਨੇ ਨਿਕਲਣ ਦੀ ਕੋਸ਼ਿਸ਼ ਕਰਦਾ, ਪਰ ਉੱਧਰ ਵੀ ਇਹੀ ਹਾਲ ਸੀ, ਬਚਾ। ਮੈਂ ਭੱਜ ਕੇ ਦੂਜੇ ਬੰਨੇ ਨਿਕਲਣ ਦੀ ਕੋਸ਼ਿਸ਼ ਕਰਦਾ, ਪਰ ਮੇਰੇ ਕੋਲ ਨਿਕਲਿਆ ਨਹੀਂ ਸੀ ਜਾ ਰਿਹਾ, ਬਚਾ। ਮੈਨੂੰ ਲੱਗਾ ਕਿ ਮੇਰੇ ਸਿੰਘ ਕੋ ਘਾयल है। मैं चीखने की कोशिश करना, पर मेरी आवाज ना निकलती। कलेजा ਤਾਂ ਫਟਣਾ ਹੀ ਸੀ ਉਸ ਦਾ ਇੱਕ ਦਿਨ, ਜੋ ਹੌਕਾ ਵੀ ਭਰਦਾ ਸੀ ਸਾਵਾਂ ਤੋਂ ਚੋਰੀ, ਜੋ ਧੁੱਪਾਂ ਨੂੰ ਮਿਲਦਾ ਸੀ ਛਾਵਾਂ ਤੋਂ ਲੁਕ ਕੇ, ਤੇ ਰਾਤਾਂ 'ਚ ਡੁੱਬਦਾ ਸੀ ਛਾਵਾਂ ਤੋਂ ਚੋਰੀ। ਗੱਡੀ ਚੜਨ ਦੀ ਕਾਲ ਬੜੀ ਸੀ, ਕੀ ਕੁਝ ਰਹਿ ਗਿਆ ਪਿੱਛੇ, ਕੀ ਕੁਝ ਰਹਿ ਗਿਆ ਪਿੱਛੇ, ਪਿੱਛੇ ਤਾਂ ਅਸੀਂ ਛੱਡ ਆਏ ਹਾਂ ਉਮਰਾਂ ਦੇ ਸਿਰਨਾਵੇ, ਕੁਝ ਤੁੰਦਲੇ ਪਰਛਾਵੇਂ, ਪਿੱਛੇ ਤਾਂ ਅਸੀਂ ਛੱਡ ਆਏ ਹਾਂ ਉਮਰਾਂ ਦੇ ਸਿਰਨਾਵੇ, ਕੁਝ ਤੁੰਦਲੇ ਪਰਛਾਵੇਂ। ਵਿਆਹ ਹੋਇਆ ਸੀ। 2 ਹਫ਼ਤੇ ਇਕੱਠੇ ਗੁਜ਼ਾਰਨ ਤੋਂ ਬਾਅਦ ਹਰਜੀਤ ਵਾਪਸ ਜਰਮਨੀ ਚਲੇ ਗਿਆ, ਮੈਨੂੰ ਛੇਤੀ ਆਪਣੇ ਕੋਲ ਬੁਲਾਉਣ ਦਾ ਵਾਅਦਾ ਕਰਕੇ। ਹਰਜੀਤ ਨਾਲ ਬਿਤਾਏ ਹੋਏ ਉਹ 2 ਹਫ਼ਤੇ 2 ਪਲਾਂ ਵਾਂਗ ਹੀ ਬੀਤ ਗਏ, ਜਿਵੇਂ ਮੈਂ ਇੱਕ ਸੋਹਣਾ ਜਿਹਾ ਸੁਪਨਾ ਵੇਖਿਆ ਹੋਵੇ, ਜਿਹੜਾ ਅੱਖ ਖੁੱਲ੍ਹਦਿਆਂ ਹੀ ਟੁੱਟ ਗਿਆ। ਹਰਜੀਤ ਨੇ ਵਾਅਦਾ ਕੀਤਾ ਸੀ ਕਿ 2 ਮਹੀਨਿਆਂ ਦੇ ਅੰਦਰ ਅੰਦਰ ਮੈਨੂੰ ਆਪਣੇ ਕੋਲ ਜਰਮਨ ਬੁਲਾ ਲੇਗਾ, ਪਰ 2 ਸਾਲ ਬੀਤ ਗਏ। ਹਰਜੀਤ ਵੱਲੋਂ ਮੈਨੂੰ ਬੁਲਾਉਣ ਦੇ ਕਾਗਜ਼ ਨਾ ਆਏ, ਹਰ ਵਾਰ ਇੱਕੋ ਹੀ ਜਵਾਬ ਆਉਂਦਾ, ਹਾਲੇ ਜਰਮਨੀ ਵਾਲੀ ਕੁੜੀ ਨਾਲ ਤਲਾਕ ਨਹੀਂ ਹੋਇਆ ਮੇਰਾ। ਤੇ ਮੈਂ ਤੇ ਮੇਰੇ ਘਰ ਦੇ ਚੁੱਪ ਕਰ ਜਾਂਦੇ। ਇਸ ਚੁੱਪ ਵਿੱਚ ਇੱਕ ਪਛਤਾਵਾ ਵੀ ਸ਼ਾਮਿਲ ਸੀ ਕਿ ਕਿਉਂ ਮੇਰੇ ਵਰਗੀ ਉੱਚੀ ਲੰਮੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੁੜੀ ਨੂੰ ਇੱਕ ਵਿਆਹੇ ਵਰੇ ਹਰਜੀਤ ਨਾਲ ਨੂਰ ਦਿੱਤਾ ਗਿਆ। ਕੋਈ ਕੱਜ ਨਹੀਂ ਸੀ ਮੇਰੇ ਵਿੱਚ। ਪਿੰਡ ਵਿੱਚ 10ਵੀਂ ਪਾਸ ਕਰਨ ਤੋਂ ਬਾਅਦ ਮੇਰੇ ਬਾਪੂ ਜੀ ਨੇ ਮੈਨੂੰ ਲੁਧਿਆਣੇ ਹੋਸਟਲ 'ਚ BA ਕਰਵਾਈ ਸੀ। ਧੀ ਦਾ ਮੂੰਹ ਵੇਖ ਵੇਖ ਕੇ ਜਿਉਂਦਾ ਸੀ ਮੇਰਾ ਬਾਪੂ। ਉਦੋਂ ਮੈਂ 5 ਸਾਲਾਂ ਦੀ ਸੀ ਜਦੋਂ ਮੇਰੀ ਮਾਂ ਮਰ ਗਈ। ਮੇਰਾ ਵੀਰ ਕੁਲਬੀਰ 1 ਸਾਲ ਦਾ ਹੁੰਦਾ ਸੀ। ਰਿਸ਼ਤੇਦਾਰਾਂ ਨੇ ਬੜਾ ਜ਼ੋਰ ਪਾਇਆ ਕਿ ਮੇਰਾ ਬਾਪੂ ਦੂਜਾ ਵਿਆਹ ਕਰਾ ਲੇ, ਪਰ ਮੇਰਾ ਪਿਓ ਤਾਂ ਇਹ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ। ਨਾ ਬਈ ਨਾ, ਮੈਂ ਨਹੀਂ ਹੋਣ ਦੇਣਾ, ਮੇਰੇ ਨਿਆਣੇ ਰੁੱਲ ਜਾਣਗੇ। ਉਹ ਮੇਰਾ ਕੋਈ ਨਹੀਂ ਹੈ, ਬਸ ਆ ਨਿਆਣੇ ਔਲਾਰ ਹੋ ਜਾਣ, ਮਨਦੀਪ ਆਪਣੇ ਘਰੇ ਚਲੀ ਜਾਵੇ ਤੇ ਮੁੰਡਾ ਜਦੋਂ 16 ਦਾ ਹੋਇਆ ਮੈਂ ਆਪੇ ਵਿਆਹ ਦੂੰਗਾ। ਮੇਰੀ ਤਾਂ ਜਿਵੇਂ ਕੱਟੀ ਗਈ ਭਾਈ ਕੱਟੀ ਗਈ ਹੈ। ਹੁਣ ਤੁਸੀਂ ਸਾਰੇ ਰਲ ਕੇ ਮੇਰੇ ਧੀਆਂ ਪੁੱਤਾਂ ਦੀ ਖੈਰ ਮਨਾਓ। ਹਾਂ, ਭਾਵੇਂ 5 ਸਾਲਾਂ ਦੀ ਹੀ ਸੀ ਮੈਂ,
ਪਰ ਆਪਣੀ ਮਾਂ ਦਾ ਵਿਛੋੜਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮਾਂ ਵਾਰੀ ਮੈਂ ਬਚਪਨ 'ਚ ਜਿਵੇਂ ਔਰਤ ਬਣ ਗਈ ਹੋਵਾਂ, ਛੋਟੇ ਵੀਰ ਨੂੰ ਸੰਭਾਲਦੀ, ਬਾਪੂ ਜੀ ਨੂੰ ਰੋਟੀ ਬਣਾ ਕੇ ਖਵਾਉਂਦੀ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆਣ ਪਈਆਂ। ਤੇ ਜਦੋਂ 10ਵੀਂ ਦਾ ਰਿਜ਼ਲਟ ਆਇਆ, ਬਾਪੂ ਜੀ ਬਾਪੂ ਜੀ ਉਹ ਕੀ ਗੱਲ ਹੈ ਬਈ? 10ਵੀਂ ਦਾ ਰਿਜ਼ਲਟ ਆ ਗਿਆ, ਹਾਂ। ਮੈਂ ਫਸਟ ਡਿਵੀਜ਼ਨ 'ਚ ਪਾਸ ਹੋਈ ਆ। ਉਹ ਬੱਲੇ 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 ਬਈ ਮੇਰਾ ਪੁੱਤ। ਭਾਈ ਕੌਣ ਕਹਿੰਦਾ ਹੈ ਧੀਆਂ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ? ਮੇਰੀ ਧੀ ਤਾਂ ਪੁੱਤ ਹੈ ਮੇਰਾ। ਭਈ ਮੈਂ ਤਾਂ ਇਹਨੂੰ ਵਕੀਲ ਬਣਾਉ। ਹਾਂ ਤੇ ਵਿੱਚੋਂ ਕੋਈ ਰਿਸ਼ਤੇਦਾਰ ਕਹਿੰਦਾ, ਵੇ ਪ੍ਰਗਟ ਸਿਆ, ਉਹ ਕੁੜੀਆਂ ਨੂੰ ਬਾਹਲਾ ਨਹੀਂ ਪੜਾਈਦਾ ਹੁੰਦਾ ਪੁੱਤ, ਵਿਗੜ ਜਾਂਦੀਆਂ ਆ ਨਾ। ਜੇ ਇਹਨੂੰ ਵਕੀਲ ਬਣਾਏਗਾ ਤਾਂ ਮੁੰਡਾ ਵੀ ਤਾਂ ਜੱਜ ਲੱਭੇਗਾ ਨਾ। ਹੋਰ ਤੁਹਾਡਾ ਕੀ ਖਿਆਲ ਹੈ? ਮੈਂ ਆਪਦੀ ਧੀ ਨੂੰ ਕਿਸੇ ਆਲੀ ਪਾਲੀ ਤੇ ਮਰ ਦੂੰ? ਭਈ ਮੈਂ ਤਾਂ ਆਪਣੀ ਧੀ ਨੂੰ ਭੇਜੂੰਗਾ ਅਮਰੀਕਾ, ਕੈਨੇਡਾ। ਉੱਥੇ ਜਾ ਕੇ ਰਾਜ ਕਰੂਗੀ ਮੇਰੀ ਧੀ। ਨਾ ਇੱਥੇ ਕੀ ਪਿਆ, ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੇ ਰਹੋ। ਮੇਰੇ ਪਿਓ ਦੇ ਸੁਪਨੇ ਬਹੁਤ ਉੱਚੇ ਸਨ ਤੇ ਮੇਰਾ ਵੀਰ ਮੇਰੇ ਵੀਰ ਨੇ ਅਜੇ 10ਵੀਂ ਵੀ ਪਾਸ ਨਹੀਂ ਸੀ ਕੀਤੀ ਕਿ ਉਹਦਾ ਵਿਆਹ ਹੋ ਗਿਆ। ਘਰ ਮੁੜ ਵਸਦਾ ਹੋ ਗਿਆ। ਘਰ 'ਚ ਉਦਾਸੀ ਚੁੱਕੀ ਗਈ। ਘਰ 'ਚ ਜੀ ਵਧਣ ਨਾਲ ਰੌਣਕ ਵੀ ਵੱਧ ਗਈ। ਹਰ ਵੇਲੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਰਹਿੰਦਾ। ਕਦੇ ਮਾਸੀ ਆ ਜਾਂਦੀ, ਕਦੇ ਚਾਚੀ ਤੇ ਕਦੇ ਭੂਆ। ਘਰ ਵਿੱਚ ਔਰਤ ਦੀ ਕਮੀ ਪੂਰੀ ਹੋ ਗਈ ਸੀ। ਮੈਂ BA ਕਰ ਲਈ ਤੇ ਹੁਣ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਬੜੇ ਰਿਸ਼ਤੇ ਆਏ ਪਰ ਮੇਰਾ ਪਿਓ ਹਰ ਵਾਰ ਕੋਈ ਨਾ ਕੋਈ ਨਗੋਚ ਕੱਢ ਦਿੰਦਾ। ਅਖੀਰ ਮੇਰੇ ਮਾਮੇ ਬਲਦੇਵ ਸਿੰਘ ਨੇ ਦੱਸ ਪਾਈ, ਭਾਈਆ ਮੈਂ ਰਿਸ਼ਤਾ ਲੱਭ ਕੇ ਲਿਆਇਆ ਆਪਣੀ ਮਨਦੀਪ ਵਾਸਤੇ। ਮੁੰਡਾ ਜਰਮਨੀ ਤੋਂ ਆਇਆ ਹੋਇਆ ਤੇ ਉੱਥੇ ਇੰਜੀਨੀਅਰ ਲੱਗਾ ਹੋਇਆ। ਉਹ ਪੱਕੇ ਹੋਣ ਵਾਸਤੇ ਗੋਰੀ ਮੇਮ ਨਾਲ ਵਿਆਹ ਕਰਾ ਲਿਆ ਸੀ, ਪਰ ਰਹਿੰਦੇ ਤੋਂ ਮੈਂ ਅੱਡੀ ਨੇ। ਬਸ ਤਲਾਕ ਹੋਣੀ ਵਾਲਾ ਹੈ। ਬਾਕੀ ਭਾਈਆ ਮੁੰਡਾ ਖਾਨਦਾਨੀ ਹੈ, ਐਨ ਪੜਿਆ ਲਿਖਿਆ, ਖੂਬਸੂਰਤ, ਬਾਂਕਾ ਜਵਾਨ। ਰਿਸ਼ਤਿਆਂ ਦੀ ਘਾਟ ਥੋੜਾ ਸੀ ਉਹਨੂੰ। ਉਹ ਤਾਂ ਮੈਂ ਉਹ ਨਾ ਬਾਈ ਬਲਦੇਵ ਸਿਆ, ਮੇਰੀ ਕੁੜੀ 'ਚ ਕੋਈ ਕੱਜ ਨਹੀਂ। ਮੈਂ ਤੁਹਾਡੇ ਨਾਲ ਕਿਉਂ ਵਿਆਹੂੰ ਬਈ? ਉਹ ਭਾਈਆ ਬਾਹਰਲੇ ਮੁਲਕਾਂ ਦੀ ਗੱਲ ਹੀ ਹੋਰ ਹੈ। ਉੱਥੇ ਤਾਂ ਕੋਈ ਦੀਨਮਾਨ ਹੈ ਹੀ ਨਹੀਂ। ਸਭ ਲੋਕ ਪੱਕੇ ਹੋਣ ਵਾਸਤੇ ਵਿਆਹ ਕਰਾਉਂਦੇ ਆ। ਮੇਰੇ ਦੋਸਤ ਦੇ ਮੁੰਡੇ ਨੇ ਵੀ ਐਂ ਕੀਤਾ ਸੀ। ਪਹਿਲਾਂ ਇੰਗਲੈਂਡ ਜਾ ਕੇ ਉੱਥੇ ਇੱਕ ਗੋਰੀ ਨਾਲ ਵਿਆਹ ਕਰਾ ਲਿਆ, ਫਿਰ ਪੈਸੇ ਪੂਸੇ ਦੇ ਕੇ ਛੱਡਤੀ। ਇਹ ਮੰਨ ਜਾਂਦੀਆਂ ਨੇ ਤੇ ਬਹੁਤਾ ਚਿਰ ਇੱਕ ਬੰਦੇ ਨਾਲ ਰਹਿੰਦੀਆਂ ਵੀ ਨਹੀਂ। ਹੁਣ ਉਹ ਮੁੰਡਾ ਲੱਖਾਂ 'ਚ ਖੇਡਦਾ ਹੈ। ਆਪਣਾ ਕਪੂਰਥਲੇ ਦੀ ਕੁੜੀ ਵਿਆਹ ਕੇ ਲੱਗਿਆ, ਡਬਲ BA ਕੀਤੀ ਹੋਈ ਸੀ ਕੁੜੀ ਦੀ। ਹਾਂ ਬਈ ਆ ਲੋਕ ਕੀ ਆਖਣਗੇ? ਅਤਹਾ ਨਾ ਭਾਈਆ ਜਾ ਕੇ ਕਦੇ ਜਿੱਤਿਆ ਕਿਸੇ ਹੈ? ਉਹ ਨਾਲੇ ਲੋਕਾਂ ਨੂੰ ਦੱਸਣ ਦੀ ਲੋੜ ਹੀ ਕੀ ਹੈ? ਆਪਾਂ ਨੂੰ ਪਤਾ ਹੈ ਜਾਂ ਮੁੰਡੇ ਨੂੰ। ਬਾਕੀ ਭਾਈਆ ਮੁੰਡਾ ਖਾਨਦਾਨੀ ਹੈ। ਹਾਂ ਘਰਾਂ ਕੋਠੀਆਂ ਵਾਲਾ ਅਗਲਾ ਹੈ, ਕੋਈ ਟੈਂਪਰੇਰੀ ਕੰਮ ਤਾਂ ਨਹੀਂ ਹੈਗਾ। ਭਾਈਆ ਮੁੰਡਾ ਤਾਂ ਇੰਨਾ ਸ਼ਕੀਨ ਹੈ ਵੀ ਅਗਲਾ ਕੱਛੇ ਵੀ ਪ੍ਰੈਸ ਕਰ ਕਰਕੇ ਪਾਉਂਦਾ ਹੈ। ਓਏ ਬਾਕੀ ਭਾਈਆ ਮੈਂ ਤਾਂ ਭਾਈ ਆਪਣੀ ਮਰੀ ਹੋਈ ਭੈਣ ਕਰਕੇ ਸੋਚਦਾ ਸੀ ਕਿ ਕੱਲ ਨੂੰ ਸਾਡੀ ਭਾਣਜੀ ਐਵੇਂ ਸੱਸਾਂ ਨਣਦਾਂ ਦੇ ਚੱਕਰਾਂ 'ਚ ਨਾ ਪਾਊਗੀ। ਬਾਹਰਲਾ ਮੁਲਕ ਹੈ, ਨਾ ਹੈ ਨਾ ਖੈ। ਦੋਵੇਂ ਜੀ ਪੜ੍ਹੇ ਲਿਖੇ ਹੋਣਗੇ ਨਾ, ਮੌਜਾਂ ਕਰਨਗੇ ਮੌਜਾਂ। ਭਾਈਆ ਕਾਰਾਂ ਕੋਠੀਆਂ ਵਾਲਾ ਅਗਲਾ ਕੋਈ ਟੈਂਪਰੇਰੀ ਕੰਮ ਨਹੀਂ ਹੈਗਾ। ਨਾਲੇ ਜੱਟ ਦੇ ਜ਼ਮੀਨ ਤੇ ਜਾਨ ਹੋਵੇ ਨਾ ਤੇ ਭਾਵੇਂ ਹਾੜੀ ਸੌਣੀ ਦੋ ਵਿਆਹ ਕਰਵਾ ਲਵੇ। ਹਾਂ ਚੰਗਾ ਬਈ, ਪਰ ਮੈਂ ਇੱਕ ਵਾਰੀ ਮਨਦੀਪ ਨਾਲ ਗੱਲ ਜ਼ਰੂਰ ਕਰੂੰ। ਉਹ ਭਾਈਆ ਤੂੰ ਜਿਹਦੇ ਨਾਲ ਮਰਜ਼ੀ ਗੱਲ ਕਰ ਭਾਈ, ਮੈਂ ਤਾਂ ਰਿਸ਼ਤਾ ਪੱਕਾ ਕਰਕੇ ਆਇਆ ਹੋਇਆ। ਅਮਨਦੀਪ ਪੁੱਤ ਮੂੰਹ ਮਿੱਠਾ ਕਰਾਓ, ਬੜੀ ਖੁਸ਼ੀ ਦੀ ਖਬਰ ਲੈ ਕੇ ਆਇਆ ਮੈਂ। ਤੇ ਮੈਂ ਵੀ ਹਾਂ ਕਰ ਦਿੱਤੀ। ਕੁਝ ਹੀ ਦਿਨਾਂ ਬਾਅਦ ਮੈਨੂੰ ਵਿਖਾਉਣ ਲਈ ਮੇਰੇ ਮਾਮਾ ਜੀ ਦੇ ਦੋਸਤ ਦੇ ਘਰ ਲੁਧਿਆਣੇ ਲਿਜਾਇਆ ਗਿਆ। ਮੈਂ ਤਾਂ ਹਰਜੀਤ ਵਾਲਾ ਅੱਖ ਚੱਕ ਕੇ ਵੀ ਨਾ ਵੇਖਿਆ ਤੇ 5 ਦਿਨਾਂ 'ਚ ਹੀ ਸਾਡਾ ਵਿਆਹ ਹੋ ਗਿਆ। ਡੋਲੀ ਦਵਾਣ ਪੁਰਾਣਾ, ਡੋਲੀ ਦਵਾਣ ਪੁਰਾਣਾ, ਨੀਨਾਰੋ। ਛੁੱਟੀ ਨਾ ਹੋਣ ਕਾਰਨ 20 ਦਿਨਾਂ ਬਾਅਦ ਹਰਜੀਤ ਵਾਪਸ ਜਰਮਨੀ ਚਲਾ ਗਿਆ। ਦਿੱਲੀ 에ਅਰਪੋਰਟ ਤੇ ਹਰਜੀਤ ਨੂੰ ਚੜਾ ਕੇ ਮੁੜੀ ਤਾਂ ਮੈਨੂੰ ਲਿਉਂ ਲੱਗਾ ਜਿਵੇਂ ਮੈਂ ਆਪਣੀ ਰੂਹ ਨੂੰ ਜਾਜੇ ਚੜਾਈ ਹੋਵਾਂ ਤੇ ਖਾਲੀ ਜਿਸਮ ਮੁੜਿਆ ਹੋਵੇ। ਹੁਣ ਮੇਰਾ ਆਪਣੇ ਪਿੰਡ ਵਿੱਚ ਜੀ ਨਾ ਲੱਗਦਾ। ਕਹੀ ਖੇਡ ਸੀ ਕੁਦਰਤ ਦੀ ਕਿ ਮੈਂ ਆਪਣੇ ਘਰ ਦੇ ਵਿੱਚ ਹੀ ਓਪਰਿਆਂ ਵਾਂਗ ਫਿਰਦੀ ਤੇ ਆਪਣੇ ਆਪ ਨੂੰ ਤਸੱਲੀ ਦਿੰਦੀ, ਕੋਈ ਨਹੀਂ, ਦੋਵਾਂ ਮਹੀਨਿਆਂ ਦੀ ਤੇ ਸਾਰੀ ਗੱਲ ਹੈ। ਹਰਜੀਤ ਨੇ ਮੈਨੂੰ ਲੈਣ ਆ ਹੀ ਜਾਣਾ, ਫੇਰ ਇਹ ਜੁਦਾਈ ਵੀ ਖਤਮ ਹੋ ਜਾਏਗੀ। ਤੇ ਹਰਜੀਤ ਦੀਆਂ ਦਿੱਤੀਆਂ ਨਿਸ਼ਾਨੀਆਂ ਸਾਂਭ ਰੱਖਦੀ ਤੇ ਉਹਨਾਂ ਚੋਂ ਇੱਕ ਨਿਸ਼ਾਨੀ ਸੀ ਹਰਜੀਤ ਦਾ ਬੱਚਾ।
ਇਸ ਨਿਸ਼ਾਨੀ ਬਾਰੇ ਪਤਾ ਲੱਗਦਾ ਹੈ ਸਾਰੇ ਘਰ ਦੇ ਵਿੱਚ ਜਿਵੇਂ ਖੁਸ਼ੀ ਦੀ ਲਹਿਰ ਦੌੜ ਗਈ ਹੋਵੇ। ਮੈਂ ਹਰਜੀਤ ਨਾਲ ਗੱਲ ਕੀਤੀ ਤਾਂ ਉਹ ਫੁੱਲਿਆ ਨਾ ਸਮਾਇਆ। ਮੈਂ ਉਹਨੂੰ ਆਖਿਆ, ਗੱਲ ਸੁਣੋ ਜੀ, ਹੁਣ ਤੁਸੀਂ ਮੈਨੂੰ ਛੇਤੀ ਆਪਣੇ ਕੋਲ ਬੁਲਾ ਲਓ, ਜੀ ਨਹੀਂ ਲੱਗਦਾ ਮੇਰਾ ਕੱਲੀ ਦਾ। ਮੇਰਾ ਕਿਹੜਾ ਲੱਗਦਾ ਹੈ ਕਮਲੀਏ, ਪਰ ਤੈਨੂੰ ਤਾਂ ਪਤਾ ਹੀ ਹੈ ਉਹ ਸਾਲੀ ਜਰਮਨੀ ਵਾਲੀ ਕੁੜੀ ਅਜੇ ਤੱਕ ਕੜੀ ਹੋਈ ਹੈ। ਉਹ ਮੈਨੂੰ ਤਲਾਕ ਨਹੀਂ ਦੇ ਰਹੀ, ਉੱਤੋਂ ਮੈਨੂੰ ਧਮਕੀਆਂ ਦਿੰਦੀ ਹੈ, ਕਹਿੰਦੀ ਹੈ ਕਿ ਮੈਨੂੰ ਡਿਪੋਰਟ ਕਰਵਾ ਕੇ ਛੱਡੇਗੀ। ਹੁਣ ਤੂੰ ਹੀ ਮੈਨੂੰ ਦੱਸ ਕਿ ਇਹਨਾਂ ਹਾਲਾਤਾਂ ਵਿੱਚ ਮੈਂ ਤੈਨੂੰ, ਅੱਛਾ ਠੀਕ ਹੈ ਤੂੰ ਹਮੇ ਇੱਥੇ ਬੈਠੀ ਹੋਰ ਪਰੇਸ਼ਾਨ ਨਾ ਹੋਈ, ਮੈਂ ਕਰਦਾ ਛੇਤੀ ਕੁਝ ਨਾ ਕੁਝ ਹੈ। ਇਸ ਤਰ੍ਹਾਂ ਹਰ ਵਾਰ ਹੁੰਦਾ। ਮੈਂ ਅੱਧੀ ਰਾਤ ਬੈਠ ਕੇ ਹਰਜੀਤ ਨੂੰ ਚਿੱਠੀਆਂ ਲਿਖਦੀ, ਉਸ ਦੀ ਨਿਸ਼ਾਨੀ ਬਾਰੇ, ਉਹਦਾ ਨਾਂ ਰੱਖਣ ਬਾਰੇ, ਪਿੰਡ ਵਿੱਚ ਵੀ ਹੁੰਦੀਆਂ ਗੱਲਾਂ ਬਾਰੇ ਕਿ ਮੈਂ ਸਹੁਰੇ ਕਿਉਂ ਨਹੀਂ ਜਾਂਦੀ, ਤੇ ਆਪਣੇ ਬਾਪ ਦੇ ਦਿਮਾਗ ਤੇ ਪੈਂਦੇ ਬੋਝ ਤੋਂ ਲੈ ਕੇ ਆਪਣੇ ਦਿਲ ਦੀ ਤੜਪ ਤੱਕ ਜ਼ਾਹਿਰ ਕਰਦੀ। ਪਰ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ। ਦੇਖ ਮਨਦੀਪ, ਮੈਂ ਤੈਨੂੰ ਕਿੰਨੀ ਵਾਰੀ ਕਹਿ ਚੁੱਕਿਆ, ਮੈਨੂੰ ਇੱਥੇ ਕੰਮ ਦਾ ਬਹੁਤ ਜ਼ੋਰ ਹੈ। ਉਧਰੋਂ ਤੂੰ ਕਦੇ ਚਿੱਠੀਆਂ ਕਦੇ ਫੋਨ। ਦੇਖ ਮੇਰੀ ਗੱਲ ਸੁਣ, ਇੱਥੇ ਕੋਈ ਮੈਂ ਮਾੜਾ ਮੋਟਾ ਕੰਮ ਥੋੜੀ ਕਰ ਰਿਹਾ, ਬਹੁਤ ਬੋਝ ਹੈ। ਉਧਰੋਂ ਜਰਮਨੀ ਵਾਲੀ ਕੁੜੀ ਅੜੀ ਹੋਈ ਹੈ, ਉਹ ਮੈਨੂੰ ਤਲਾਕ ਨਹੀਂ ਦੇ ਰਹੀ ਤੇ ਮੈਨੂੰ ਡਿਪੋਰਟ ਕਰਵਾਉਂਦੀ ਹੈ, ਧਮਕੀਆਂ ਦੇ ਰਹੀ ਹੈ। ਇਧਰੋਂ ਤੂੰ ਕਦੇ ਚਿੱਠੀਆਂ ਕਦੇ ਫੋਨ। ਮੇਰੀ ਗੱਲ ਸੁਣ, ਜੇ ਤੈਨੂੰ ਪੈਸਿਆਂ ਪੂਸਿਆਂ ਦੀ ਲੋੜ ਹੈ ਨਾ ਤਾਂ ਮੈਨੂੰ ਦੱਸ, ਮੈਂ ਭਿਜਵਾ ਦਿੰਦਾ ਵਾ। ਮੇਰਾ ਬੇਟਾ ਦੀਪੂ ਰਿੜਨ ਲੱਗ ਗਿਆ ਸੀ, ਪਰ ਹਰਜੀਤ ਵੱਲੋਂ ਰਾਹਦਾਰੀ ਨਾ ਆਈ। ਇਸ ਦੌਰਾਨ ਮੇਰੇ ਵੀਰ ਦੇ 2 ਕੁੜੀਆਂ ਹੋਈਆਂ। ਜਿਹੜੀ ਭਾਬੀ ਕਦੇ ਕੱਚੀ ਉਮਰ ਦੀ ਅਲੜ ਜੀ ਮੁਟਿਆਰ ਹੁੰਦੀ ਸੀ, ਹੁਣ ਉਹ ਪੂਰੀ ਔਰਤ ਬਣ ਚੁੱਕੀ ਸੀ ਤੇ ਘਰ ਦੇ ਵਿੱਚ ਅਸਿੱਧੇ ਤੌਰ ਤੇ ਉਸੇ ਦੀ ਹੁਕੂਮਤ ਸੀ। 1-2 ਵਾਰੀ ਹਰਜੀਤ ਨੇ ਦੀਪੂ ਵਾਸਤੇ ਨਵੇਂ ਕੱਪੜੇ ਭੇਜੇ ਤਾਂ ਕੁਲਬੀਰ ਦੀ ਵਹੁਟੀ ਸੜ ਕੇ ਸੁਆਹ ਹੋ ਗਈ। ਜਦੋਂ ਉਹਦੀ ਵੱਡੀ ਕੁੜੀ ਨੇ ਨਵੇਂ ਕੱਪੜੇ ਪਾਉਣ ਦੀ ਜ਼ਿੱਦ ਕੀਤੀ ਤਾਂ ਉਹਨੇ ਤੂੰ ਕਰਕੇ ਕੁੱਟ ਸੁੱਟੀ। ਮੈਂ ਕਿਹਾ, ਭਾਬੀ ਕੁੜੀ ਨੂੰ ਕਿਉਂ ਮਾਰਦੀ ਹੈ? ਕੱਪੜੇ ਦੀਪੂ ਨੇ ਪਾਏ ਕਿ ਨਹੀਂ? ਮੇਰੇ ਲਈ ਤਾਂ ਦੋਵੇਂ ਇੱਕੋ ਜਿਹੇ ਨੇ। ਨਾ ਇੱਕੋ ਜਿਹੇ ਕਿਵੇਂ ਹੋ ਗਏ? ਉਹ ਵੱਡੇ ਬਾਬੇ ਦਾ, ਉਹਦਾ ਪਿਓ ਤਾਂ ਅਫਸਰ ਲੱਗਿਆ, ਇਹਦਾ ਪਿਓ ਤਾਂ ਰੋਜ਼ ਮਿੱਟੀ ਨਾਲ ਮਿੱਟੀ ਹੁੰਦਾ। ਨਾ ਭਾਈ, ਕੁੜੀਆਂ ਨੂੰ ਵਿਗਾੜਨ ਦਾ ਤਾਂ ਮਤਲਬ ਹੀ ਕੋਈ ਨਹੀਂ। ਮੈਂ ਤੇ ਕਰਕੇ ਰੱਖੂ ਤੱਕੜੇ ਵਰਗੀਆਂ ਸਿੱਧੀਆਂ, ਬਾਅਦ ਚ ਸਿਰ 'ਚ ਗਲੀਆਂ ਕਰਦੀਆਂ ਫਿਰਨਗੀਆਂ। ਸਾਥੋਂ ਤਾਂ ਪਹਿਲੀਆਂ ਨਹੀਂ ਭੁਗਤੀਆਂ ਗਈਆਂ। ਮੇਰੇ ਬੰਦੇ ਨੂੰ ਤਾਂ ਨੀਂਦ ਨਹੀਂ ਆਉਂਦੀ ਸਾਰੀ ਰਾਤ। ਤੇ ਮੈਨੂੰ ਲੱਗਾ ਕਿ ਭਾਬੀ ਨੇ ਗੱਲ ਲਾ ਕੇ ਨਹੀਂ ਸਗੋਂ ਸੱਚੀ ਆਖੀ। ਮੈਂ ਤਾਂ ਘਰੋਂ ਬਾਹਰ ਨਿਕਲਣਾ ਹੀ ਛੱਡ ਗਈ ਸਾਂ। ਘਰੋਂ ਬਾਹਰ ਨਿਕਲਦੀ ਤਾਂ ਲੋਕ ਸਵਾਲ ਬਣ ਕੇ ਖੜੇ ਹੋ ਜਾਂਦੇ, ਕੁੜੇ ਕੋਈ ਪਤਾ ਆਇਆ ਕਿ ਨਹੀਂ ਪਰਾਉਣੇ ਦਾ? ਨਾ ਪਤਾ ਹੀ ਹੈ ਬੇਬੇ, ਪਰਦੇਸੀਆਂ ਦਾ ਕੀ ਹੁੰਦਾ? ਜਿੱਥੇ ਦੇਖਿਆ ਤਵਾ ਪਰਾਤ ਉੱਥੇ ਕੱਟੀ ਸਾਰੀ ਰਾਤ। ਸੁਣਿਆ ਉੱਥੇ ਨੇਮ ਰੱਖੀ ਬੈਠਾ ਆ। ਨਾ ਮਨਦੀਪ, ਕੀ ਲੋੜ ਪਈ ਸੀ ਤੇ ਪਿਓ ਨੂੰ ਏਡੀ ਦੂਰ ਪੰਗਾ ਲੈਣ ਦੀ? ਪੰਜਾਬ 'ਚ ਕਿਹੜਾ ਮੁੰਡੇ ਨਹੀਂ ਸੀ ਮਿਲਦੇ? ਤੇ ਮੇਰਾ ਬਾਹਰ ਜਾਣ ਦਾ ਹੌਸਲਾ ਹੀ ਨਾ ਪੈਂਦਾ। ਕਿਸੇ ਚੋਰ ਵਾਂਗ ਘਰ 'ਚ ਲੁਕੀ ਬੈਠੀ ਰਹਿੰਦੀ। ਬਾਪੂ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਤੇ ਵੀਰ ਵੀ ਹਰ ਵੇਲੇ ਬਾਪੂ ਨਾਲ ਖਹਿਪੜਦਾ ਰਹਿੰਦਾ। ਇੰਨੇ 'ਚ ਮੇਰੇ ਮਾਮੇ ਨੇ ਦੱਸ ਪਾਈ ਕਿ ਜਲੰਧਰ ਰਹਿੰਦਾ ਇੱਕ ਏਜੰਟ ਮੈਨੂੰ 5 ਲੱਖ ਰੁਪਈਆ ਲੈ ਕੇ ਜਾਲੀ ਤਰੀਕੇ ਨਾਲ ਜਰਮਨੀ ਪਹੁੰਚਾ ਦੇਗਾ। ਉੱਥੇ ਜਾ ਕੇ ਮੈਂ ਪੋਲੀਟੀਕਲ ਸਟੇ ਦੀ ਅਰਜ਼ੀ ਦੇ ਦਿਆਂ ਜਿਵੇਂ ਸਾਰੇ ਲੋਕ ਕਰਦੇ ਨੇ, ਤੇ ਜਦੋਂ ਹਰਜੀਤ ਦਾ ਤਲਾਕ ਹੋ ਜਾਏ ਤਾਂ ਅਸੀਂ ਦੋਵੇਂ ਜਾਣੇ ਇਕੱਠੇ ਹੋ ਜਾਈਏ। ਪਹਿਲਾਂ ਤਾਂ ਮੇਰਾ ਪਿਓ ਨਾ ਮੰਨਿਆ, ਪਰ ਕੋਈ ਹੋਰ ਚਾਰਾ ਚੱਲਦਾ ਨਾ ਦੇਖ ਕੇ ਉਹਨੂੰ ਹਾਂ ਕਰਨੀ ਪਈ। ਮੈਨੂੰ ਪਤਾ ਲੱਗਾ ਤਾਂ ਜਿਵੇਂ ਮੇਰੀ ਹਨੇਰੀ ਦੁਨੀਆ ਦੇ ਵਿੱਚ ਇੱਕ ਆਸ ਦਾ ਦੀਵਾ ਜਗਮਗਾ ਉੱਠਿਆ ਹੋਵੇ। ਮੈਂ ਹਰਜੀਤ ਨਾਲ ਗੱਲ ਕੀਤੀ ਪਰ ਉਹ ਨਾ ਮੰਨਿਆ। ਨਾ ਮਨਦੀਪ, ਐ ਨਹੀਂ ਕਰਨਾ ਬਈ। ਇਹਨਾਂ ਏਜੰਟਾਂ ਰਾਹੀਂ ਆਉਣਾ ਬਹੁਤ ਖਤਰਨਾਕ ਹੁੰਦਾ ਹੈ ਬਈ। ਇਹਨਾਂ ਤੋਂ ਤਾਂ ਬੰਦੇ ਖਰਾਬ ਹੁੰਦੇ ਨੇ। ਤੂੰ ਔਰਤ ਹੋ ਕੇ ਕਿਵੇਂ ਆਏਂਗੀ? ਨਾਲੇ ਤੇਰੇ ਕੋਲ ਤਾਂ ਬੱਚਾ ਵੀ ਹੈ। ਗੱਲ ਸੁਣੋ ਜੀ, ਸੱਸੀਆਂ ਤੇ ਸੋਹਣੀਆਂ ਤਾਂ ਕੱਚਿਆਂ ਤੇ ਵੀ ਚੜ ਕੇ ਆਪਣੇ ਪਿਆਰਿਆਂ ਨੂੰ ਮਿਲਣ ਤੁਰ ਪੈਂਦੀਆਂ। ਮੈਂ ਤਾਂ ਫਿਰ ਜਹਾਜ਼ੇ ਚੜ ਕੇ ਆਉਣਾ। ਨਾਲੇ ਹੁਣ ਇੱਥੇ ਰਹਿਣਾ ਮੇਰਾ ਬਹੁਤ ਮੁਸ਼ਕਿਲ ਹੈ। ਹਰ ਗੱਲ ਫੋਨ ਤੇ ਨਹੀਂ ਦੱਸੀ ਜਾ ਸਕਦੀ ਜੀ। ਮਸਾ ਤੇ ਰੱਬ ਨੇ ਸਬਬ ਬਣਾਇਆ। ਚਲ ਠੀਕ ਹੈ, ਨਹੀਂ ਰੋਕਤਾ ਮੈਂ ਤੈਨੂੰ, ਕਰ ਤੂੰ ਆਪਣੀ ਮਰਜ਼ੀ। ਤੇ ਮੇਰੇ ਬਾਪੂ ਨੇ ਕੁਝ ਕਿੱਲੇ ਜ਼ਮੀਨ ਦੇ ਵੇਚੇ ਤੇ 5 ਲੱਖ ਰੁਪਈਆ ਏਜੰਟਾਂ ਨੂੰ ਦੇਣ ਲਈ ਤਿਆਰ ਕਰ ਲਿਆ। ਦੀਪੂ ਨੂੰ ਗੋਦੀ ਚੁੱਕ ਮੈਂ ਉਸ ਪਿੰਡ ਨੂੰ ਆਖਰੀ ਫਤਿਹ ਬੁਲਾਈ। ਉਹ ਪਿੰਡ ਜਿਹੜਾ ਮੇਰੀ ਸੌ ਨਹੀਂ ਸੀ ਖਾਂਦਾ,
ਉਸੇ ਪਿੰਡ ਚੋਂ ਮੈਂ ਚੋਰਾਂ ਵਾਂਗ ਨਿਕਲ ਤੁਰੀ। ਪਤਾ ਨਹੀਂ ਕਿਹੜੀ ਘੜੀ ਮੈਂ ਘਰੋਂ ਬਾਹਰ ਪੈਰ ਪੁੱਟਿਆ ਸੀ ਕਿ ਮੇਰੇ ਰਾਹ ਲੰਮੇ ਹੁੰਦੇ ਗਏ ਤੇ ਮੰਜ਼ਿਲ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਸੀ ਆ ਰਿਹਾ। ਏਜੰਟ ਕੇਸਰ ਸਿੰਘ ਨੇ ਮੇਰੇ ਪਾਸਪੋਰਟ ਤੇ ਮਾਸਕੋ ਤੱਕ ਦਾ ਵੀਜ਼ਾ ਲਵਾਇਆ ਸੀ ਤੇ ਉਸ ਤੋਂ ਅੱਗੇ ਉਹਦੇ ਕਿਸੇ ਬੰਦੇ ਨੇ ਮੈਨੂੰ ਤੋਰਨਾ ਸੀ। ਮਾਸਕੋ 에ਅਰਪੋਰਟ ਤੇ ਪਹੁੰਚ ਕੇ ਮੈਂ ਬਾਕੀ ਮੁਸਾਫਰਾਂ ਦੇ ਵਿੱਚ ਲੁਕਦੀ ਛਿਪਦੀ ਕਿਵੇਂ ਨਾ ਕਿਵੇਂ 에ਅਰਪੋਰਟ ਤੋਂ ਬਾਹਰ ਆ ਗਈ। ਬਾਹਰ ਆ ਕੇ ਮੈਂ ਡੋਰ ਪਰ ਇੱਧਰ ਉੱਧਰ ਵੇਖਣ ਲੱਗੀ। 10-15 ਮਿੰਟ ਮੈਂ ਏਜੰਟ ਦੇ ਆਦਮੀ ਦੀ ਉਡੀਕ ਕਰਦੀ ਰਹੀ ਪਰ ਕੋਈ ਨਾ ਆਇਆ। ਜਦੋਂ ਮੈਂ ਥੱਕ ਕਰਕੇ ਬੈਠਣ ਲੱਗੀ ਤੇ ਅਚਾਨਕ ਬੀਬੀ ਤੂੰ ਮਨਦੀਪ ਹੀ ਹੈ ਨਾ, ਚੱਲ ਮੇਰੇ ਪਿੱਛੇ ਪਿੱਛੇ ਆ ਜਾ। ਉਹ ਦੇਸੀ ਬੰਦਾ ਜਦੋਂ ਕਾਰ ਵਿੱਚ ਜਾ ਬੈਠਾ ਤਾਂ ਮੈਂ ਵੀ ਫਟਾਫਟ ਦੀਪੂ ਨੂੰ ਚੁੱਕਿਆ ਤੇ ਕਾਰ ਵਿੱਚ ਬੈਠ ਗਈ। ਕਾਰ ਇੱਕ ਸੁੰਨਸਾਨ ਇਲਾਕੇ ਦੀ ਪੁਰਾਣੀ ਜੀ ਇਮਾਰਤ ਕੋਲੇ ਰੁਕੀ। ਜਦੋਂ ਇਮਾਰਤ ਦਾ ਜ਼ਰਖਾਦਾ ਦਰਵਾਜ਼ਾ ਖੁੱਲ੍ਹਾ ਤੇ ਇੱਕ ਅਜੀਬ ਜੀ ਹਵਾੜ ਦੇ ਨਾਲ ਸਾਰਾ ਵਾਤਾਵਰਣ ਭਰ ਗਿਆ। ਮੈਨੂੰ ਦੂਸਰੀ ਮੰਜ਼ਲ ਦੇ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ ਗਿਆ। ਉਸ ਕਮਰੇ ਦੇ ਵਿੱਚ ਇੱਕ ਮੇਜ਼ ਕੁਰਸੀ ਸੀ ਤੇ ਇੱਕ ਮੰਜਾ। ਮੈਂ ਸੁੱਤੇ ਪਏ ਦੀਪੂ ਨੂੰ ਮੰਜੇ ਤੇ ਪਾਇਆ ਤੇ ਆਪ ਮੂੰਹ ਹੱਥ ਧੋਣ ਵਾਸਤੇ ਪਾਣੀ ਲੱਭਣ ਲੱਗੀ। ਬੀਬੀ ਇੱਥੇ ਕਿਚਨ ਸਾਂਝੀ ਹੈ, ਨਾਲ ਦੇ ਕਮਰੇ 'ਚ ਤੇਰੇ ਵਰਗੇ ਲੋਕ ਠਹਿਰੇ ਨੇ ਇਲੀਗਲ ਪੇਪਰਾਂ ਵਾਲੇ। ਇਲੀਗਲ? ਪਰ ਮੇਰੇ ਪੇਪਰ ਤੇ ਅਸਲੀ ਨੇ। ਆ ਦੇਖੋ ਕੇਸਰ ਅੰਕਲ ਨੇ ਆਪ ਤਿਆਰ ਕੀਤੇ। ਮੈਂ ਤੁਹਾਨੂੰ ਦਿਖਾਣੀ ਆ। ਸਾਡੇ ਪੇਸ਼ੇ 'ਚ ਕੋਈ ਕਿਸੇ ਦਾ ਅੰਕਲ ਨਹੀਂ ਹੁੰਦਾ। ਏਜੰਟ ਤੇ ਸੁਨਿਆਰੇ ਸਕੇ ਪਿਓ ਨੂੰ ਨਹੀਂ ਬਖਸ਼ਦੇ। ਤੂੰ ਕਿਹੜੀਆਂ ਭੁੱਲਾਂ 'ਚ ਫਿਰਦੀ ਹੈ? But this is fraud. This is totally fraud. I'll teach you a ਬਾਕੀ lesson. ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਹੈਗੀ। ਤੂੰ ਆਪ ਹੀ ਮਰੇਂਗੀ ਤੇ ਹੋਰਾਂ ਨੂੰ ਮਰਵਾਏਂਗੀ। ਹਾਂ ਸੱਚ, ਮੈਂ ਆਪਣਾ ਨਾਂ ਦੱਸਣਾ ਤਾਂ ਭੁੱਲ ਹੀ ਗਿਆ। ਮੈਨੂੰ ਟੋਨੀ ਕਹਿੰਦੇ ਨੇ ਪਰ ਮੇਰਾ ਇਹ ਨਾਮ ਜਾਲੀ ਹੈ ਤੇਰੇ ਪੇਪਰਾਂ ਵਾਂਗ। ਟੋਨੀ ਦੇ ਜਾਣ ਤੋਂ ਬਾਅਦ ਮੈਂ ਕਮਰੇ ਨੂੰ ਅੰਦਰੋਂ ਕੁੰਡੀ ਮਾਰ ਲਈ। ਬਾਹਰ ਜਾ ਕੇ ਮੂੰਹ ਹੱਥ ਧੋਣਾ ਤੇ ਦੂਰ ਮੈਂ ਤੱਕ ਕਮਰੇ ਦੀ ਬੱਤੀ ਤੱਕ ਨਾ ਜਗਾਈ ਤੇ ਨੇਰੇ 'ਚ ਥਰ ਕੰਬਦੀ ਰਹੀ। ਗਜਬ ਹੋ ਗਿਆ ਬੀਬੀ, ਗਜਬ ਹੋ ਗਿਆ ਏ। ਕੀ ਹੋਇਆ? ਤੇਰਾ ਵੀਜ਼ਾ ਨਕਲੀ ਹੋਣ ਕਰਕੇ ਤੇਰਾ ਨਾਂ ਇੱਥੋਂ ਦੀ ਅੰਬੈਸੀ ਦੇ ਕੰਪਿਊਟਰ ਤੇ ਨਹੀਂ ਆ ਰਿਹਾ। ਅੰਬੈਸੀ ਵਾਲੇ ਕਹਿ ਰਹੇ ਨੇ ਬਈ ਔਰਤ ਨੂੰ ਪੇਸ਼ ਕਰੋ, ਕੇਸ ਬਣੇਗਾ। ਹੁਣ ਕੀ ਹੋਏਗਾ? ਪਤਾ ਨਹੀਂ ਕੀ ਹੋਏਗਾ ਪਰ ਇੱਥੋਂ ਦੇ ਅੰਬੈਸੀ ਵਿੱਚ ਆਪਣਾ ਇੱਕ ਬੰਦਾ ਕੰਮ ਕਰਦਾ ਹੈ, ਉਸੇ ਨੂੰ ਮਿਲ ਕੇ ਆਇਆ। ਜੇ ਉਹ ਤੇਰਾ ਨਾਂ ਕੰਪਿਊਟਰ ਤੇ ਚੜਾ ਦੇਵੇ ਤਾਂ ਠੀਕ ਹੈ, ਨਹੀਂ ਤੇ ਕੀ? ਬਈ ਕੇਸ ਬਣੇਗਾ। ਪੁਲਿਸ ਫੜ ਕੇ ਖੜੇਗੀ ਤੈਨੂੰ। ਹੋ ਸਕਦਾ ਵਾਪਸ ਇੰਡੀਆ ਭੇਜ ਦੇ। ਇਹ ਵੀ ਹੋ ਸਕਦਾ ਹੈ ਕਿ ਇੱਥੇ 7 ਸਾਲ ਜੇਲ੍ਹ ਦੇ ਵਿੱਚ ਚੱਕੀ ਪਸਵਾਈ ਜਾਣ। ਤੇਰੇ ਬੱਚੇ ਨੂੰ ਨਾਥ ਆਸ਼ਰਮ ਭਿਜਵਾ ਦੇਣਗੇ। ਇਹ ਨਹੀਂ ਹੋ ਸਕਦਾ। क्यों नहीं हो सकता? सब कुछ हो सकता है। अपराध की दुनिया च हर काम मुमकिन है। मैं इंडिया अंकल ਨੂੰ ਜਾਂ ਜਰਮਨ ਆਪਣੇ ਹਸਬੰਡ ਨੂੰ ਫੋਨ ਕਰ ਸਕਦੀ ਹਾਂ। मैं ਤਾਂ ਤੈਨੂੰ ਪੜ੍ਹੀ ਲਿਖੀ ਸਮਝਦਾਰ ਕੁੜੀ ਸਮਝਦਾ ਸੀ, ਤੂੰ ਤਾਂ ਜਮਾਂ ਹੀ ਬੇਵਕੂਫ ਨਿਕਲੀ। ਇੱਥੇ ਤੈਨੂੰ ਟੈਲੀਫੋਨ ਕਿੱਥੋਂ ਮਿਲੇਗਾ? ਨਾਲੇ ਜੇ ਤੇਰੀ ਆਵਾਜ਼ ਪੁਲਿਸ ਨੇ ਟੈਲੀਫੋਨ ਤੇ ਰਿਕਾਰਡ ਕਰ ਲਈ ਤਾਂ ਤੂੰ ਆ ਬੈਲ ਮੁਝੇ ਮਾਰ ਵਾਲਾ ਕਿੱਸਾ ਆਪ ਹੀ ਛੇੜ ਲੈ। ਅਬੇ ਮੈਂ ਪਾਗਲ ਤਾਂ ਨਹੀਂ, ਮੈਨੂੰ ਵੀ ਤੇਰੀ ਫਿਕਰ ਹੈ। ਇਹ ਜਿਹੜਾ ਬੰਦਾ ਰਿਹਾ ਨਾ ਰਾਤ ਨੂੰ, ਪੀਟਰ, ਬੜੇ ਕੰਮ ਦਾ ਆਦਮੀ ਹੈਗਾ। ਜੇ ਗੱਲ ਉਹਦੀ ਸਮਝ ਵਿੱਚ ਆ ਗਈ ਤਾਂ ਤੇਰੇ ਕੰਮ ਦੀ ਗਾਰੰਟੀ ਹੈ। ਸਮਝ ਕਿਵੇਂ? ਬਸ ਦੇਖੀ ਜਾ ਕੀ ਕੁਝ ਹੁੰਦਾ ਹੈ। ਲੈ ਉਹ ਆਏ ਗਿਆ ਲੱਗਦਾ ਆਗੇ ਜੀ। ਇੱਕ ਮੋਟਾ ਥੁਲਥੁਲਾ ਆਦਮੀ ਅੰਦਰ ਆਇਆ। ਉਹਦੇ ਰੰਗ ਤੋਂ ਪਤਾ ਨਹੀਂ ਸੀ ਲੱਗਦਾ ਕਿ ਉਹ ਗੋਰਾ ਹੈ ਜਾਂ ਦੇਸੀ। ਟੋਨੀ ਨੇ ਮੌਕਾ ਸੰਭਾਲਿਆ ਤੇ ਦੀਪੂ ਨੂੰ ਚੁੱਕ ਕੇ ਕਮਰੇ ਚੋਂ ਬਾਹਰ ਚਲਾ ਗਿਆ। ਬਸ ਘਬਰਾਉਣ ਦੀ ਲੋੜ ਨਹੀਂ ਹੈ। ਨਹੀਂ, ਮੈਂ ਠੀਕ ਹਾਂ। ਦੇਖ, ਬਹੁਤੇ ਨਖਰੇ ਨਾ ਕਰ। ਇੱਥੇ ਰੂਸ ਵਿੱਚ ਔਰਤਾਂ ਦੀ ਕਮੀ ਨਹੀਂ ਹੈ। ਮੈਂ ਤਾਂ ਤੇਰੀ ਮਦਦ ਕਰਨ ਲਈ ਆਇਆ ਕਿਉਂਕਿ ਤੂੰ ਦੇਸੀ ਔਰਤ ਹੈ। ਵਰਨਾ ਬੇਗਾਨੇ ਮੁਲਕਾਂ 'ਚ ਕੌਣ ਪੁੱਛਦਾ ਕਿਸੇ ਨੂੰ? ਮੈਨੂੰ ਕੋਈ ਮਦਦ ਨਹੀਂ ਚਾਹੀਦੀ। ਪਾਗਲ ਨਾ ਬਣ। ਤੂੰ ਇਸ ਮੁਲਕ ਵਿੱਚ ਜਾਲੀ ਤਰੀਕੇ ਨਾਲ ਆਈ ਹੈ। ਇਸ ਮੁਲਕ ਵਿੱਚ ਦੇਸੀ ਔਰਤ ਦੇਖਣ ਨੂੰ ਨਹੀਂ ਦਿੰਦੇ। ਫੜੀ ਗਈ ਤਾਂ ਮਾਰੀ ਜਾਏਗੀ। ਤੈਨੂੰ ਵੀਜ਼ਾ ਚਾਹੀਦਾ ਨਾ ਜਰਮਨੀ ਦਾ?
ਨਾਲ ਪਾਸਪੋਰਟ। ਮੈਨੂੰ ਕੁਝ ਨਹੀਂ ਚਾਹੀਦਾ, ਚੀਕਾਂ ਮਾਰ ਕੇ ਲੋਕ ਇਕੱਠੇ ਕਰ ਲਾਂਗੇ ਮੈਂ। ਇੱਥੇ ਰੋਜ਼ ਚੀਕਾਂ ਵੱਜਦੀਆਂ ਨੇ, ਰੋਜ਼, ਪਰ ਕੋਈ ਨਹੀਂ ਬੋਲਦਾ ਕਿਉਂਕਿ ਸਭ ਤੇਰੇ ਵਰਗੇ ਨੇ, ਇਲੀਗਲ ਇਮੀਗ੍ਰੈਂਟਸ। अब देख, रोन तो की लोड़ नहीं है भाई, कुछ दे के कुछ लेना पैंदा। मैं तेरे नाल हां, तेनू पार लंघा देंगा। हाँ हाँ, मैं तेरे नाल हां, मैं तेनू पार लंघा देंगा। उन्होंने मोहर ला दी है अपनी तेरे सुच्चे आकाश उत्ते, तेरी हर रात गिरवी हो गई है, तेरा हर दिवस गहने पै गया है। मैं खुदकुशी करने बारे सोच ही नहीं सकती, अचानक मैंने दीपू की आवाज सुनाई दी थी, मम्मी। ओह मेरे बच्चे, जे तू ना होता तो मैं खुदकुशी करके अपनी जान दे देती। तेरे प्यो को काला मुंह लेके किवें जाऊंगी मैं, किवें जाऊंगी। दीपू ਨੂੰ ਖਾਣਾ ਖਵਾਉਂਦਿਆਂ ਮੈਂ ਸੋਚ ਰਹੀ ਸਾਂ ਕਿ ਕਿਵੇਂ ਨਾ ਕਿਵੇਂ ਇੱਕ ਵਾਰੀ ਇਹਨੂੰ ਇਹਦੇ ਪਿਓ ਦੇ ਹਵਾਲੇ ਕਰ ਦਿਆਂ, ਫੇਰ ਭਾਵੇਂ ਕੋਈ ਖੂਹ ਖਾਤਾ ਗੰਦਾ ਕਰ ਦਿਆਂ। ਜ਼ਿੰਦਗੀ ਦਾ ਕਰਨਾ ਵੀ ਕੀ ਸੀ, दीपू नहीं तो जी रही सा, वरना जो हाल मेरा ब्याह तो बाद पिंड विच होया सी, शायद मैं कदों दी मर मुक के अपने प्यो दे दिमाग ते पए बोझ नूं जड़ों ला देंदी। यही सोच के मैं अपने ते होए जबर जनाह दा कौड़ा कुट भरिया। उस रात टोनी वापस ना आया, मैं सारी रात जागदिया कट्टी। अगले दिन टोनी ताजा दूध ते ब्रेड लेके हाजिर हो गया। मेरा जी कीता कि एक मार के टोनी दा सिर फाड़ दिया। पी ऐना गुस्सा, जा जाके मुंह हाथ धो के कपड़े बदल, वेख के मैं 12 बजे नहीं तेरे मुंह से। वैसे तेरा आदमी गोरियां दे देश विच रहिंदा ना, जिथे खंबे थल्ले खड़ियां औरतां बंदे नूं हथ मार के सद लैंदियां ने, फिर तेनू किवें पसंद कर लिया उन्हें दड़े दे माल नूं है? मेरे आदमी बारे तैनू की पता हरामजादा, जदों ओनू तेरी करतूत दसी तां कौन पीजूगा तेरा? अपने आदमी नूं दसेंगी मेरी करतूत बारे? नाले वो कित्थों दा सूरमा आ गया जिहड़ा मेरा खून पिएगा? इन्ना ही हमदर्द सी तेरा तां आप क्यों नहीं लैण आया? एजेंटां दे इत्थे चढ़ी फिरदियां तूं हैं? मजबूर सी। मजबूरी बहाना हुंदी है। इत्थे ये आदमी 10-10 औरतां रखी फिरदे ने, नाले तेरे वाले दा भी की पता, दस के खटेंगी भी की? हाले तक दुनिया ते ऐसा पति पैदा नहीं होया जिहड़ा बेगाने बंदे नाल सुत्ती अपनी तीमी नूं घर रख लवे। किसे दा कुछ नहीं जाना, तू अपने पैरां ते आप घुआड़ी मारेंगी। नाले तू तां विआही वरी है, इत्थे कुवारियां नूं नहीं बख्शदे, जवाक जल्ले वाली है, किसे नूं पता भी नहीं लगना। नाले तेरी कुर्बानी व्यर्थ नहीं गई। ए देख तेरे अगे जान दे पेपर लेके आया, खुश हो जा। टोनी दे जान तो बाद मैं अपना चेहरा ध्यान नाल शीशे च देखिया, तो टोनी दी कही गल सच्ची जापी। मुंह ते मांस कटन नाल चेहरा लंबूतरा जा हो गया सी, अखां थले काले घेरे साफ नजर आ रहे सन।
ਤੰਦਬੀੜ ਬੁੱਲਾ ਜੋ ਬਾਹਰ ਝਾਕ ਰਿਹਾ ਸੀ ਤੇ ਸੁਰਾਹੀ ਦਾ ਗਰਦਨ ਜੋ ਨਾੜਾ ਸਾਫ਼ ਦਿਖ ਰਹੀਆਂ ਸਨ। ਮੇਰਾ ਗੁਲਾਬੀ ਰੰਗ ਦੁੱਖਾਂ ਦੀ ਹਨੇਰੀ ਉਡਾ ਕੇ ਲੈ ਗਈ ਸੀ ਤੇ ਪਿੱਛੇ ਰਹਿ ਗਿਆ ਸੀ ਥੋਥ। ਮੁਤਾਬੀ ਚਿਹਰਾ ਮਾਇੂਸੀ ਦੀ ਤਸਵੀਰ ਬਣ ਗਿਆ ਸੀ। ਪਤਾ ਨਹੀਂ ਕਿਉਂ ਮੇਰਾ ਦਿਲ ਗਵਾਹੀ ਭਰਦਾ ਸੀ ਕਿ ਇੱਕ ਨਾ ਇੱਕ ਦਿਨ ਮੇਰੇ ਦੁੱਖਾਂ ਦਾ ਅੰਤ ਹੋ ਜਾਏਗਾ ਤੇ ਮੈਂ ਵੀ ਆਪਣੇ ਪਤੀ ਦੇ ਘਰ ਜਾ ਕੇ ਦੁਨੀਆ ਦੇ ਸਾਰੇ ਦੁੱਖ ਦਰਦ ਭੁਲਾ ਦਿਆਂਗੀ। ਇਹੀ ਸੋਚ ਕੇ ਮੈਂ ਸਭ ਕੁਝ ਭੁਲਾ ਦਿੱਤਾ ਤੇ ਸੋਚਿਆ ਫਿਰ ਕੀ ਹੋਇਆ, ਜੋ ਹੋਣਾ ਸੀ ਉਹ ਤੇ ਹੋ ਗਿਆ। ਇਹਦੇ 'ਚ ਮੇਰਾ ਕੀ ਕਸੂਰ ਹੈ? ਤੇ ਦੀਪੂ ਨੂੰ ਸਵਾਉਂਦਿਆਂ ਹੋਇਆਂ ਰਾਤ ਵਾਲੀ ਘਟਨਾ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗੀ। ਅੱਧੀ ਕੁ ਰਾਤ ਤੋਂ ਅਚਾਨਕ ਟੋਨੀ ਮੇਰੇ ਕਮਰੇ 'ਚ ਆ ਗਿਆ। ਹਰਾਮਜ਼ਾਦਾ, ਤੂੰ ਇੱਥੇ ਕੀ ਕਰਦਾ? ਨਿਕਲ ਮੇਰੇ ਕਮਰੇ 'ਚੋਂ ਬਾਹਰ। ਕੀ ਹੌਲੀ ਬੋਲ, ਬਾਹਰ ਲੋਕ ਸੁਣਦੇ ਪਏ ਨੇ। ਸੁਣਨ ਦੇ ਲੋਕਾਂ ਨੂੰ ਕੁੱਤਿਆ, ਚੱਲ ਨਿਕਲ ਬਾਹਰ ਇੱਥੋਂ। ਬਸ ਪਤਾ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ। ਮੈਂ ਪੀਟਰ ਨਾਲ ਮਾੜਾ ਤੇ ਨਹੀਂ ਹੈਗਾ ਹੈ। ਪਰ ਤੀਸਰੇ ਦਿਨ ਉਹਦੇ ਨਾਲ ਦੋ ਹੋਰ ਬੰਦੇ ਆਏ, ਪੌਲ ਤੇ ਨੌਰਮਨ। ਨਹੀਂ ਛੱਡ, ਨਹੀਂ। ਉਹਦੇ ਚੀਕਾਂ ਮਾਰਨ ਦੀ ਲੋੜ ਨਹੀਂ ਹੈਗੀ। ਇਹ ਆਪਣੇ ਆਦਮੀ ਨੇ। ਰਸ਼ੀਆ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੇ ਤੈਨੂੰ। ਆਹੋ, ਉਹ ਪੰਜਾਬੀ ਦਾ ਇੱਕ ਲਫ਼ਜ਼ ਨਹੀਂ ਸੀ ਜਾਣਦੇ, ਪਰ ਜ਼ੁਲਮ ਦੀ ਬੋਲੀ ਹਰ ਜ਼ਾਲਮ ਜਾਣਦਾ ਹੁੰਦਾ ਹੈ। ਨਹੀਂ ਚੱਲੋ, ਲੈ ਫੜ ਤੇਰੇ ਅੱਗੇ ਜਾਣ ਦੇ ਪੇਪਰ। ਖੁਸ਼ ਆ ਜਾ। हाँ सच, तेरे वास्ते एक जीन ते टॉप लेके आया। बाहर पाए ने जानते हुए पा ली, नहीं तो इन्हें देसी कपड़े में पछाणी जाएंगी। गड्डी चढ़न दी काल बड़ी सी, की कुछ रह गया पिछे, की कुछ रह गया पिछे। ਇੱਕ ਸਾਜ ਆਂਦਰਾਂਦਾ ਸਜਿੰਦੇ ਪਾਸ ਸੀ ਤੇ ਗੱਜ ਦੇ ਵਾਂਗ ਫਿਰ ਰਿਹਾ ਆਪਣਾ ਹੀ ਸਵਾਸ ਸੀ। ਇੱਕ ਸ਼ਾਮ ਉਸਨੇ ਦੂਰੀਆਂ ਦਾ ਜ਼ਹਿਰ ਪੀ ਲਿਆ, ਉਸ ਨੂੰ ਕਿਸੇ ਦੀ ਨੇੜਤਾ ਦੀ ਇੰਨੀ ਪਿਆਸ ਸੀ। गड्डी चढ़न दी काल बड़ी सी, की कुछ रह गया पिछे, की कुछ रह गया पिछे। ਅਗਲੇ ਦਿਨ ਪੌਲ ਤੇ ਨਾਰਮਨ ਮੈਨੂੰ ਬੁਦਾਪੈਸਟ ਜਾਣ ਵਾਲੀ ਟ੍ਰੇਨ ਤੇ ਬਿਠਾ ਕੇ ਲੈ ਗਏ। ਬੁਦਾਪੈਸਟ ਪਹੁੰਚ ਕੇ ਉਹਨਾਂ ਨੇ ਮੈਨੂੰ ਇੱਕ ਫਲੈਟ ਵਿੱਚ ਛੱਡਿਆ ਤੇ ਵਾਪਸ ਮੁੜ ਗਏ। ਸ਼ਾਮ ਨੂੰ ਫਲੈਟ ਵਿੱਚ ਅਲੀ ਤੇ ਮੱਖਣ ਨਾਂ ਦੇ ਦੋ ਬੰਦੇ ਆਏ, ਜਿਨ੍ਹਾਂ ਨੇ ਮੈਨੂੰ ਆਸਟਰੀਆ ਦਾ ਬਾਰਡਰ ਪਾਰ ਕਰਾਉਣਾ ਸੀ ਤੇ ਉਹਨਾਂ ਚੋਂ ਅਲੀ ਨੇ ਆਉਂਦੇ ਮੇਰੇ ਗਲ 'ਚ ਬਾਂਹ ਪਾ ਦਿੱਤੀ। ਮੇਰੇ 'ਚ ਕੁਝ ਵੀ ਕਹਿਣ ਦੀ ਹਿੰਮਤ ਖਤਮ ਹੋ ਚੁੱਕੀ ਸੀ। ਤੈਨੂੰ ਪਤਾ ਹੈ ਕਿ ਤੇਰੇ ਕੋਲ ਆਸਟਰੀਆ ਦਾ ਵੀਜ਼ਾ ਨਹੀਂ ਹੈ। ਇੱਥੋਂ ਦੀ ਪੁਲਿਸ ਬਹੁਤ ਸਖਤ ਹੈ। ਮੈਨੂੰ ਪਤਾ ਹੈ ਮੇਰੇ ਕੋਲ ਵੀਜ਼ਾ ਨਹੀਂ। ਮੈਨੂੰ ਪਤਾ ਹੈ ਇੱਥੋਂ ਦੀ ਪੁਲਿਸ ਕਿੰਨੀ ਸਖਤ ਹੈ। ਜਿੰਨੀ ਮਰਜ਼ੀ ਸਖਤ ਹੋਵੇ, ਤੁਹਾਡੇ ਜਾਨਵਰਾਂ ਨਾਲੋਂ ਤਾਂ ਫਿਰ ਵੀ ਨਰਮੀ ਹੋਏਗੀ। ਤੂੰ ਕਹਿਣਾ ਕੀ ਚਾਹੁੰਦੀ ਹੈ ਕੁੜੀਏ? ਤੁਸੀਂ ਸਾਰੇ ਕੁੱਤੇ ਇੱਕੋ ਜਿਹੇ ਕਿਉਂ ਹੁੰਦੇ ਹੋ? ਇਸ ਜੰਗਲ 'ਚ ਤੂੰ ਲੰਘ ਰਹੀ ਹੈ ਨਾ, ਇਸ ਜੰਗਲ 'ਚ ਤੈਨੂੰ ਕੁੱਤੇ ਤੇ ਬਘਿਆੜੀ ਮਿਲਣਗੇ। ਸ਼ੁਕਰ ਕਰਕੇ ਤੇਰੀਆਂ ਬੋਟੀਆਂ ਨੋਚ ਕੇ ਨਹੀਂ ਖਾ ਗਏ। ਬੜੀ ਮੁਸ਼ਕਿਲ ਨਾਲ ਦੇਸੀ ਔਰਤ ਮਿਲੀ ਹੈ। ਅਸੀਂ ਤਾਂ ਚਿੱਟਾ ਗੋਸ਼ਤ ਖਾ ਕੇ ਅੱਕੇ ਹੋਏ ਸਾਂ। ਸਾਰੀ
रात इसे तरह खे खराबी करन तो बाद अगले दिन अली मैनू कार विच बिठा के सामणियां पहाड़ियां ते लै गया। कार विचों निकलण तो पहला उन्हें मैनू हिदायत की, इस तो अगला स्टेशन तेरे आदमी का होएगा, उत्थे जाके साडे बारे कोई भी गल करन दी लोड़ नहीं है। साडी भी कोई रेपुटेशन है, तो तेरी भी बेइज्जती होएगी। मैं तेरे यही होएगा कि जो कुछ भी होया उसनू रस्ते विच ही भुल जाए। ओके अली मैनू स्काई ट्रेन चालक जैक दे हवाले करके रफू चक्कर हो गया। रात हुई तो जैक भी अपनी मर्दानगी की हाजरी लवाउण आ गया। अद्धी को रात नूं जैक मैनू पहाड़ियां दे वल खांदे रस्तियां चों पैदल ही लै तुरिया। अगे संघना जंगल सी ते उत्तों रात दा हनेरा, पर जैक मैनू उस वेले बॉर्डर पार करा देना चाहुंदा सी जदों अद्धी को रात नूं पहरे ते खड़े सिपाही ड्यूटी बदलदे ने। देख बीबी, छेती कर, साडे कोल बिल्कुल समा नहीं है गवाउण वास्ते। छेती कर, नहीं तो मैं तेनों इत्थे छड़ जांगा। गड्डी चढ़न दी काल बड़ी सी की कुछ रह गया पिछे। वो सामने आ गया जर्मनी, 3 मिनट तारा थले ने किसर के जाना पड़ेगा। 1 मिनट, इन्हें तारा में 24 घंटे करंट दौड़ता है। जरा जिन्हें भी खा जाएंगी तो हम मारी जाएंगी। टो बड़े ਇਹਦੇ ਵਿੱਚੋਂ कसर के निकल जा। छेती कर नहीं तो मैं इत्थे छड़ के चले जावांगा। हाँ शाबाश, आला फड़। इसी तरह उन्हें मैनू दीपू नूं फड़ाया ते हनेरे जंगल वाल दौड़ गया। मैं बगैर एक पल गवाए सामने खड़ी कार दे विच जा बैठी। जिवें जिवें कार ने रफ्तार फड़ी, मेरी सोच भी उस रफ्तार नाल पिछे मुड़ी। मैनू अपनी जिंदगी का एक एक पल याद सी किसी कहानी वांग। किथे की बीतिया, की हंडाया ते की दड़वट के कट्टिया, ये मैं ही जानती सा। सोच रही सा कि औरत का दुखांत कितना डूंगा हुंदा है। जिस आदमी हथों बर्बाद हुंदी है उसे नूं देवता बना के पूजदी है। किसी नूं दस्सण जोगी भी नहीं कि इन्हां पद्दर पुरुषां दी हकीकत की है जिहड़े समाज के ठेकेदार बने बैठे ने। दसेगी ते सजा पाएगी, पति ते प्यो दे घरों दुरकारी जाएगी ते कलंकनी दा तब्बा उहदे मत्थे ते सदा लई दाग दिता जाएगा। शायद इसे करके चुपचाप हर जुल्म जबर सहार जाती है औरत। अचानक कार रुकी। मैं सामने देखा तो हरजीत खड़ा सी। पर मैनू लैण क्यों नहीं सी आ रहा? ये ड्राइवर नाल की गल्लां करी जा रहा है। मैं तेनों कितनी बार समझावां? एक बारी 10 बारी तेन मैं कह चुकिया, तू क्यों नहीं समझदा? बेवकूफ बनाई जा रहा मैनू। मैं शक्ल तो पागल दिखता तेनों है? तेन मैं कितनी बारी दसा? मैं तेनों अगे भी 10 बारी कह चुकिया, एक बारी फिर कहना, ये मेरी औरत नहीं है। मैं क्या ना, ये मेरी औरत नहीं। तू किसी गलत औरत नूं लेके आया। ये कोई गलत औरत है। तू की सोचता मैं अपनी पत्नी नूं नहीं पहचानता? मेरी मनदीप बहुत खूबसूरत है। इतनी बदसूरत मेरी मनदीप कदे हो ही नहीं सकती। तू की सोचता? तू की सोचता मैं अपनी पत्नी नूं पहली बारी रखिया? देख देख, ये है मेरी पत्नी, ये है मेरी मनदीप। देख रहा ना, चंगी तरह देख ला। ये वाल देख, तेरे वाल देख, ये है मेरी मनदीप। तू किसी गलत औरत नूं लेके आया। गलत औरत है, गलत औरत। तेरा दिता फुल भी सीने दा खंजर हो गया। सोचिया ना सी कदे इंज होवेगा, पर हो गया। गड्डी चढ़न दी काल बड़ी सी की कुछ रह गए उथे, भला छिड़ा विच छड्ड आए हां।
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਨ ਨੂੰ ਬਚਿਆ ਕੀਏ, ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁੱਕ ਗਈਆਂ ਰਾਵਾਂ।